आप जी देख रहे हो दरबार खालसा यूट्यूब चैनल और आप जी का स्वागत है। गुरु फतेह सांझ करने जी। वाहिगुरू जी का खालसा, वाहिगुरू जी की फतेह। जिवें कि आप जी जानते हो कि पिछले कोई 1.5-2 महीने तो साडा इस चैनल ते ਵੱਖ-ਵੱਖ विषयों ते जिहड़ी आ जानकारी संगतां वास्ते सांझी की जा रही है, जिहदे च साडे लंबे समय तो डॉक्टर अमर सिंह जी आजाद जिहड़े कि सेहत संबंधी बहुत ही वधिया विचारां साडे नाल सांझियां करदे ने, ਜਿਹੜੀਆਂ कि साडे सेहत नूं तंदुरुस्त रखण वास्ते और आला दुआला साडा जिहड़ा वा वधिया रवे ते साडा घर परिवार खुशी राजी खुशी वसे, ਉਹਦੇ ਵਾਸਤੇ ਵਿਚਾਰਾਂ ਦਿੰਦੇ ਰਹਿੰਦੇ ਨੇ। और जो ये करोना ਦਾ ਇੱਕ ਜਿਹੜਾ ਬੜਾ ਤਗੜਾ ਰੌਲਾ ਪਿਆ ਆ, ਉਹਦਾ ਜਿਹੜਾ ਡਰ ਲੋਕਾਂ ਦੇ ਮਨਾਂ 'ਚ ਬਣ ਰਿਹਾ ਸੀਗਾ, ਤੇ ਉਹ ਵੀ ਡਾਕਟਰ ਅਮਰ ਸਿੰਘ ਆਜ਼ਾਦ ਜੀ ਨੇ ਬੜੀ ਖੂਬੀ ਦੇ ਨਾਲ, ਬੜੀ ਵਧੀਆ ਤਰੀਕੇ ਦੇ ਨਾਲ ਉਹਨੂੰ ਸਾਨੂੰ ਲੋਕਾਂ ਨੂੰ ਸਮਝਾਇਆ ਕਿ ਇਹ ਕੋਈ ਜਿਹੜਾ ਵਾ ਨਾ, ਇਹ ਵਰਤਾਰਾ ਜਿਹੜਾ ਵਾ ਇਹ ਕੁਦਰਤੀ ਵਰਤਾਰਾ ਆ, ਔਰ ਇਹਨੂੰ ਉਹਨਾਂ ਜ਼ਿਆਦਾ ਭੈਭੀਤ ਹੋਣ ਦੀ ਲੋੜ ਨਹੀਂ ਜਿੰਨਾ ਕਿ ਆਲੇ ਦੁਆਲੇ ਵੱਲੋਂ ਜਾਂ ਕਹਿ ਲਓ ਸਰਕਾਰਾਂ ਵੱਲੋਂ ਦੱਸਿਆ ਜਾ ਰਿਹਾ ਆ। ਸੋ ਇਹ ਜਿਹੜਾ ਸਮਾਂ ਜਿਹੜਾ ਵਾ ਬੜਾ ਵਧੀਆ ਤਰੀਕੇ ਦੇ ਨਾਲ ਸਕਾਰਤ ਕੀਤਾ ਗਿਆ ਸਾਡੇ ਇਸ ਚੈਨਲ ਰਾਹੀਂ, ਸੰਗਤਾਂ ਦਾ ਬੜਾ ਸਹਿਯੋਗ ਮਿਲਿਆ। ਸੋ ਅੱਜ ਸਾਡੇ ਨਾਲ ਜੁੜ ਚੁੱਕੇ ਨੇ ਉਹ ਸ਼ਖਸੀਅਤ, ਇੱਕ ਵਿਲੱਖਣ ਸ਼ਖਸੀਅਤ ਹੈ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ, ਜਿਹੜੇ ਕਿ ਗੁਰੂ ਨਾਨਕ ਮੈਡੀਕਲ ਕਾਲਜ ਵਿੱਚ ਕਰਦੇ ਨੇ ਜੋਬ, ਡਾਕਟਰ ਨੇ ਉੱਥੇ, ਔਰ ਕਮਿਊਨਿਟੀ ਮੈਡੀਸਨ ਦਾ ਇਹਨਾਂ ਦਾ MD ਹੈਗੀ ਇਹਨਾਂ ਦੀ। ਔਰ ਸਭ ਤੋਂ ਵੱਡੀ ਗੱਲ ਹੈ ਵੀ ਡਾਕਟਰ ਦੇ ਨਾਲ ਨਾਲ ਸਾਹਿਤਕਾਰ ਨੇ। ਲੰਮੇ ਸਮੇਂ ਤੋਂ ਅਸੀਂ ਇਹਨਾਂ ਨਾਲ ਸਾਡੀ ਸਾਂਝ ਆ, ਅਸੀਂ ਵੱਖ-ਵੱਖ ਕੈਂਪਾਂ 'ਚ ਇਕੱਠਿਆਂ ਕੰਮ ਕੀਤਾ ਆ, ਔਰ ਚੇਤਨਾ ਕੈਂਪ ਬੜੇ ਲਾਏ ਨੇ, ਤੇ ਜਿਹਦੇ 'ਚ ਬੜੇ ਵਧੀਆ ਇਹਨਾਂ ਕੋਲ ਨੇ, ਤੇ ਇਹਨਾਂ ਦੀ ਜਿਹੜੀ ਮਹਾਰਤ ਆ ਉਹ ਵੀ ਆਪਾਂ ਇਸ YouTube ਚੈਨਲ ਰਾਹੀਂ ਵੱਖ-ਵੱਖ ਵਿਸ਼ਿਆਂ ਨੂੰ ਲੈ ਕੇ ਆਉਂਦੇ ਦਿਨਾਂ ਚਾਹਾਂਗੇ, ਔਰ ਇਹਨਾਂ ਕੋਲੋਂ ਬੜੀਆਂ ਜ਼ਰੂਰੀ ਜਾਣਕਾਰੀਆਂ ਸਾਂਝੀਆਂ ਕਰਾਂਗੇ ਸੰਗਤਾਂ ਦੇ ਨਾਲ, ਜਿਹੜੀ ਕਿ ਸਾਡੇ ਜੀਵਨ ਦੇ ਵਿੱਚ ਉਹਨਾਂ ਦੀ ਬਹੁਤ ਲੋੜ ਹੁੰਦੀ ਆ। ਸਾਨੂੰ ਬਹੁਤ ਸਾਰੇ ਐਸੇ ਪੱਖ ਨੇ ਜੀਵਨ ਦੇ, ਸਾਡੇ ਜਵਾਨ ਹੋਏ ਧੀਆਂ ਪੁੱਤਰ ਜਾਂ ਐਸੀਆਂ ਹੋਰ ਗੱਲਾਂ ਨੇ ਜਿਨ੍ਹਾਂ ਬਾਰੇ ਸਾਨੂੰ ਬਹੁਤ ਗਿਆਨ ਨਹੀਂ ਹੁੰਦਾ ਕਿ ਆਪਾਂ ਕਿਵੇਂ ਉਹਨਾਂ ਦੇ ਨਾਲ ਬਿਹੇਵ ਕਰਨਾ ਆ, ਕਿਵੇਂ ਉਹਨਾਂ ਦੇ ਨਾਲ ਸਾਡਾ ਜਿਹੜਾ ਵਾ ਵਰਤੋਂ ਵਿਹਾਰ ਹੋਵੇ, ਔਰ ਉਹਨਾਂ ਦੀ ਪਰਵਰਿਸ਼ ਕਿਵੇਂ ਕਰਨੀ ਆ। ਬਹੁਤ ਐਸੀਆਂ ਡੂੰਘੀਆਂ ਮਨੋਵਿਗਿਆਨ ਦੇ ਨਾਲ ਸੰਬੰਧ ਰੱਖਦੀਆਂ ਗੱਲਾਂ ਜਿਹੜੀਆਂ ਆਮ ਵਿਅਕਤੀ ਨੂੰ ਨਹੀਂ ਪਤਾ ਹੁੰਦੀਆਂ। ਸੋ ਉਹ ਸਾਰੀਆਂ ਗੱਲਾਂ ਆਉਂਦੇ ਦਿਨਾਂ ਸਾਂਝੀਆਂ ਕਰਾਂਗੇ, ਡਾਕਟਰ ਸਾਹਿਬ ਸਾਂਝੀਆਂ ਕਰਨਗੇ। ਸੋ ਮੈਂ ਸਵਾਗਤ ਕਰਦਾ ਹਾਂ ਡਾਕਟਰ ਸ਼ਾਮ ਸੁੰਦਰ ਦੀਪਤੀ ਜੀ ਦਾ ਜੀ। ਤੇ ਅੱਜ ਡਾਕਟਰ ਸਾਹਿਬ ਵਿਸ਼ਾ ਨਿਭਾ ਰਹੇ ਨੇ ਜਿਹੜੀਆਂ ਦਵਾਈਆਂ, ਜਿਹੜੀਆਂ ਸਾਡੀਆਂ, ਜਿਹੜਾ ਸਾਡਾ ਬਹੁਤ ਵੱਡਾ ਇੱਕ ਜਿਹੜਾ ਹਿੱਸਾ ਵਾ ਜੀਵਨ ਦਾ, ਔਰ ਬਹੁਤ ਵੱਡਾ ਸਮਾਂ ਸਾਨੂੰ ਜਿਹੜਾ ਇਹਨਾਂ ਦਵਾਈਆਂ ਦੇ ਨਾਲ ਜੁੜ ਕੇ ਰਹਿਣਾ ਪੈਂਦਾ ਆ। ਉਹਨਾਂ ਦਵਾਈਆਂ ਤੋਂ ਸਾਡਾ ਜਿਹੜਾ ਖੜਾ ਕਿਵੇਂ ਛੁੱਟੇ, ਉਹਨਾਂ ਦਵਾਈਆਂ ਦਾ ਜਿਹੜਾ ਸਾਡਾ ਕੀ ਹੈ ਸਾਡੇ ਜੀਵਨ 'ਚ, ਉਹਦਾ ਕਿਵੇਂ ਦਾ ਸਾਡਾ ਜਿਹੜਾ ਉਹਦਾ ਵਰਤਾਰਾ ਹੋਣਾ ਚਾਹੀਦਾ ਆ, ਤੇ ਬੜੇ ਤਰੀਕੇ ਵਧੀਆ ਤਰੀਕੇ ਦੇ ਨਾਲ ਸਾਡੇ ਨਾਲ ਸਾਂਝ ਪਾਉਣਗੇ। ਮੈਂ ਬੇਨਤੀ ਕਰਦਾ ਹਾਂ ਡਾਕਟਰ ਸਾਹਿਬ ਨੂੰ ਕਿ ਆਪ ਜੀ ਆਪਣੇ ਵਿਚਾਰ ਆਰੰਭ ਕਰੋ ਜੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ। ਖਾਲਸਾ ਦਰਬਾਰ ਦੇ ਇਸ YouTube ਚੈਨਲ ਰਾਹੀਂ, ਜਿਸ ਤਰ੍ਹਾਂ ਆਪਣੇ ਸਰਦਾਰ ਗੁਰਮੁਖ ਸਿੰਘ ਜੀ ਨੇ ਦੱਸਿਆ ਕਿ ਇਹ ਆਪਣਾ ਚੈਨਲ ਬਹੁਤ ਵਧੀਆ ਸਿਹਤ ਸੰਬੰਧੀ ਗੱਲਾਂ ਕਰ ਰਿਹਾ ਹੈਗਾ, ਤੇ ਇਹਨਾਂ ਦਾ ਜਿਹੜਾ WhatsApp ਗਰੁੱਪ ਵੀ ਹੈ ਜਿਹੜਾ ਦਵਾਈਆਂ ਨੂੰ ਤੋਂ ਮਤਲਬ ਕਿ ਸੁਚੇਤ ਕਰਨ ਦੇ ਵਾਸਤੇ, ਵੀ ਦਵਾਈਆਂ ਦੀ ਵਰਤੋਂ ਨੂੰ ਸੁਚੇਤ ਕਰਨ ਦੇ ਵਾਸਤੇ ਆਪਣੀਆਂ ਵੱਖ-ਵੱਖ ਪੋਸਟਾਂ ਵੀ ਪਾਉਂਦਾ ਰਹਿੰਦਾ ਹੈ। ਤੇ ਜਦੋਂ ਇਹਨਾਂ ਨੇ ਮੇਰੇ ਨਾਲ ਗੱਲ ਕੀਤੀ ਤਾਂ ਮੈਂ ਕਿਹਾ ਆਪਾਂ ਚਲੋ ਸ਼ੁਰੂਆਤ ਹੀ ਇਸ ਤੋਂ ਹੀ ਕਰਦੇ ਹਾਂ ਵੀ ਦਵਾਈਆਂ ਤੇ ਨਿਰਭਰ ਹੋ ਰਹੀ ਜ਼ਿੰਦਗੀ। ਅਸੀਂ ਦੇਖਦੇ ਹੈਗੇ ਆ ਕਿ ਅੱਜ ਦੇ ਸਮੇਂ ਦੇ ਵਿੱਚ ਕੋਈ ਵੀ ਘਰ ਇਹੋ ਨਹੀਂ ਹੈਗਾ ਜਿਸ ਘਰ ਦੇ ਵਿੱਚ ਕੋਈ ਨਾ ਕੋਈ ਦਵਾਈ ਜ਼ਰੂਰ ਪਈ ਹੋਊਗੀ। ਇਹ ਨਹੀਂ ਕਿ ਉਹਨੂੰ ਕੋਈ ਬਿਮਾਰੀ ਹੈਗੀ ਹੈ ਇਸ ਕਰਕੇ ਪਈ ਹੈਗੀ ਹੈ, ਇਸ ਕਰਕੇ ਵੀ ਪਈ ਹੈਗੀ ਹੈ ਕਿ ਇਹਦੀ ਕਦੇ ਵੀ ਲੋੜ ਪੈ ਸਕਦੀ ਹੈਗੀ ਹੈ। ਅਸੀਂ ਖੁਦ ਬ ਖੁਦ ਦਵਾਈਆਂ ਖਾਣ ਦੇ ਜਾਂ ਮਤਲਬ ਕਿ ਆਦੀ ਹੋ ਗਏ ਜਾਂ ਸਾਨੂੰ ਆਦੀ ਕਰ ਦਿੱਤਾ ਗਿਆ ਹੈਗਾ। ਆਪਾਂ ਇਸ ਗੱਲ ਨੂੰ ਸਮਝੀਏ। ਜੇ ਮੈਂ ਮਤਲਬ ਕਿ ਵੈਸੇ ਤੁਸੀਂ ਸਾਰੇ ਹੀ ਵਿੱਚ ਨੌਜਵਾਨ ਵੀ ਨੇ, ਮਤਲਬ ਕਿ ਕੁਛ ਮਤਲਬ ਕਿ ਆਪਣੇ ਮਿਡਲ ਏਜ ਗਰੁੱਪ ਦੇ ਵੀ ਲੋਕ ਹੈਗੇ ਨੇ। ਜੇ ਅਸੀਂ ਪਿੱਛੇ 30-40 ਸਾਲ ਪਹਿਲਾਂ ਜਾਈਏ
ਤਾਂ ਮੈਨੂੰ ਨਹੀਂ ਲੱਗਦਾ ਕਿ ਵੀ ਉਦੋਂ ਜਿਹੜੇ ਲੋਕਾਂ ਦੇ ਘਰਾਂ ਦੇ ਵਿੱਚ ਇਸ ਤਰ੍ਹਾਂ ਦਵਾਈਆਂ ਪਈਆਂ ਹੁੰਦੀਆਂ ਸੀ। ਇੱਥੋਂ ਤੱਕ ਕਿ ਮੈਨੂੰ ਯਾਦ ਹੈ, ਮੈਂ ਆਪਣੇ ਘਰ ਦੀ ਵੀ ਗੱਲ ਕਰਾਂ ਤਾਂ ਮਤਲਬ ਕਿ ਇੱਕ ਘਰ ਦੇ ਵਿੱਚ ਸਿਰਫ ਸਿੰਪਲ ਬੁਖਾਰ ਦੀ ਗੋਲੀ ਕਰੋਸੀਨ ਵੀ ਨਹੀਂ ਸੀ ਹੁੰਦੀ। ਇਹ ਵੀ ਗੋਲੀ ਜਦੋਂ ਲੋੜ ਪੈਂਦੀ ਸੀ ਉਦੋਂ ਹੀ ਲਿਆਣੀ ਮਤਲਬ ਕਿ ਪੈਂਦੀ ਸੀਗੀ, ਜਾਂ ਮਤਲਬ ਕਿ ਬੰਦਾ ਡਾਕਟਰ ਨੂੰ ਦਿਖਾ ਕੇ ਲਿਆਂਦਾ ਸੀਗਾ। ਅੱਜ ਸਾਡੀ ਦਵਾਈਆਂ ਦੇ ਉੱਤੇ ਇੰਨੀ ਨਿਰਭਰਤਾ ਹੈ। ਦੂਸਰਾ ਉਦਾਹਰਨ, ਤੁਸੀਂ ਆਪਣੇ ਪਿੰਡਾਂ ਦੇ, ਜੇ ਤੁਸੀਂ ਪਿੰਡਾਂ ਦੀ ਜਿਨ੍ਹਾਂ ਦੀ ਮਤਲਬ ਕੀ ਹੈਗੀ ਹੈ ਬੈਕਗਰਾਊਂਡ, ਉਹ ਦੇਖ ਸਕਦੇ ਨੇ ਕਿ ਇੱਕ ਛੋਟਾ ਜਿਹਾ ਪਿੰਡ ਹੈ ਜਿਹਦੇ ਵਿੱਚ 1500 ਦੀ ਆਬਾਦੀ ਮਸਾਂ ਹੋਊਗੀ, ਤੇ ਉਹਦੇ ਵਿੱਚ 4 ਕੈਮਿਸਟ ਦੀਆਂ ਦੁਕਾਨਾਂ ਹੈਗੀਆਂ ਨੇ ਜਿਹੜੀਆਂ ਕਿ ਸਾਨੂੰ ਬਹੁਤ ਜ਼ਿਆਦਾ ਲੱਗਦੀਆਂ ਨੇ। ਇਸ ਤੋਂ ਇਲਾਵਾ ਜਿਹੜੇ ਮਤਲਬ ਕਿ ਉੱਥੇ RMP ਡਾਕਟਰ ਨੇ, ਹੋਰ ਡਾਕਟਰ ਨੇ, ਡਿਸਪੈਂਸਰੀ ਵੀ ਹੋ ਸਕਦੀ ਹੈ ਹੋਵੇ। ਉਸ ਤੋਂ ਇਲਾਵਾ ਵੀ ਸਾਨੂੰ 3-4 ਕੈਮਿਸਟ ਦੀਆਂ ਦੁਕਾਨਾਂ। ਇਹਨਾਂ ਗੱਲਾਂ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸਾਡੀ ਜ਼ਿੰਦਗੀ ਦੇ ਵਿੱਚ ਦਵਾਈਆਂ ਦੀ ਕਿੰਨੀ ਵੱਡੀ ਅਹਿਮੀਅਤ ਇਸ ਵਕਤ ਹੋ ਗਈ ਹੈ। ਇਹ ਸੱਚੀ ਮੁੱਚੀ ਲੋੜ ਹੈਗੀ ਹੈ ਜਾਂ ਮਤਲਬ ਕਿ ਅਸੀਂ ਜ਼ਿਆਦਾ ਇਸ ਪਾਸੇ ਧੱਕੇ ਜਾ ਰਹੇ ਹੈਗੇ ਆ? ਇਹ ਪੱਖ ਆਪਾਂ ਅਖੀਰ ਤੇ ਵਿਚਾਰਾਂਗੇ। ਇਸ ਗੱਲ ਤੇ ਆਪਾਂ ਮਤਲਬ ਕਿ ਗੱਲ ਨੂੰ ਆਪਾਂ ਸੰਖੇਪ ਦੇ ਵਿੱਚ ਲਾਸਟ ਤੇ ਮੈਨੂੰ ਸਾਰੀ ਗੱਲ ਸਮੇਟੂੰਗਾ। ਹਜੇ ਆਪਾਂ ਸ਼ੁਰੂਆਤ ਕਰਦੇ ਹੈਗੇ ਆ ਵੀ ਦਵਾਈ ਦੀ ਲੋੜ ਕਦੋਂ ਪੈਂਦੀ ਹੈ? ਜਦੋਂ ਬੰਦਾ ਬਿਮਾਰ ਹੁੰਦਾ ਹੈ। ਤੇ ਵੱਡਾ ਸਵਾਲ ਫਿਰ ਹੈ ਕਿ ਬੰਦਾ ਬਿਮਾਰ ਕਿਉਂ ਪੈਂਦਾ ਹੈ? ਪਹਿਲਾਂ ਸਾਨੂੰ ਇਸ ਗੱਲ ਸਮਝਣੀ ਚਾਹੀਦੀ ਹੈ, ਯਾਨੀ ਕਿ ਸਿਹਤ ਦੇ ਵਿੱਚ ਵਿਗਾੜ ਕਦੋਂ ਆਉਂਦਾ ਹੈਗਾ। ਪਹਿਲਾਂ ਆਪਾਂ ਇਹ ਸਮਝੀਏ ਸਾਡਾ ਸਰੀਰ ਜਿਹੜਾ ਹੈਗਾ ਉਹ ਕਿਸ ਤਰੀਕੇ ਦੇ ਨਾਲ ਬਿਮਾਰੀ ਪੈਦਾ ਕਰਦਾ ਹੈਗਾ। ਫਿਰ ਇਹ ਤੀਸਰੇ ਨੰਬਰ ਤੇ ਸਵਾਲ ਆਉਂਦਾ ਹੈ ਕਿ ਦਵਾਈ ਦੀ ਲੋੜ ਹੈਗੀ ਹੈ। ਜੇ ਆਪਾਂ ਦੇਖੀਏ ਸਿਹਤ ਦੇ ਪੱਖ ਤੋਂ ਤਾਂ ਸਾਡੇ ਸਰੀਰ ਦੇ ਵਿੱਚ ਜੋ ਸਾਨੂੰ ਕੁਦਰਤ ਨੇ ਸਰੀਰ ਦਿੱਤਾ ਹੈ, ਸਹੀ ਮਾਇਨਿਆਂ ਦੇ ਵਿੱਚ ਮੈਡੀਕਲ ਦੇ ਪੱਖ ਤੋਂ, ਜੋ ਮੈਂ ਸਰੀਰ ਵਿਗਿਆਨ ਦਾ ਵਿਦਿਆਰਥੀ ਹਾਂ, ਮੈਂ ਸਰੀਰ ਵਿਗਿਆਨ ਪੜ੍ਹਿਆ, ਸਰੀਰ ਦੀ ਕਾਰਜ ਪ੍ਰਣਾਲੀ ਪੜ੍ਹੀ ਹੈਗੀ ਹੈ, ਤੇ ਜੇ ਅਸੀਂ ਉਹਨੂੰ ਦੇਖੀਏ ਤਾਂ ਸਰੀਰ ਸਾਡਾ ਬਿਮਾਰ ਹੋਣ ਵਾਸਤੇ ਬਣਿਆ ਨਹੀਂ ਹੈਗਾ। ਕੁਦਰਤ ਨੇ ਸਾਡਾ ਸਰੀਰ ਇਸ ਤਰ੍ਹਾਂ ਉਹਦੀ ਰਚਨਾ ਕੀਤੀ ਹੈ ਕਿ ਉਹ ਬਿਮਾਰ ਹੋਣ ਵਾਸਤੇ ਨਹੀਂ ਹੈਗਾ। ਬਿਮਾਰ ਹੋਣ ਦੇ ਕਾਰਨ ਕਿਤੇ ਹੋਰ ਪਏ ਨੇ, ਸਾਡੇ ਬਾਹਰ ਪਏ ਨੇ, ਪਰ ਸਰੀਰ ਦੇ ਅੰਦਰ ਜੇ ਉਹ ਬਿਮਾਰ ਹੋਣ ਦੇ ਕਾਰਨ ਹੈਗੇ ਵੀ ਨੇ ਤਾਂ ਸਾਡੇ ਅੰਦਰ ਸਰੀਰ ਦੇ ਵਿੱਚ ਉਹਨਾਂ ਨੂੰ ਮੁਰੰਮਤ ਕਰਨ ਦੀ, ਉਹਨੂੰ ਠੀਕ ਕਰਨ ਦੀ ਵੀ ਅੰਦਰ ਦੀ ਤਾਕਤ ਮਤਲਬ ਕਿ ਸਾਨੂੰ ਕੁਦਰਤ ਨੇ ਦਿੱਤੀ ਹੈ। ਪਹਿਲੀ ਗੱਲ ਤਾਂ ਇਹ ਹੈ ਵੀ ਸਾਨੂੰ ਮਤਲਬ ਕਿ ਸਰੀਰ ਜਿਹੜਾ ਹੈ ਸਾਡਾ ਉਹ ਕੁਦਰਤ ਨੇ ਬਿਮਾਰ ਹੋਣ ਵਾਸਤੇ ਨਹੀਂ ਬਣਾਇਆ ਹੈ। ਮੈਂ ਤੁਹਾਨੂੰ ਇਹ ਗੱਲ ਇਸ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ। ਤੁਸੀਂ ਡਾਕਟਰ ਕੋਲ ਜਾਂਦੇ ਹੋ, ਡਾਕਟਰ ਤੁਹਾਨੂੰ ਕਹਿੰਦੇ ਨੇ ਤੇਰੇ ਮਤਲਬ ਕਿ ਪੇਟ ਵਿੱਚ ਖਰਾਬੀ ਹੈ, ਤੇਰੇ ਫੇਫੜਿਆਂ ਵਿੱਚ ਖਰਾਬੀ ਹੈ, ਤੇਰੀ ਜਿਗਰ ਦੇ ਵਿੱਚ ਖਰਾਬੀ ਹੈ, ਤੇਰੀ ਕਿਡਨੀ ਦੇ ਵਿੱਚ ਨੁਕਸ ਹੈਗਾ, ਤੁਹਾਡੇ ਮਤਲਬ ਕਿ ਹੋਰ ਜਿਹੜਾ ਵੀ ਕੋਈ ਸਰੀਰ ਦੇ ਜਿਹੜੇ ਅੰਗ ਨੇ ਜਿੰਨੇ ਮੈਂ ਨਾਮ ਗਿਣਾਏ ਨੇ, ਕਿਤੇ ਵੀ ਉਹ ਕਹਿ ਸਕਦਾ ਵੀ ਤੁਹਾਡੇ ਇੱਥੇ ਨੁਕਸ ਹੈਗਾ ਤੇ ਆਹ ਦਵਾਈ ਤੂੰ ਲੈ ਤੇ ਆਹ ਦਵਾਈ ਨਾਲ ਤੂੰ ਠੀਕ ਹੋ ਜਾਏਗਾ। ਤੁਹਾਨੂੰ ਕਦੇ ਕਿਸੇ ਡਾਕਟਰ ਨੇ ਇਹ ਕਿਹਾ ਕਿ ਤੁਹਾਡੇ ਸਰੀਰ ਦੇ ਅੰਦਰ ਇੱਕ ਸੁਰੱਖਿਆ ਪ੍ਰਣਾਲੀ ਹੈਗੀ ਹੈ। ਸਾਡੇ ਸਰੀਰ ਦੇ ਬਹੁਤ ਹੀ ਅਹਿਮ ਜਿਹੜਾ ਸਿਸਟਮ ਹੈਗਾ, ਰੈਸਪੀਰੇਟਰੀ ਸਿਸਟਮ ਹੈ, ਸਾਹ ਦੀ ਪ੍ਰਣਾਲੀ, ਡਾਈਜੈਸਟਿਵ ਸਿਸਟਮ ਹੈਗਾ, ਖੁਰਾਕ ਵਾਸਤੇ ਪਚਣ ਦੀ ਪ੍ਰਣਾਲੀ, ਇਸ ਤਰੀਕੇ ਨਾਲ ਮਤਲਬ ਕਿ ਸਾਡਾ ਇੱਕ ਸਰਕੂਲੇਟਰੀ ਸਿਸਟਮ ਹੈ ਜਿਹੜਾ ਬਲੱਡ ਨੂੰ ਸਰਕੂਲੇਟ ਕਰਦਾ ਹੈ ਸਾਡੀ ਸਾਰੀ ਬੋਡੀ ਦੇ ਵਿੱਚ। ਇਹ ਸਿਸਟਮ ਨੇ ਇੱਕ ਸਿਸਟਮ ਹੈਗਾ ਜਿਹੜਾ ਸਾਡਾ ਇਮਿਊਨ ਸਿਸਟਮ ਹੈਗਾ, ਜਿਹਨੂੰ ਅਸੀਂ ਸੁਰੱਖਿਆ ਪ੍ਰਣਾਲੀ ਕਹਿੰਦੇ ਹਾਂ। ਕਦੇ ਤੁਹਾਨੂੰ ਕਿਸੇ ਡਾਕਟਰ ਨੇ ਅੱਜ ਤੱਕ ਕਿਹਾ ਕਿ ਤੇਰੀ ਸੁਰੱਖਿਆ ਪ੍ਰਣਾਲੀ ਦੇ ਵਿੱਚ ਨੁਕਸ ਹੈਗਾ? ਕੋਈ ਨਹੀਂ ਦੱਸਦਾ। ਕਿਉਂ? ਕਿ ਸੁਰੱਖਿਆ ਪ੍ਰਣਾਲੀ ਹੀ ਅਸਲ ਦੇ ਵਿੱਚ ਸਾਡੇ ਸਾਰੇ ਜਿਹੜੇ ਰੋਗ ਨੇ, ਸਾਡੀ ਸਾਰੀ ਬਿਮਾਰੀਆਂ ਨੇ, ਉਸ ਦਾ ਕਾਰਨ ਸੁਰੱਖਿਆ ਪ੍ਰਣਾਲੀ ਦੇ ਵਿੱਚ ਨੁਕਸ ਹੈਗਾ। ਸੁਰੱਖਿਆ ਪ੍ਰਣਾਲੀ ਦਾ ਨੁਕਸ ਜਿਹੜਾ ਹੈਗਾ ਅੱਗੋਂ ਉਹ ਅਲੱਗ-ਅਲੱਗ ਬੰਦਿਆਂ ਦੇ ਉੱਤੇ, ਤੁਹਾਡੇ ਉੱਤੇ ਹੋ ਸਕਦਾ ਕਿ ਉਹ ਲੰਗਸ ਦੇ ਉੱਪਰ ਅਸਰ ਕਰ ਜਾਏ, ਕਿਸੇ ਦੀ ਮਤਲਬ ਕਿ ਕਿਡਨੀ ਤੇ ਅਸਰ ਕਰ ਜਾਏ, ਕਿਸੇ ਦਾ ਪੇਟ ਤੇ ਅਸਰ ਕਰ ਜਾਏ। ਇਹ ਅਸਲ ਸਾਰੇ ਨਤੀਜਾ ਹੈਗੇ ਨੇ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਨਾ ਸਮਝਣ ਦਾ। ਇਹ ਨਹੀਂ ਕਿ ਡਾਕਟਰ ਨੂੰ ਪਤਾ ਨਹੀਂ ਹੁੰਦਾ। ਵੈਸੇ ਤਾਂ ਜੇ ਮੈਂ ਕਹਾ ਕਿ ਸਾਡੀ ਜਿਹੜੀ ਮੈਡੀਕਲ ਵਿਗਿਆਨ ਹੈਗਾ, ਮੈਂ ਇਹ ਗੱਲ ਪੂਰੇ ਮਤਲਬ ਕਿ ਜ਼ਿੰਮੇਵਾਰੀ ਨਾਲ ਕਹਿਣਾ ਵੀ ਇਸ ਦੇ ਬਾਰੇ ਜਿੰਨਾ ਸਾਨੂੰ ਪੜ੍ਹਾਇਆ ਜਾਣਾ ਚਾਹੀਦਾ ਹੈਗਾ, ਜਿੰਨਾ ਅਸੀਂ ਮੈਂ ਆਪ ਅਧਿਆਪਕ ਹਾਂ, ਜਿੰਨਾ ਵਿਦਿਆਰਥੀਆਂ ਨੂੰ ਪੜ੍ਹਾਉਣਾ ਚਾਹੀਦਾ ਹੈਗਾ, ਅਸੀਂ ਨਹੀਂ ਪੜ੍ਹਾਉਂਦੇ। ਉਸ ਦਾ ਵੀ ਕਾਰਨ ਹੈਗਾ ਕਿ ਉਹ ਸਾਡੇ ਸਿਲੇਬਸ ਦੇ ਵਿੱਚ ਉਹਦੀ ਬਹੁਤ ਅਹਿਮ ਥਾਂ ਵੀ ਨਹੀਂ ਹੈਗੀ। ਪਰ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਅਸੀਂ ਸਿਰਫ ਤੇ ਸਿਰਫ ਜਿਹੜਾ ਸਾਡਾ ਵਿਗਿਆਨ ਹੈਗਾ ਉਹ ਬਿਮਾਰੀ ਕੇਂਦਰਿਤ ਹੈਗਾ, ਸਿਹਤ ਕੇਂਦਰਿਤ ਨਹੀਂ ਹੈਗਾ। ਜੇ ਮੰਨ ਲਓ ਤੁਸੀਂ ਬਿਮਾਰ ਹੋ ਵੀ ਗਏ, ਕੋਈ ਬਿਮਾਰ ਹੋ ਗਿਆ, ਉਹ ਤੁਸੀਂ ਡਾਕਟਰ ਕੋਲ ਗਏ, ਡਾਕਟਰ ਨੇ ਦੇਖਿਆ ਵੀ ਇਮੀਡੀਏਟਲੀ ਤੁਹਾਨੂੰ ਹੁਣ ਇਸ ਵਕਤ ਦਵਾਈ ਦੀ ਲੋੜ ਹੈਗੀ ਹੈ, ਤੁਹਾਨੂੰ ਇਲਾਜ ਦੀ ਲੋੜ ਹੈਗੀ ਹੈ, ਉਹ ਇਲਾਜ ਕਰੇ। ਪਰ ਇਲਾਜ ਕਰਨ ਤੋਂ ਬਾਅਦ ਉਹ ਦੱਸੇ ਕਿ ਅਸਲ ਦੇ ਵਿੱਚ ਇਹ ਬਿਮਾਰੀ ਹੋਈ ਕਿਉਂ ਸੀ, ਵੀ ਹੁਣ ਇਹ ਅੱਗੇ ਤੋਂ ਨਾ ਹੋਵੇ। ਇਹਨਾਂ ਗੱਲਾਂ ਦਾ ਖਿਆਲ ਰੱਖਣਾ। ਆਪਣੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਹੈ, ਉਹਨੂੰ ਤੁਸੀਂ ਮਜ਼ਬੂਤ ਕਰੋ। ਸੁਰੱਖਿਆ ਪ੍ਰਣਾਲੀ ਤੋਂ ਪੰਜਾਬੀ ਸਮਝ ਸਕਦੇ ਹਾਂ ਕਿ ਇਹ ਸਾਡੀ ਮਤਲਬ ਕਿ ਫੌਜਾਂ ਨੇ ਸਾਡੇ ਸਰੀਰ ਦੇ ਅੰਦਰ, ਜਿਹੜੀਆਂ ਮਤਲਬ ਕਿ ਸਾਨੂੰ ਬਿਮਾਰ ਹੋਣ ਤੋਂ ਰੋਕਦੀਆਂ ਨੇ, ਜਾਂ ਕੋਈ ਬਿਮਾਰੀ ਦਾ ਅਟੈਕ ਹੋਵੇ ਤਾਂ ਉਹਦੇ ਉੱਤੇ ਉਹ
ਹਮਲਾ ਕਰਕੇ ਉਹ ਜਿਹੜੇ ਸਾਡੇ ਬਾਹਰੋਂ ਆ ਰਹੇ, ਚਾਹੇ ਉਹ ਜਰਮ ਨੇ, ਚਾਹੇ ਉਹ ਕੈਮੀਕਲ ਨੇ, ਚਾਹੇ ਪੋਲਿਊਸ਼ਨ ਹੈ, ਚਾਹੇ ਉਹ ਵਾਇਰਸ ਨੇ, ਚਾਹੇ ਉਹ ਬੈਕਟੀਰੀਆ ਨੇ, ਚਾਹੇ ਫੰਗਸ ਹੈ, ਕੋਈ ਵੀ ਇਹੋ ਜਿਹੀ ਚੀਜ਼ ਹੈਗੀ ਹੈ ਜਿਹੜੀ ਉਹ ਅੰਦਰ ਜਾਂਦੀ ਹੈ ਤਾਂ ਉਹ ਇਮੀਡੀਏਟਲੀ ਉਸਦੇ ਨਾਲ ਉਹ ਲੜਾਈ ਕਰਦੇ ਨੇ ਤੇ ਉਹ ਉਹਨਾਂ ਨੂੰ ਆਪਣਾ ਅਸਰ ਦਿਖਾਉਣ ਤੋਂ ਪਹਿਲਾਂ ਹੀ ਖਤਮ ਕਰ ਦਿੰਦੇ ਨੇ। ਇਹ ਗੱਲ ਵੱਖਰੀ ਹੈ ਕਿ ਆਪਾਂ ਦੇਖਦੇ ਹਾਂ ਕਿ ਉਹ ਅਲੱਗ-ਅਲੱਗ, ਜਿਵੇਂ ਆਪਾਂ ਕਰੋਨਾ ਦਾ ਹੀ ਮਤਲਬ ਉਦਾਹਰਨ ਲੈ ਲਈਏ, ਹੁਣ ਵੀ ਆਪਾਂ ਕਹਿ ਰਹੇ ਹਾਂ ਕਿ 81% ਦਾ ਹੁਣ ਆંકੜਾ ਹੈਗਾ ਕਿ 81% ਲੋਕ ਜਿਹੜੇ ਨੇ ਉਹ ਖੁਦ ਬ ਖੁਦ ਜਿਹੜੇ ਨੇ ਉਹਨਾਂ ਨੂੰ ਹਲਕੀ ਜਿਹੀ ਬਿਮਾਰੀ ਹੁੰਦੀ ਹੈ ਤੇ ਉਹ ਠੀਕ ਹੋ ਜਾਂਦੇ ਨੇ। ਉਹਨਾਂ ਦੇ ਪਿੱਛੇ ਜੇ ਆਪਾਂ ਦੇਖਾਂਗੇ, ਆਪਾਂ ਅਧਿਐਨ ਕਰਕੇ, ਤਾਂ ਉਹ 81% ਉਹ ਨੇ ਜਿਨ੍ਹਾਂ ਦਾ ਜਿਹੜਾ ਹੈ ਸਾਡਾ ਇਮਿਊਨ ਸਿਸਟਮ, ਜਿਨ੍ਹਾਂ ਦੀ ਸੁਰੱਖਿਆ ਪ੍ਰਣਾਲੀ ਬਹੁਤ ਮਜ਼ਬੂਤ ਹੈਗੀ ਹੈ। ਜਿੱਥੇ ਉਹ ਵਾਇਰਸ ਜਾਂਦਾ ਹੈਗਾ ਤੇ ਉਹ ਵਾਇਰਸ ਜਿਹੜਾ ਹੈਗਾ ਉਹ ਮਤਲਬ ਕਿ ਉਹ ਖਾਰਜ ਹੋ ਜਾਂਦਾ ਹੈਗਾ, ਸਾਡੀ ਸੁਰੱਖਿਆ ਪ੍ਰਣਾਲੀ ਉਹਨੂੰ ਖਤਮ ਕਰ ਦਿੰਦੀ ਹੈਗੀ ਹੈ। ਜਿਹੜੇ ਫਿਰ 13-14% ਬੰਦੇ ਹੈਗੇ ਨੇ ਉਹ ਨੇ ਜਿਨ੍ਹਾਂ ਨੂੰ ਥੋੜਾ ਜਿਹਾ ਮਤਲਬ ਕਿ ਬੁਖਾਰ ਹੁੰਦਾ ਹੈ, ਸਿੰਪਟਮ ਥੋੜੇ ਜਿਹੇ ਵੱਧ ਹੁੰਦੇ ਨੇ ਤੇ ਉਹਨਾਂ ਨੂੰ ਥੋੜੀ ਬਹੁਤੀ ਦਵਾਈ ਦੇ ਨਾਲ ਉਹ ਵੀ ਠੀਕ ਹੋ ਜਾਂਦੇ ਨੇ। ਯਾਨੀ ਕਹਿਣ ਦਾ ਮਤਲਬ ਆਪਾਂ ਜੇ ਹਿਸਾਬ ਲਾਈਏ ਤਾਂ ਅੱਜ ਦੀ ਤਰੀਕ ਦੇ ਵਿੱਚ ਵੀ 97% ਲੋਕ ਜਿਹੜੇ ਨੇ ਉਹ ਠੀਕ ਹੋ ਜਾਂਦੇ ਨੇ ਜਿਨ੍ਹਾਂ ਨੂੰ ਇਹ ਕਰੋਨਾ ਹੁੰਦਾ ਹੈਗਾ। ਇਹ 97% ਉਹੀ ਨੇ ਜਿਨ੍ਹਾਂ ਦੀ ਸੁਰੱਖਿਆ ਪ੍ਰਣਾਲੀ ਜਿਹੜੀ ਹੈਗੀ ਹੈ ਕਾਫੀ ਹੱਦ ਤੱਕ ਮਜ਼ਬੂਤ ਹੈਗੀ ਹੈ। ਤੇ ਜਿਹੜੇ ਆਪਾਂ ਹੁਣ 3% ਦੀ ਵੀ ਜੇ ਗੱਲ ਕਰੀਏ ਇਮਿਊਨ ਸਿਸਟਮ ਨਾਲ ਜੋੜ ਕੇ, ਤਾਂ ਇਹ ਵੀ ਗੱਲ ਆ ਰਹੀ ਹੈ। ਹੁਣ ਆਪਣੇ ਪੰਜਾਬ ਦੇ ਆંકੜੇ ਆਏ ਨੇ ਜਿਹੜੇ ਅਜੇ ਤੱਕ 44-45 ਜਿਹੜੀਆਂ ਡੈਥਸ ਹੋਈਆਂ ਨੇ ਉਹਨਾਂ ਦਾ ਆંકੜੇ ਆਏ ਨੇ, ਉਹਨਾਂ ਦਾ ਵਿਸ਼ਲੇਸ਼ਣ ਆਇਆ ਕਿ ਉਹ ਬੰਦੇ ਸੀਗੇ ਜਿਨ੍ਹਾਂ ਦੀ ਡੈਥ ਹੋਈ ਹੈ ਜਿਨ੍ਹਾਂ ਦਾ ਇਮਿਊਨ ਸਿਸਟਮ ਬਹੁਤ ਜ਼ਿਆਦਾ ਕਮਜ਼ੋਰ ਸੀ, ਜਾਂ ਤਾਂ ਉਹ ਉਮਰ ਕਰਕੇ ਕਮਜ਼ੋਰ ਸੀ, ਸਾਰੇ ਲਗਭਗ ਜਿਹੜੇ ਨੇ ਉਹ 60 ਸਾਲ ਤੋਂ ਉੱਪਰ ਨੇ, ਜਾਂ ਉਹਨਾਂ ਨੂੰ ਕੋਈ ਸ਼ੂਗਰ ਦੀ ਬਿਮਾਰੀ ਸੀ, ਜਾਂ ਉਹਨਾਂ ਨੂੰ ਏਡਸ ਸੀ, ਜਾਂ ਉਹਨਾਂ ਨੂੰ ਕੈਂਸਰ ਸੀ। ਯਾਨੀ ਕਹਿਣ ਦਾ ਪਹਿਲਾਂ ਹੀ ਕੋਈ ਬਿਮਾਰੀ ਸੀ ਜਿਸ ਦੇ ਕਰਕੇ ਉਹਨਾਂ ਦਾ ਇਮਿਊਨ ਸਿਸਟਮ ਕਮਜ਼ੋਰ ਸੀ, ਨਾਲੇ ਉਹ ਕੋਈ ਨਾ ਕੋਈ ਦਵਾਈਆਂ ਲੈ ਰਹੇ ਸੀਗੇ। ਦਵਾਈਆਂ ਵੀ ਸਾਡੀ ਬੋਡੀ ਨੂੰ ਸਗੋਂ ਕਮਜ਼ੋਰ ਕਰਦੀਆਂ ਨੇ। ਇਸ ਕਰਕੇ ਇਹ ਇਮਿਊਨ ਸਿਸਟਮ ਦੀ ਇਹ ਮਹੱਤਤਾ ਹੈਗੀ ਹੈ। ਇਹ ਸਿਰਫ ਆਪਾਂ ਅੱਜ ਕਰੋਨਾ ਦੇ ਦੌਰਾਨ ਇਸ ਦਾ ਥੋੜਾ ਜਿਹਾ ਮਹੱਤਵ ਵਧਿਆ ਹੈਗਾ, ਪਰ ਮੈਂ ਪਿਛਲੇ ਕਈ ਸਮੇਂ ਤੋਂ ਇਸ ਦੇ ਉੱਪਰ ਗੱਲ ਕਰਦਾ ਕਿ ਸਾਨੂੰ ਆਪਣੇ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਮਤਲਬ ਕੀ ਕਰਨਾ ਚਾਹੀਦਾ ਹੈ। ਮੈਨੂੰ ਇੱਕ ਹੋਰ ਉਦਾਹਰਨ ਨਾਲ ਸਮਝਾਉਣਾ ਕਿ ਇਹ ਕੁਦਰਤ ਨੇ, ਜਿਸ ਤਰ੍ਹਾਂ ਮੈਂ ਕਿਹਾ ਕਿ ਇਹ ਸਾਡਾ ਸਰੀਰ ਜਿਹੜਾ ਹੈ ਉਹ ਬਿਮਾਰ ਹੋਣ ਵਾਸਤੇ ਨਹੀਂ ਬਣਾਇਆ। ਤੁਸੀਂ ਸਾਰੀ ਕੁਦਰਤ ਵਿੱਚ ਦੇਖੋ ਕਿੰਨੇ ਸਾਰੇ ਜੀਵ ਨੇ। ਹਸਪਤਾਲ ਜਾਂ ਤਾਂ ਮਨੁੱਖਾਂ ਦੇ ਹੈਗੇ ਨੇ ਜਾਂ ਉਹਨਾਂ ਡੰਗਰਾਂ ਦੇ ਨੇ ਜਿਨ੍ਹਾਂ ਨੂੰ ਅਸੀਂ ਪਾਲਦੇ ਹਾਂ। ਉਹਨਾਂ ਨੂੰ ਅਸੀਂ ਆਪਣੇ ਹਿਸਾਬ ਨਾਲ ਪਾਲਦੇ ਹਾਂ, ਇਸ ਕਰਕੇ ਉਹ ਬਿਮਾਰ ਹੁੰਦੇ ਨੇ। ਅਸੀਂ ਆਪਣੇ ਹਿਸਾਬ ਨਾਲ ਉਹਨਾਂ ਨੂੰ ਚਾਰਾ ਖਵਾਉਂਦੇ ਹਾਂ, ਆਪਣੇ ਹਿਸਾਬ ਦੇ ਨਾਲ ਅਸੀਂ ਜਿਹੜੇ ਨੇ ਉਹਨਾਂ ਦੀਆਂ ਫੀਡ ਬਣਾਈਆਂ ਹੋਈਆਂ ਨੇ। ਉਹ ਕਿਉਂਕਿ ਅਸੀਂ ਕਿਸੇ ਤੋਂ ਦੁੱਧ ਲੈਣਾ ਹੈ, ਕਿਸੇ ਤੋਂ ਕੁਛ ਲੈਣਾ ਹੈ, ਉਹਦੇ ਪਿੱਛੇ ਸਾਡਾ ਇੱਕ ਲਾਲਚ ਹੈ ਵੀ ਤਾਂ ਕਿ ਦੁੱਧ ਵੱਧ ਦੇਵੇ, ਕੁਝ ਦੇਵੇ। ਉਹ ਵੀ ਕੁਦਰਤ ਦੇ ਤੌਰ ਦੇ ਉੱਤੇ ਆਪਣੀ ਜ਼ਿੰਦਗੀ ਨਹੀਂ ਜੀ ਰਹੇ ਹੁੰਦੇ ਜਿਵੇਂ ਅਸੀਂ ਕੁਦਰਤ ਦੇ ਤੌਰ ਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਨਹੀਂ ਜੀ ਰਹੇ। ਉਸ ਤਰੀਕੇ ਤੁਸੀਂ ਇਹ ਦੇਖੋ ਕਿ ਲੱਖਾਂ ਹੀ ਜਾਨਵਰਾਂ ਦੀ ਕਿਸਮਾਂ ਨੇ ਜੰਗਲ ਦੇ ਵਿੱਚ। ਤੁਸੀਂ ਦੇਖੋ ਜੰਗਲ ਦੇ ਵਿੱਚ ਕਦੇ ਕੋਈ ਇੱਕ ਅਦਾ ਜੀਵ ਜਾਂ ਕੋਈ ਖਾਸ ਬਿਮਾਰੀ ਫੈਲੇ ਤਾਂ ਉੱਥੇ ਲੱਗਦਾ ਹੈ ਕਿ ਵੀ ਇੱਕ ਬਿਮਾਰੀ ਫੈਲੀ ਹੈਗੀ ਹੈ ਤੇ ਕੁਝ ਜੀਵ ਜਿਹੜੇ ਨੇ ਬਹੁਤ ਜ਼ਿਆਦਾ ਗਿਣਤੀ ਵਿੱਚ ਮਰ ਗਏ ਨੇ। ਪਰ ਆਮ ਤੌਰ ਤੇ ਤੁਸੀਂ ਰੋਜ਼ਮर्रा ਕਦੇ ਇਹ ਘੱਟ ਹੀ ਸੁਣੋਗੇ ਵੀ ਕੋਈ ਜੀਵ ਜਿਹੜੇ ਨੇ ਉਹ ਬਿਮਾਰ ਪੈ ਰਹੇ ਨੇ, ਮਰ ਰਹੇ ਨੇ ਜੰਗਲ ਦੇ ਵਿੱਚ। ਕਦੇ ਇਸ ਤਰ੍ਹਾਂ ਤੁਸੀਂ ਨਹੀਂ ਸੁਣਿਆ ਹੋਊਗਾ। ਤੇ ਇਹਦਾ ਇੱਕੋ ਇੱਕ ਕਾਰਨ ਹੈਗਾ ਕਿ ਉਹ ਸਾਰੇ ਜੀਵ ਕੁਦਰਤ ਦੇ ਨਾਲ ਜੁੜ ਕੇ ਰਹਿੰਦੇ ਨੇ, ਇੱਕਮਿਕ ਹੋ ਕੇ ਰਹਿੰਦੀ ਹੈ। ਜੋ ਕੁਦਰਤ ਨੇ ਉਹਨਾਂ ਦੇ ਵਾਸਤੇ ਬਣਾਇਆ ਹੈਗਾ ਉਸ ਹਿਸਾਬ ਨਾਲ ਉਹ ਉਹਨੂੰ ਖਾਂਦੇ ਹੈ। ਤਾਂ ਇਹ ਕੁਦਰਤ ਨਾਲ ਜਿਹੜੀ ਇੱਕਮਿਕਤਾ ਹੈਗੀ ਹੈ ਉਹ ਇੱਕ ਸਭ ਤੋਂ ਵੱਡਾ ਕਾਰਨ ਹੈਗਾ ਜਿਹੜਾ ਸਾਡੇ ਇਮਿਊਨ ਸਿਸਟਮ ਨੂੰ, ਯਾਨੀ ਕਿ ਕੁਦਰਤ ਦੇ ਹਿਸਾਬ ਨਾਲ ਰਹੋਗੇ ਤਾਂ ਕੁਦਰਤ ਸਾਡੇ ਇਮਿਊਨ ਸਿਸਟਮ ਨੂੰ ਵਧੀਆ ਬਣਾ ਕੇ ਰੱਖੂਗੀ ਤੇ ਉਹ ਬਿਮਾਰ ਨਹੀਂ ਪਊਗਾ। ਤਾਂ ਹੁਣ ਆਪਾਂ ਅਗਲੀ ਗੱਲ ਜਿਹੜੀ ਕਰਦੇ ਹੈਗੇ ਆ ਵੀ ਇਹ ਇਮਿਊਨ ਸਿਸਟਮ ਜਿਹੜਾ ਹੈਗਾ ਇਹਦੀਆਂ ਲੋੜਾਂ ਕੀ ਨੇ। ਯਾਨੀ ਕਿ ਜਿਹੜੇ ਫੌਜੀ ਨੇ ਸਾਡੇ, ਉਹਨਾਂ ਦੀ ਤਾਕਤ ਕਿੱਥੋਂ ਆਵੇ ਜਿਨ੍ਹਾਂ ਨੇ ਲੜਨਾ ਹੈਗਾ ਸਾਡੀਆਂ ਬਿਮਾਰੀਆਂ ਦੇ ਨਾਲ, ਸਰੀਰ ਦੇ ਅੰਦਰ ਜਾ ਰਹੇ ਵਾਇਰਸ ਦੇ ਨਾਲ, ਬੈਕਟੀਰੀਆ ਦੇ ਨਾਲ, ਈਵਨ ਪੋਲਿਊਸ਼ਨ ਦੇ ਜਿਹੜੇ ਕਾਰਨ ਨੇ, ਕਾਰਬਨ ਡਾਈਆਕਸਾਈਡ ਹੈ, ਹੋਰ ਜੋ ਵੀ ਅੰਦਰ ਸਾਡੇ ਅੰਦਰ ਵੀ ਰੋਜ਼ ਟੁੱਟ ਭੱਜ ਹੁੰਦੀ ਹੈ। ਅਸੀਂ ਜੋ ਵੀ ਕੁਝ ਖਾਂਦੇ ਆ ਉਹਨਾਂ ਦੇ ਵਿੱਚੋਂ ਦੀ ਆਪਾਂ ਕੁਝ ਆਪਾਂ ਕਹਿ ਸਕਦੇ ਹਾਂ ਕਿ ਜਿਹੜੇ ਨੁਕਸਾਨ ਪਹੁੰਚਾਉਣ ਵਾਲੇ ਵੀ ਤੱਤ ਹੁੰਦੇ ਆ ਉਹ ਵੀ ਪੈਦਾ ਹੁੰਦੇ ਆ। ਇਹ ਜਿਹੜਾ ਸਾਡਾ ਇਮਿਊਨ ਸਿਸਟਮ ਹੈ ਉਹਨਾਂ ਨੂੰ ਵੀ ਨਾਲ ਦੀ ਨਾਲ ਹੀ ਮਤਲਬ ਕਿ ਖਾਰਜ ਕਰਦਾ ਹੈਗਾ। ਕੁਝ ਤਾਂ ਅਸੀਂ ਮਤਲਬ ਕਿ ਆਪਣੇ ਦੋ ਸਾਡੇ ਰਸਤੇ ਹੈਗੇ ਨੇ, ਪਿਸ਼ਾਬ ਰਾਹੀਂ ਤੇ ਜਾਂ ਮਤਲਬ ਕਿ ਸਾਡੇ ਮਲ ਮੂਤਰ ਰਾਹੀਂ, ਅਸੀਂ ਇਹਨਾਂ ਦੋਵਾਂ ਤਰੀਕਿਆਂ ਦੇ ਨਾਲ ਆਪਣੇ ਜਿਹੜੇ ਕੁਝ ਨੁਕਸਾਨਦਾਇਕ ਤੱਤ ਨੇ ਉਹ ਬਾਹਰ ਕੱਢਦੇ ਹੈਗੇ ਹੈ। ਪਰ ਜਿਹੜੇ ਕੁਝ ਅੰਦਰ ਖੂਨ ਦੇ ਵਿੱਚ ਰਹਿ ਜਾਂਦੇ, ਬਰੀਕ ਕਣ ਹੁੰਦੇ ਨੇ, ਜਿਹੜੇ ਆਕਸੀਜਨ ਦੇ ਕਣ ਖਾਸ ਤੌਰ ਤੇ ਕਿਹਾ ਜਾਂਦਾ ਹੈਗਾ। ਆਕਸੀਜਨ ਦੇ ਨੇਸੈਂਟ ਆਕਸੀਜਨ ਦੀ ਜਿਹੜੀ ਹੈਗੀ ਹੈ, ਜੇ ਤੁਸੀਂ ਕੈਮੀਕਲ ਪਰਿਭਾਸ਼ਾ ਜਿਹੜੇ ਬੱਚੇ ਸਾਇੰਸ ਪੜ੍ਹਦੇ ਆ ਉਹ ਆਕਸੀਜਨ ਦੀ ਅਸੀਂ O2 ਕਹਿੰਦੇ ਹੈਗੇ ਆ। ਜਦੋਂ ਉਹ ਕੱਲੀ ਹੁੰਦੀ ਹੈ ਉਹਨੂੰ ਅਸੀਂ ਨੇਸੈਂਟ ਆਕਸੀਜਨ ਕਹਿੰਦੇ ਹੈਗੇ ਆ। ਉਹ ਸਾਡੇ ਅੰਦਰ ਰੋਜ਼ ਪੈਦਾ ਹੁੰਦੀ ਹੈ। ਉਹ ਵੀ
ਸਾਡੇ ਸਰੀਰ ਨੂੰ ਨੁਕਸਾਨ ਕਰਦੀ ਹੈ, ਤੋੜਦੀ ਹੈਗੀ ਹੈ, ਸਾਡੇ ਜਿਹੜੇ ਔਰਗਨਸ ਨੇ ਉਹਨਾਂ ਨੂੰ ਕਮਜ਼ੋਰ ਕਰਦੀ ਹੈਗੀ ਹੈ। ਪਰ ਜੇ ਅਸੀਂ ਆਪਣਾ ਇਮਿਊਨ ਸਿਸਟਮ ਠੀਕ ਰੱਖਦੇ ਹੈਗੇ ਆ ਤਾਂ ਉਹ ਇਮਿਊਨ ਸਿਸਟਮ ਜਿਹੜਾ ਹੈਗਾ ਉਹ ਉਸ ਨੂੰ ਵੀ ਰੋਜ਼ ਦੀ ਰੋਜ਼ ਉਹਨੂੰ ਖਾਰਿਜ ਕਰਦਾ ਹੈਗਾ। ਕਹਿਣ ਦਾ ਮਤਲਬ ਇਹ ਹੁਣ ਆਪਾਂ ਇੱਥੇ ਗੱਲ ਕਰਦੇ ਆ ਵੀ ਇਮਿਊਨ ਸਿਸਟਮ ਜਿਹੜੀ ਹੈਗੀ ਹੈ, ਉਹਦੇ ਜਿਹੜੇ ਫੌਜੀ ਹੈਗੇ ਨੇ, ਉਹਦੀ ਇੱਕ ਡਿਫੈਂਸ ਲਾਈਨ ਹੈ। ਦੇਖੋ, ਪਹਿਲੀ ਡਿਫੈਂਸ ਲਾਈਨ ਹੈ, ਇੱਕ ਸੈਕੰਡ ਡਿਫੈਂਸ ਲਾਈਨ ਹੈ, ਥਰਡ ਡਿਫੈਂਸ ਲਾਈਨ ਹੈ। ਇਹਦੇ ਵਿੱਚ ਫਰੰਟ ਤੇ ਲੜਨ ਵਾਲੇ ਫੌਜੀ ਨੇ, ਕੁਝ ਉਹਨਾਂ ਦੇ ਜਿਹੜੇ ਨੇ ਮਾਹਰ ਫੌਜੀ ਨੇ, ਕੁਝ ਉਹਨਾਂ ਨੂੰ ਟ੍ਰੇਨਿੰਗ ਦੇਣ ਵਾਲੇ ਫੌਜੀ ਨੇ। ਇਹ ਸਾਰਾ ਇੱਕ ਬਹੁਤ ਵਧੀਆ ਸਿਸਟਮ ਹੈਗਾ, ਜਿਹੜਾ ਕਿ ਤੁਸੀਂ ਵੀ ਜੇ ਖੁਦ ਪੜ੍ਹਨਾ ਚਾਹੋ ਤਾਂ ਤੁਸੀਂ ਮਤਲਬ ਕਿ ਜਿਹੜੇ ਅੱਜ ਗਿਆਨ ਦੀ ਕੋਈ ਸੀਮਾ ਨਹੀਂ ਹੈਗੀ ਹੈ। ਸਾਡੇ ਕੋਲੋਂ ਸਾਡੇ ਹੱਥ ਦੇ ਵਿੱਚ ਮੋਬਾਈਲ ਹੈਗਾ, ਤੁਸੀਂ ਉੱਥੇ ਵੀ ਇੰਟਰਨੈਟ ਦੇ ਰਾਹੀਂ ਇਹਨਾਂ ਚੀਜ਼ਾਂ ਨੂੰ ਮਤਲਬ ਕਿ ਦੇਖ ਸਕਦੇ ਹੈਗੇ ਹੋ। ਜੇ ਫਿਰ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਆਪ ਕਦੇ ਅੰਦਾਜ਼ਾ ਨਹੀਂ ਲਗਾਇਆ ਹੋਣਾ ਕਿ ਜਦੋਂ ਵੀ ਕੋਈ ਬਿਮਾਰ ਹੁੰਦਾ ਹੈਗਾ, ਡਾਕਟਰ ਸਭ ਤੋਂ ਪਹਿਲਾਂ ਸਿੰਪਲ ਤੋਂ ਸਿੰਪਲ ਜਿਹੜੇ ਟੈਸਟ ਕਰਵਾਉਂਦੇ ਨੇ, ਆਪਾਂ ਕਹਿੰਦੇ ਵੀ ਇੱਕ HB ਕਰਾ ਲਓ, ਇੱਕ TLC DLC ਕਰਵਾ ਲਓ। ਤੇ TLC DLC ਤੁਸੀਂ ਕਰਵਾਉਂਦੇ ਹੈਗੇ ਹੋ, ਯਾਨੀ ਕਿ ਚਿੱਟੇ ਜਿਹੜੇ ਹੈਗੇ ਨੇ ਸਾਡੇ ਸੈੱਲ ਖੂਨ ਦੇ ਉਹ ਹੁੰਦੇ ਨੇ, ਤੇ ਹੀਮੋਗਲੋਬਿਨ ਸਾਡੇ ਜਿਹੜੇ ਲਾਲ ਸੈੱਲ ਨੇ ਉਹਨਾਂ ਦਾ ਪਤਾ ਚੱਲਦਾ ਹੈਗਾ। ਲਾਲ ਸੈੱਲ ਜਿਹੜੇ ਸਾਡੇ ਉਹ ਸਾਡੀ ਜਿਹੜੀ ਹੈਗੀ ਹੈ ਉਹ ਇੱਕ ਵੱਖਰੀ ਤਾਕਤ ਹੈਗੀ ਹੈ। ਪਰ ਜਿਹੜੇ ਚਿੱਟੇ ਸੈੱਲ ਨੇ, ਉਹ ਜਿਹੜੇ ਸੈੱਲ ਨੇ ਉਹ ਅਸਲ ਦੇ ਵਿੱਚ ਸਾਡੀ ਫਸਟ ਡਿਫੈਂਸ ਲਾਈਨ ਹੈਗੀ ਹੈ, ਜਿਹੜੀ ਸਾਡੀ ਕੰਮ ਕਰਦੀ ਹੈਗੀ ਹੈ ਜਦੋਂ ਵੀ ਕੋਈ ਬੋਡੀ ਦੇ ਵਿੱਚ ਇਨਫੈਕਸ਼ਨ ਚਲੀ ਜਾਂਦੀ ਹੈਗੀ ਹੈ। ਤੁਸੀਂ ਟੈਸਟ ਕਰਾਓਗੇ, ਤੁਹਾਨੂੰ ਬਿਮਾਰ ਹੋਏ ਹੋ, ਤੁਸੀਂ DLC ਕਰਾਓਗੇ, ਵਧੀ ਹੋਊਗੀ। ਉਹ ਤਕਰੀਬਨ ਸਾਡੀ ਬੋਡੀ ਦੇ 7-8 ਹਜ਼ਾਰ ਸੈੱਲ ਹੁੰਦੇ ਨੇ, ਪਰ ਜਦੋਂ ਬਿਮਾਰ ਹੁੰਦਾ ਕੋਈ ਉਹ 11, 12, 13, 14 ਹਜ਼ਾਰ ਤੱਕ ਚਲੇ ਜਾਂਦੇ ਹੈਗੇ। ਇਹਨਾਂ ਦੇ ਵਧਣ ਦਾ ਕਾਰਨ ਇਹੀ ਹੈਗਾ ਕਿ ਇਹਨਾਂ ਮਤਲਬ ਸਾਡੇ ਜਿਹੜੇ ਫਰੰਟ ਲਾਈਨ ਦੇ ਫੌਜੀ ਉਹ ਇੱਕੋ ਦਮ ਹਰਕਤ 'ਚ ਆ ਗਏ ਨੇ ਤੇ ਉਹ ਹੁਣ ਉਹਨਾਂ ਨੇ ਲੜਨਾ ਸ਼ੁਰੂ ਕਰ ਦਿੱਤਾ ਹੈਗਾ। ਤਾਂ ਇੱਥੋਂ ਤੁਸੀਂ ਜਿਹੜਾ ਅੰਦਾਜ਼ਾ ਲਗਾ ਸਕਦੇ ਹੈਗੇ ਹੋ ਕਿ ਇਹ ਪਹਿਲੀ ਡਿਫੈਂਸ ਲਾਈਨ ਜਿਹੜੀ ਹੈਗੀ ਹੈ ਇਹ ਸਾਡੀ WBC ਹੈ। ਉਸ ਤੋਂ ਬਾਅਦ ਤੁਸੀਂ ਆਪਣੇ ਜੇ ਏਡਸ ਦੇ ਬਾਰੇ ਕਿਸੇ ਦਾ ਸੁਣਿਆ ਹੋਵੇ, ਕੋਈ ਟੈਸਟ ਜਿਹੜਾ ਹੁੰਦਾ ਉਹਨੂੰ CD4 ਸੈੱਲ ਕਹਿੰਦੇ ਆ, T ਸੈੱਲ ਕਹਿੰਦੇ ਆ, ਹੋਰ ਮਤਲਬ ਕਿ ਇਸ ਤਰ੍ਹਾਂ ਦੇ ਮਾਹਰ ਜਿਹੜੇ ਮਤਲਬ ਕਿ ਤਰ੍ਹਾਂ ਦੇ ਜਿਹੜੇ ਸਾਡੇ ਅੰਦਰ ਫੌਜਾਂ ਹੈਗੀਆਂ ਨੇ ਜਿਹੜੀਆਂ ਮਤਲਬ ਕਿ ਸਾਡੀ ਬਿਮਾਰੀ ਨੂੰ ਲੜਨ ਵਾਸਤੇ ਕੰਮ ਕਰਦੇ ਨੇ। ਹੁਣ ਜਿਹੜੀ ਆਪਾਂ ਗੱਲ ਕਰਦੇ ਹਾਂ ਵੀ ਇਹਨਾਂ ਫੌਜਾਂ ਨੂੰ ਤਾਕਤ ਦੇਣ ਵਾਸਤੇ ਕੀ ਚਾਹੀਦਾ ਹੈਗਾ, ਇਹਨਾਂ ਫੌਜਾਂ ਨੂੰ ਤਾਕਤ ਦੇਣ ਦੇ ਵਾਸਤੇ ਜਿਹਨੂੰ ਆਪਾਂ ਇਮਿਊਨਿਟੀ ਬੂਸਟਰ ਕਹਿੰਦੇ ਆ, ਇਹਨਾਂ ਨੂੰ ਬੂਸਟ ਕਰਨ ਵਾਸਤੇ, ਇਹਨਾਂ ਦੀ ਤਾਕਤ ਨੂੰ ਵਧਾਉਣ ਦੇ ਵਾਸਤੇ ਕਿਹੜੀ ਚੀਜ਼ਾਂ ਦੀ ਲੋੜ ਹੈਗੀ ਹੈ। ਸਭ ਤੋਂ ਪਹਿਲੀ, ਸਭ ਤੋਂ ਵੱਡੀ ਜਿਹੜੀ ਲੋੜ ਹੈਗੀ ਹੈ ਉਹ ਹੈਗੀ ਹੈ ਖੁਰਾਕ ਦੀ। ਕਿਉਂਕਿ ਅਸੀਂ ਖੁਰਾਕ ਨਾਲ ਹੀ, ਜਿਵੇਂ ਕਹਿੰਦੇ ਵੀ ਸਾਡੀ ਮਸ਼ੀਨ ਚੱਲਦੀ ਹੈ, ਅਸੀਂ ਇਹਨੂੰ ਉਦਾਹਰਨ ਵੀ ਦਿੰਦੇ ਹਾਂ ਵੀ ਜਿਹੜਾ ਸਾਡਾ ਪੈਟਰੋਲ ਹੈਗਾ ਬੋਡੀ ਦੇ ਅੰਦਰ ਜਾਣ ਵਾਲਾ, ਉਹਦੇ ਨਾਲ ਇੱਕ ਕੋਈ ਕਾਰ ਚੱਲਦੀ ਹੈ, ਉਵੇਂ ਸਾਡੀ ਖੁਰਾਕ ਨਾਲ ਸਾਡੀ ਜਿਹੜੀ ਹੈਗੀ ਬੋਡੀ ਚੱਲਦੀ ਹੈਗੀ ਹੈ। ਬਿਲਕੁਲ ਠੀਕ ਹੈਗੀ ਹੈ। ਪਰ ਗੱਲ ਇਹ ਹੈ ਕਿ ਹੁਣ ਅਸੀਂ ਮਤਲਬ ਕਿ ਆਪਣੇ ਅੰਦਰ ਖੁਰਾਕ ਕਿਹੋ ਜਿਹੀ ਪਾਣੀ ਹੈ ਜਿਹੜੀ ਸਾਡੀ ਇਹਨਾਂ ਮਤਲਬ ਕਿ ਮੁੱਖ ਤੌਰ ਤੇ ਜਿਹੜੀ ਸਾਡੇ ਇਮਿਊਨ ਸਿਸਟਮ ਨੂੰ ਤੇ ਬਾਕੀ ਵੀ ਜਿਹੜਾ ਲੋੜਾਂ ਹੋਰ ਨੇ ਸਾਡੀਆਂ ਖੁਰਾਕ ਦੇ ਹਿਸਾਬ ਨਾਲ ਉਹ ਪੂਰੀਆਂ ਹੋਣ। ਜੇ ਹੁਣ ਉਹੀ ਗੱਲ ਹੈਗੀ ਹੈ, ਜੇ ਗੱਡੀ ਪੈਟਰੋਲ ਤੇ ਚੱਲਦੀ ਹੈ ਤੇ ਤੁਸੀਂ ਉੱਤੇ ਡੀਜ਼ਲ ਪਾਓਗੇ ਤਾਂ ਉਹ ਉਹਨੂੰ ਖਰਾਬ ਵੀ ਕਰੂਗੀ ਤੇ ਉਹ ਗੱਡੀ ਨੂੰ ਵੀ ਖਰਾਬ ਕਰੂਗੀ, ਨਾਲੇ ਉਹ ਉਹਨਾਂ ਮਤਲਬ ਕਿ ਆਪਣਾ ਕੰਮ ਵੀ ਨਹੀਂ ਕਰ ਸਕੂਗੀ। ਉਸ ਤਰੀਕੇ ਨਾਲ ਸਾਨੂੰ ਜਿਹੜੀ ਜੋ ਲੋੜ ਹੈਗੀ ਹੈ ਖੁਰਾਕ ਦੇ ਵਾਸਤੇ, ਦੇਖੋ ਮੁੱਖ ਤੌਰ ਤੇ ਸਾਨੂੰ 3 ਹਿੱਸਿਆਂ ਦੇ ਵਿੱਚ ਖੁਰਾਕ ਜਿਹੜੀ ਹੈਗੀ ਹੈ ਉਹ ਵੰਡ ਕੇ ਖਾਣੀ ਚਾਹੀਦੀ ਹੈ। ਪਹਿਲੀ ਹੈ ਜਿਹੜੀ ਅਸੀਂ ਰੋਜ਼ ਤੁਰਦੇ ਫਿਰਦੇ ਹਾਂ, ਕੰਮ ਕਰਦੇ ਹਾਂ, ਹਰਕਤ ਚ ਆਉਂਦੇ ਹਾਂ, ਉਹਦੇ ਵਾਸਤੇ ਤੁਸੀਂ ਸਾਰਿਆਂ ਨੇ ਇਹ ਸ਼ਬਦ ਸੁਣਿਆ ਵੀ એનર્ਜੀ ਚਾਹੀਦੀ ਹੈਗੀ ਹੈ, ਊਰਜਾ ਵਾਸਤੇ ਖੁਰਾਕ ਚਾਹੀਦੀ ਹੈ, ਪਹਿਲੀ ਗੱਲ। ਦੂਜਾ, ਜਿਹੜੀ ਸਾਡੇ ਮਤਲਬ ਕਿ ਬੋਡੀ ਦੇ ਵਿੱਚ ਰੋਜ਼ ਬਹਿ ਕੇ ਟੁੱਟ ਭੱਜ ਹੁੰਦੀ ਹੈਗੀ ਹੈ, ਉਹਦੇ ਰਿਪੇਅਰ ਕਰਨ ਵਾਸਤੇ, ਉਹਦੀ ਮੁਰੰਮਤ ਕਰਨ ਦੇ ਵਾਸਤੇ ਸਾਨੂੰ ਪ੍ਰੋਟੀਨ ਚਾਹੀਦੇ ਨੇ। ਬੱਚਿਆਂ ਦੇ ਵਾਸਤੇ ਜਿਹੜਾ ਗਰੋਥ ਕਰ ਰਿਹਾ ਹੈਗਾ, ਬੱਚਾ ਜਦੋਂ ਪੈਦਾ ਹੁੰਦਾ ਹੈਗਾ ਅਸੀਂ ਦੇਖਦੇ ਹਾਂ ਕਿ ਤਕਰੀਬਨ ਉਹ 16-17 ਸਾਲ ਤੱਕ ਪੂਰਾ ਕੱਦ ਕੱਢ ਲੈਂਦਾ ਹੈਗਾ। ਉਹ ਕੱਦ ਕੱਢਣ ਦੇ ਵਾਸਤੇ ਉਹਨੂੰ ਪ੍ਰੋਟੀਨ ਚਾਹੀਦੀ ਹੁੰਦੇ ਨੇ। ਪਰ ਜਦੋਂ ਆਦਮੀ ਜਿਹੜਾ ਹੈਗਾ ਪੂਰਾ ਮਤਲਬ ਕਿ ਆਪਣੀ ਹਾਈਟ ਵੇਟ ਪੂਰਾ ਉਹ ਲੈ ਲੈਂਦਾ ਹੈਗਾ 18-19 ਸਾਲ ਤੱਕ, ਜਦੋਂ ਨੌਜਵਾਨ ਹੋ ਜਾਂਦਾ ਹੈ, ਉਸ ਤੋਂ ਬਾਅਦ ਉਹਦਾ ਕੱਦ ਵਗੈਰਾ ਨਹੀਂ ਵੱਧਦਾ, ਪਰ ਉਹਦੀ ਬੋਡੀ ਜਿਹੜੀ ਹੈਗੀ ਹੈ ਉਹ ਥੋੜੀ ਬਹੁਤੀ ਟੁੱਟ ਭੱਜ ਹੁੰਦੀ ਹੈ, ਉਹਦੇ ਵਾਸਤੇ ਪ੍ਰੋਟੀਨ ਚਾਹੀਦੀ ਹੈ। ਤੀਸਰਾ ਹੈਗਾ ਸਾਡਾ ਇਮਿਊਨ ਸਿਸਟਮ, ਉਹਨੂੰ ਖਾਸ ਤੌਰ ਤੇ ਵਿਸ਼ੇਸ਼ ਤੌਰ ਤੇ ਉਹਦੇ ਵਾਸਤੇ ਖੁਰਾਕ ਚਾਹੀਦੀ ਹੁੰਦੀ ਹੈ। ਤਾਂ ਇਹਨਾਂ ਤਿੰਨਾਂ ਦੇ ਵਾਸਤੇ ਵੱਖਰੀ ਵੱਖਰੀ ਖੁਰਾਕ ਦੇ ਆਪਾਂ ਜੇ ਮੋਟੇ ਗਰੁੱਪ ਬਣਾ ਕੇ ਦੇਖੀਏ ਤਾਂ ਆਪਾਂ ਮਤਲਬ ਕਿ ਗੱਲ ਕਰ ਸਕਦੇ ਹੈਗੇ ਕਿ ਵੈਸੇ ਤਾਂ ਸਾਰਾ ਕੁਝ ਸਾਰਿਆਂ 'ਚ ਹੁੰਦਾ। ਜਿਵੇਂ ਆਪਾਂ ਕਣਕ ਦੀ ਗੱਲ ਕਰੀਏ, ਆਟਾ ਜਿਹੜਾ ਅਸੀਂ ਖਾਂਦੇ ਹਾਂ ਉਹਦੇ ਵਿੱਚ ਪ੍ਰੋਟੀਨ ਵੀ ਹੈ, ਉਹਦੇ ਵਿੱਚ ਸਾਡੀ એનર્ਜੀ ਵੀ ਹੈਗੀ ਹੈ, ਉਹਦੇ ਵਿੱਚ ਸਾਡੇ ਵਿਟਾਮਿਨ ਮਿਨਰਲਸ ਵੀ ਹੈਗੇ ਨੇ। ਇਸ ਤੋਂ ਇਲਾਵਾ ਦਾਲਾਂ ਖਾਂਦੇ ਹਾਂ ਅਸੀਂ, ਦਾਲਾਂ ਦੇ ਅਸੀਂ ਪ੍ਰੋਟੀਨ ਕਹਿ ਕੇ ਖਾਂਦੇ ਹਾਂ, ਪਰ ਪ੍ਰੋਟੀਨ ਜਿਹੜੀ ਹੈ ਉਹਨਾਂ ਦੇ ਵਿੱਚ ਵੀ એનર્ਜੀ ਹੁੰਦੀ ਹੈਗੀ ਹੈ। ਜਿਹੜੀ ਕਹਿਣ ਦਾ ਮਤਲਬ ਪਹਿਲਾ ਜਿਹੜਾ ਹੈਗਾ ਗਰੁੱਪ એનર્ਜੀ ਵਾਸਤੇ, ਅਸੀਂ ਮੁੱਖ ਤੌਰ ਤੇ ਉਹਦੇ ਵਿੱਚ
ਜਿਹੜੇ ਹੈਗੇ ਨੇ ਆਟਾ ਚਾਵਲ ਜਿਹੜਾ ਹੈ ਬਾਜਰਾ ਹੈ ਸਾਡਾ ਮਤਲਬ ਕਿ ਮੱਕੀ ਹੈ ਇਹ ਜਿਹੜੇ ਹੈਗੇ ਨੇ ਮੁੱਖ ਅਨਾਜ ਜਿਹੜਾ ਹੈਗਾ ਅਸੀਂ ਉਹਨੂੰ ਰੱਖਦੇ ਹੈਗੇ ਆ। ਦਾਲਾਂ ਨੂੰ ਤੇ ਨੌਨ ਵੈਜ ਦੇ ਵਿੱਚੋਂ ਦੀ ਆਂਡਿਆਂ ਨੂੰ ਜਾਂ ਜੋ ਵੀ ਕੋਈ ਹੋਰ ਚੀਜ਼ਾਂ ਨੇ ਉਹ ਅਸੀਂ ਪ੍ਰੋਟੀਨ ਵਾਸਤੇ ਮਤਲਬ ਕਿ ਮੰਨਦੇ ਹੈਗੇ ਆ। ਤੀਜਾ ਜਿਹੜਾ ਹੈਗਾ ਗਰੁੱਪ ਉਹ ਹੈਗਾ ਜਿਹੜਾ ਸਾਨੂੰ ਇਮਿਊਨ ਸਿਸਟਮ ਵਾਸਤੇ ਚਾਹੀਦਾ ਹੈ, ਉਹ ਹੈਗਾ ਹਰੀਆਂ ਸਬਜ਼ੀਆਂ ਅਤੇ ਫਲ, ਫਰੂਟਸ ਐਂਡ ਵੈਜੀਟੇਬਲ ਜਿਹੜੇ ਨੇ ਉਹ ਸਾਨੂੰ ਮਤਲਬ ਕਿ ਇਮਿਊਨ ਸਿਸਟਮ ਨੂੰ ਮਤਲਬ ਕਿ ਵਧਾਉਂਦੇ ਹੈਗੇ ਨੇ। ਜੇ ਇਹਨਾਂ ਨੂੰ ਆਪਾਂ ਮਤਲਬ ਕਿ ਇਮਿਊਨ ਸਿਸਟਮ ਦੇ ਸੁਰੱਖਿਆ ਪ੍ਰਣਾਲੀ ਦੇ, ਕਿਉਂਕਿ ਅਸੀਂ ਜਿਹੜੀ ਗੱਲ ਕਰ ਰਹੇ ਹਾਂ ਦਵਾਈਆਂ ਦੀ, ਤਾਂ ਕਿ ਦਵਾਈਆਂ ਦੀ ਲੋੜ ਉੱਥੇ ਉਸ ਤੋਂ ਅਗਲੇ ਪੜਾਅ ਤੇ ਪੈਣੀ ਹੈਗੀ ਹੈ, ਕਿਉਂਕਿ ਅਸੀਂ ਬਿਮਾਰ ਹੋਣਾ ਹੈਗਾ ਤੇ ਫਿਰ ਅਸੀਂ ਦਵਾਈਆਂ ਵੱਲ ਜਾਣਾ ਹੈ। ਜੇ ਅਸੀਂ ਬਿਮਾਰ ਨਹੀਂ ਪੈਂਦੇ ਤਾਂ ਸਾਡਾ ਇਮਿਊਨ ਸਿਸਟਮ ਠੀਕ ਹੋਣਾ ਚਾਹੀਦਾ ਹੈ, ਜਿਸ ਤੇ ਮੈਂ ਗੱਲ ਕਰ ਰਿਹਾ। ਤੇ ਉਹਦੇ ਵਾਸਤੇ ਜੇ ਖੁਰਾਕ ਦੇ 2-3 ਮੁੱਖ ਮਤਲਬ ਕਿ ਨੁਕਤੇ ਆਪਾਂ ਜੇ ਸਮਝਣੇ ਹੋਣ ਤਾਂ ਸਭ ਤੋਂ ਪਹਿਲਾ ਨੁਕਤਾ ਹੈਗਾ ਕਿ ਆਦਮੀ ਮੋਟਾ ਨਹੀਂ ਹੋਣਾ ਚਾਹੀਦਾ। ਮਤਲਬ ਕਹਿਣ ਦਾ ਮਤਲਬ ਜਿੰਨੀ ਉਹਦੀ ਭਾਰ ਉਹਨੂੰ ਚਾਹੀਦਾ ਹੈਗਾ, ਉਹਦੀ ਹਾਈਟ ਦੇ ਹਿਸਾਬ ਨਾਲ, ਉਹਦੀ ਉਮਰ ਦੇ ਹਿਸਾਬ ਨਾਲ ਉਹਦਾ ਭਾਰ ਹੋਣਾ ਚਾਹੀਦਾ ਹੈਗਾ। ਤੁਸੀਂ ਉਸ ਮੋਟਾਪੇ ਨੂੰ ਉਸ ਨਾਲ ਜੋੜੋ, ਜਿਹੜੀ ਮੈਂ ਗੱਲ ਕੀਤੀ ਵੀ ਸਾਡੇ ਫਰੰਟ ਲਾਈਨ ਜਿਹੜੇ ਸਾਡੇ ਪਹਿਲੇ ਮਤਲਬ ਕਿ WBC RBC ਜਿਹੜੇ ਚਿੱਟੇ ਸੈੱਲ ਹੈਗੇ ਨੇ ਉਹ ਸਾਡੇ ਫਰੰਟ ਲਾਈਨ ਸਿਪਾਹੀ ਨੇ। ਬਾਕੀਆਂ ਨੂੰ ਅਸੀਂ ਜਰਨੈਲ ਕਹਿ ਸਕਦੇ ਹਾਂ, ਕਿਸੇ ਨੂੰ ਅਸੀਂ DIG ਕਹਿ ਸਕਦੇ ਹੈਗੇ ਆ ਇਸ ਪ੍ਰਣਾਲੀ ਦੇ ਵਿੱਚ। ਹੁਣ ਜਦੋਂ ਕਿਸੇ ਨੇ ਅੰਦਰ ਆਪਾਂ ਨੱਕ ਰਾਹੀਂ ਮੂੰਹ ਰਾਹੀਂ ਕੋਈ ਵਾਇਰਸ, ਕੋਈ ਜਰਮ, ਕੋਈ ਬੈਕਟੀਰੀਆ ਚਲਾ ਗਿਆ, ਹੁਣ ਉਸਨੇ ਉਹਦੇ ਫਾਈਟ ਕਰਨ ਦੇ ਵਾਸਤੇ ਉੱਥੋਂ ਦੀ ਆਰਡਰ ਸਾਰੇ ਜਿਹੜੇ ਨੇ ਇਹ ਸਾਡੇ ਜਿਹੜੇ WBC ਹੈਗੇ ਨੇ ਇਹ ਜਿਹੜੇ ਉਹਨਾਂ ਨੂੰ ਕਮਾਂਡ ਹੁੰਦੀ ਹੈ ਵੀ ਵਾਇਰਸ ਦਾ ਅਟੈਕ ਹੋ ਗਿਆ, ਪਹੁੰਚੋ ਉੱਥੇ। ਉਹਨਾਂ ਨੂੰ ਉੱਥੇ ਪਹੁੰਚਣਾ ਹੈਗਾ। ਤੇ ਜੇ ਸਾਡੀ ਬੋਡੀ ਮੋਟੀ ਹੋਊਗੀ ਤਾਂ ਇਹ ਨਹੀਂ ਹੁੰਦਾ ਕਿ ਸਿਰਫ ਫੈਟ ਜਿਹੜਾ ਹੈਗਾ ਉਹ ਸਾਡੇ ਪੇਟ ਤੇ ਹੀ ਹੁੰਦਾ ਹੈਗਾ ਜਾਂ ਮੂੰਹ ਤੇ ਹੁੰਦਾ ਹੈਗਾ, ਉਹ ਸਾਡੇ ਬੋਡੀ ਦੇ ਹਰੇਕ ਸੈੱਲ 'ਚ ਹੁੰਦਾ ਹੈਗਾ। ਤਾਂ ਸਾਡੇ ਸਿਪਾਹੀ ਜਿਹੜੇ ਨੇ, ਜਿਹੜੀ ਫਰੰਟ ਲਾਈਨ ਜਿਹੜੇ ਸਾਡੇ ਮਤਲਬ ਕਿ ਲੜਨ ਵਾਲੇ WBC ਨੇ ਉਹ ਵੀ ਮੋਟੇ ਹੋਣਗੇ। ਤਾਂ ਤੁਸੀਂ ਅੰਦਾਜ਼ਾ ਲਗਾਓ ਵੀ ਇੱਕ ਚੌਂਕ ਦੇ ਵਿੱਚ ਇੱਕ ਸਿਪਾਹੀ ਖੜਾ ਹੈਗਾ ਤੇ ਕਿਸੇ ਦਾ ਪਰਸ ਜਿਹੜਾ ਹੈਗਾ ਉਹ ਮਤਲਬ ਕਿ ਖਿੱਚ ਕੇ ਕੋਈ ਚੋਰ ਲੈ ਗਿਆ ਹੈਗਾ, ਤਾਂ ਉਹ ਸਿਪਾਹੀ ਜਿਹੜਾ ਐਡਾ ਮੋਟਾ ਹੈਗਾ, ਜਿਹੜਾ ਆਪ ਹਿੱਲ ਨਹੀਂ ਸਕਦਾ, ਉਹ ਕਿੰਨੀ ਕੁ ਫੁਰਤੀ ਦੇ ਨਾਲ ਉਸ ਚੋਰ ਨੂੰ ਫਕੜੂਗਾ ਤੇ ਉਸਦਾ ਤੁਹਾਡਾ ਪਰਸ ਵਾਪਸ ਲਿਆ ਕੇ ਦੇਊਗਾ। ਤਾਂ ਤੁਸੀਂ ਅੰਦਾਜ਼ਾ ਲਗਾਓ ਕਿ ਜੇ ਕੋਈ ਸਾਡਾ ਸਿਪਾਹੀ ਜਿਹੜਾ ਜਿਹਨੇ ਵਾਇਰਸ ਨਾਲ ਲੜਨਾ ਹੈ, ਚਾਹੇ ਬੈਕਟੀਰੀਆ ਨਾਲ ਲੜਨਾ ਹੈਗਾ, ਉਹ ਆਪ ਹੀ ਮੋਟਾ ਹੋਊਗਾ ਤਾਂ ਉਹ ਬੜੀ ਸੁਸਤ ਚਾਲ ਦੇ ਨਾਲ ਜਾਊਗਾ। ਉਦੋਂ ਤੱਕ ਉਹਦਾ ਜਿਹੜਾ ਅਟੈਕ ਹੈ ਜਿੱਥੇ ਉਹਨੇ ਪਹੁੰਚਣਾ ਉੱਥੇ ਪਹੁੰਚ ਜਾਊਗਾ। ਤਾਂ ਪਹਿਲੀ ਗੱਲ ਹੈਗੀ ਹੈ ਕਿ ਅਸੀਂ ਆਪਣੀ ਜਿਹੜੀ ਖੁਰਾਕ ਦੇ ਵਿੱਚ ਉਸ ਤਰੀਕੇ ਦੇ ਵਿੱਚ ਖਾਸ ਤੌਰ ਤੇ ਜਿਹੜੀ ਹੈਗੀ ਹੈ ਫੈਟ ਦੀ ਗੱਲ ਕਰੀਏ, ਜੇ ਆਪਾਂ ਮੋਟਾਪੇ ਦਾ ਸਿੱਧਾ ਫੈਟ ਨਾਲ ਜੇ ਸੰਬੰਧ ਕਰੀਏ, ਵੈਸੇ ਤਾਂ ਤੁਸੀਂ ਜੇ ਕੁਝ ਵੀ ਖਾਓ ਆਪਣੀ ਲੋੜ ਤੋਂ ਵੱਧ ਖਾਓਗੇ, ਸਾਡੀ ਬੋਡੀ ਦੇ ਵਿੱਚ ਇੱਕੋ ਹੀ ਮਕੈਨਿਜ਼ਮ ਹੈਗਾ। ਤੁਹਾਡੀ ਲੋੜ ਰੋਟੀਆਂ ਦੀ 3 ਫੁਲਕੇ ਹੈਗੀ ਹੈ, ਜੇ ਤੁਸੀਂ 4 ਫੁਲਕੇ ਖਾਓਗੇ, ਚੌਥੇ ਫੁਲਕੇ ਨੇ ਜਾ ਕੇ ਉਹ ਫੈਟ ਹੀ ਬਣਨਾ ਹੈ, ਉਹ ਚਰਬੀ ਦੇ ਵਿੱਚ ਕਨਵਰਟ ਹੋ ਕੇ ਤੁਹਾਡੇ ਪੇਟ ਤੇ ਪਹੁੰਚਣਾ ਹੈ ਉਸਨੇ। ਤਾਂ ਇਸ ਦਾ ਤਾਂ ਹੈਗਾ, ਇੱਕ ਤਾਂ ਹੈਗਾ ਇਹ। ਦੂਸਰਾ, ਜੇ ਤੁਸੀਂ ਵਾਧੂ ਫੈਟ ਖਾਂਦੇ ਹੋ ਤਾਂ ਜੇ ਹੁਣ ਮੈਨੂੰ ਅੱਜ ਦੇ ਸੰਦਰਭ 'ਚ ਦੇਖਾਂ, ਆਪਾਂ ਗੱਲ ਕਰ ਰਹੇ ਹਾਂ ਵੀ ਸਾਡੀ ਖੁਰਾਕ ਸਭ ਤੋਂ ਪਹਿਲੀ ਜ਼ਰੂਰਤ ਹੈਗੀ ਹੈ ਸਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਵਾਸਤੇ, ਤਾਕਤਵਰ ਬਣਾਉਣ ਵਾਸਤੇ। ਅੱਜ ਜੋ ਅਸੀਂ ਖੁਰਾਕ ਖਾ ਰਹੇ ਹਾਂ ਉਹੀ ਸਾਡੀ ਜਿਹੜੀ ਹੈਗੀ ਹੈ ਸੁਰੱਖਿਆ ਪ੍ਰਣਾਲੀ ਨੂੰ ਸਭ ਤੋਂ ਵੱਧ ਕਮਜ਼ੋਰ ਕਰ ਰਹੀ ਹੈ, ਸਭ ਤੋਂ ਵੱਧ ਉਹਨੂੰ ਨੁਕਸਾਨ ਪਹੁੰਚਾ ਰਹੀ ਹੈਗੀ ਹੈ। ਤੁਸੀਂ ਜਦੋਂ 버ਗਰ ਦੀ ਗੱਲ ਕਰਦੇ ਹੋ, ਜਦੋਂ ਮਤਲਬ ਕਿ ਮੈਕਡੋਨਲਡਸ ਦੀਆਂ ਜਿਹੜੀਆਂ ਅੱਜ ਕੱਲ੍ਹ ਸਾਡੀਆਂ ਫੂਡ ਚੇਨਸ ਹੈਗੀਆਂ ਨੇ ਉਹਨਾਂ ਦੇ ਖਾਣਿਆਂ ਦੀ ਗੱਲ ਕਰਦੇ ਹੋ, ਉਹਦੇ ਵਿੱਚ ਸਾਡੇ ਦਿਨ ਦੀ ਜਿੰਨੀ ਲੋੜ ਹੈਗੀ ਹੈ ਫੈਟ ਦੀ, ਉਹਦੇ 'ਚ ਦੁੱਗਣਾ ਫੈਟ ਜਿਹੜਾ ਹੈ ਉਸ 'ਚ ਹੁੰਦਾ ਹੈ। ਤੁਸੀਂ ਦੇਖੋ ਇੱਕ 버ਗਰ ਜਿਹੜਾ ਹੈਗਾ ਇੱਕ ਨੌਜਵਾਨ ਆਦਮੀ ਦੇ ਵਾਸਤੇ ਆਪਣੇ ਦਿਨ ਦੀਆਂ ਅੱਧੀਆਂ ਕੈਲਰੀਜ਼ ਪੂਰੀਆਂ ਕਰ ਦਿੰਦਾ ਹੈਗਾ। ਤੁਸੀਂ 2400 ਕੈਲਰੀਜ਼ ਤੁਹਾਨੂੰ ਚਾਹੀਦੀਆਂ ਨੇ, ਮੰਨ ਲਓ ਇੱਕ ਨੌਜਵਾਨ ਨੂੰ ਅਸੀਂ ਕਹਿੰਦੇ ਹਾਂ ਵੀ ਇਹ 2400 ਕੈਲਰੀ ਚਾਹੀਦੀਆਂ ਹੈਗੀਆਂ ਨੇ। ਇੱਕ 버ਗਰ ਦੇ ਵਿੱਚ ਜਿਹੜਾ ਮੈਕਡੋਨਲਡ ਦਾ ਬਰਗਰ ਜਿਹਦੇ 2 ਮਤਲਬ ਬ੍ਰੈਡ ਦੇ ਪੀਸ ਨੇ ਜਿਹੜੇ ਜਾਂ ਉਹ ਬੰਦ ਕੱਟਿਆ ਹੋਇਆ, ਵਿੱਚ ਟਿੱਕੀ ਲੱਗੀ ਹੋਈ ਹੈ, ਟਿੱਕੀ ਤਲੀ ਹੋਈ ਹੈਗੀ ਹੈ, ਤੇ ਤੁਸੀਂ ਉਹ ਜਦੋਂ ਖਾਂਦੇ ਹੋ ਤਕਰੀਬਨ ਉਹ 1200 ਕੈਲਰੀ ਸਾਨੂੰ ਦੇ ਦਿੰਦਾ ਹੈਗਾ। 1200 ਕੈਲਰੀਜ਼ ਲੈਣ ਦੀ ਕੋਈ ਦਿੱਕਤ ਨਹੀਂ ਹੈਗੀ, ਕਿਉਂਕਿ ਚਲੋ ਅੱਧੀ ਤੁਹਾਡੀ ਖੁਰਾਕ ਦੇਣ ਦੀ ਉਹਦੇ ਨਾਲ ਪੂਰੀ ਹੋ ਗਈ, ਪਰ ਉਸ ਦੇ ਵਿੱਚ ਜਿਹੜਾ ਮੈਂ ਪ੍ਰਪੋਰਸ਼ਨ ਕਿਆ ਹੈਗਾ, ਉਹਦੇ ਵਿੱਚ ਪ੍ਰੋਟੀਨ ਨਹੀਂ ਹੈਗਾ, ਉਹਦੇ ਵਿੱਚ ਵਿਟਾਮਿਨ ਨਹੀਂ ਹੈਗੇ, ਉਹਦੇ ਵਿੱਚ ਮਿਨਰਲ ਨਹੀਂ ਹੈਗੇ, ਉਹ ਸਿਰਫ ਤੇ ਸਿਰਫ ਇੱਕ ਮੈਦਾ ਹੈਗਾ ਤੇ ਘੀ ਹੈਗਾ। ਇਹ 2 ਮੁੱਖ ਤੌਰ ਤੇ ਉਹਦੇ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਕਿ ਅਲਟੀਮੇਟਲੀ ਸਾਡੀ ਬੋਡੀ ਨੂੰ ਮੋਟਾਪੇ ਵੱਲ ਲੈ ਜਾਂਦੀਆਂ ਨੇ। ਮੋਟਾਪੇ ਵੱਲ ਜੇ ਨਹੀਂ ਵੀ ਲੈ ਕੇ ਜਾਂਦੀਆਂ, ਮੰਨ ਲਓ ਕਿ ਉਨੀ ਹੋਰ ਡਾਈਟ ਨਹੀਂ ਖਾਂਦਾ ਤੇ ਆਪਣੀ 2400 ਕੈਲਰੀ ਲੈ ਰਿਹਾ ਹੈਗਾ, ਭਾਵੇਂ ਕਿਸੇ ਵੀ ਬਹਾਨੇ ਮਤਲਬ ਕਿ ਚਾਹੇ ਮੈਕਡੋਨਲਡ ਨਾਲ ਖਾ ਰਿਹਾ ਹੈਗਾ ਜਾਂ ਬ੍ਰੈਡ ਨਾਲ ਤੇ ਕਰ ਰਿਹਾ ਹੈਗਾ, ਪਰ ਜਿਹੜੇ ਮਿਨਰਲਸ ਐਂਡ ਵਿਟਾਮਿਨ ਨਹੀਂ ਹੈਗੇ ਤੇ ਫੈਟ ਵੱਧ ਹੈਗੀ ਹੈ, ਉਹ ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਕਰਦੀ ਹੈਗੀ ਹੈ। ਇਹ ਗੱਲ ਹੁਣ ਸਾਹਮਣੇ ਆ ਰਹੀ ਹੈਗੀ ਹੈ ਕਿ ਦੁਨੀਆ ਦੇ ਵਿੱਚ ਜੇ ਕਿਸੇ ਨੂੰ
ਸਭ ਤੋਂ ਵੱਧ ਜਿੰਨੀਆਂ ਮੌਤਾਂ ਹੋ ਰਹੀਆਂ ਨੇ ਦੁਨੀਆ ਭਰ ਦੇ ਵਿੱਚ, ਜੇ ਸਭ ਤੋਂ ਵੱਧ ਮੌਤਾਂ ਦਾ ਕਾਰਨ ਇੱਕ ਬਾਹਰੀ ਮਤਲਬ ਕਿ ਏਜੰਸੀ ਨੂੰ ਦੇਣਾ ਹੋਵੇ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਹ ਮੈਕਡੋਨਲਡਸ ਉਹਦਾ ਨੰਬਰ 1 ਹੈਗਾ। ਇਹ ਹੁਣ ਇਨਡਾਇਰੈਕਟਲੀ ਹੁਣ ਦਾ ਸਬੰਧ ਜੋੜਨ ਦੀ ਲੋੜ ਹੈਗੀ ਹੈ। ਜੇ ਆਪਾਂ ਸਿੱਧਾ ਕਹਿੰਦੇ ਹਾਂ ਤਾਂ ਬੰਦਾ ਸੋਚਦਾ ਵੀ ਤੂੰ ਇੱਕ ਹੀ ਗੱਲ ਕਹਿ ਰਿਹਾ ਹੈ, ਪਰ ਸਹੀ ਮਾਇਨਿਆਂ ਦੇ ਵਿੱਚ ਇਹ ਗੱਲ ਬਿਲਕੁਲ ਸਹੀ ਹੈਗੀ ਹੈ, ਕਿਉਂਕਿ ਉਹਦੇ ਨਾਲ ਮੋਟਾਪੇ ਦੀ ਦਰ ਵੱਧ ਰਹੀ ਹੈ, ਮੋਟਾਪੇ ਨਾਲ ਅੱਗੋਂ ਡਾਇਬਟੀਜ਼ ਵੱਧ ਰਹੀ ਹੈ, ਉਹਦੇ ਨਾਲ ਸਾਡੇ ਜਿਹੜੇ ਹੈਗੇ ਨੇ ਵੱਧ ਰਹੇ ਨੇ, ਬਲੱਡ ਪ੍ਰੈਸ਼ਰ ਵੱਧ ਰਿਹਾ ਹੈਗਾ, ਉਸ ਦੇ ਨਾਲ ਸਾਡੀਆਂ ਹੋਰ ਜਿਹੜੀਆਂ ਸਮੱਸਿਆਵਾਂ ਵੱਧ ਰਹੀਆਂ ਨੇ ਤੇ ਜਿਹੜੀਆਂ ਅਲਟੀਮੇਟਲੀ ਸਾਡੀ ਮੌਤ ਦਾ ਕਾਰਨ ਬਣਦੀਆਂ ਹੈਗੀਆਂ ਨੇ, ਉੱਥੇ ਜਾ ਕੇ ਜੁੜਦੀਆਂ ਨੇ। ਉਹ ਗੱਲ ਵੱਖਰੀ ਹੈ ਕਿ ਤੁਸੀਂ ਉੱਥੇ ਜਾ ਕੇ ਖਾ ਲਓ, ਚਾਹੇ ਤੁਸੀਂ ਘਰ ਬੈਠ ਕੇ ਖਾ ਲਓ, ਚਾਹੇ ਅੱਜ ਜਿਹੜਾ ਸਾਡੇ ਕੋਲ ਫੂਡ ਚੇਨ ਦੀ ਦੂਜੀ ਜਮੈਟੋ ਵਗੈਰਾ ਜਿਹੜੇ ਨੇ ਉਹ ਘਰਾਂ ਘਰਾਂ 'ਚ ਪਹੁੰਚਾ ਰਹੇ ਨੇ, ਉਹਨਾਂ ਤੋਂ ਮੰਗਾ ਕੇ ਖਾ ਲਓ। ਗੱਲ ਹੈਗੀ ਹੈ ਤੁਹਾਡੀ ਉਸ ਖੁਰਾਕ ਦੀ। ਤਾਂ ਪਹਿਲੀ ਸਭ ਤੋਂ ਵੱਡੀ ਗੱਲ ਹੈਗੀ ਹੈ, ਸਾਨੂੰ ਆਪਣੀ ਖੁਰਾਕ ਦੇ ਵਿੱਚ ਉਹਦੀ ਫੈਟ ਨੂੰ ਉਨਾ ਰੱਖਣ ਦੀ ਲੋੜ ਹੈ ਜਿੰਨੀ ਸਾਨੂੰ ਲੋੜ ਹੈਗੀ ਹੈ, ਜਿੰਨਾ ਅਸੀਂ ਉਸ ਨੂੰ ਆਪਾਂ ਦੂਜੇ ਨੰਬਰ ਤੇ ਜਿਹੜੀ ਗੱਲ ਕਰਾਂਗੇ ਉਹ ਕੰਮ ਹੈਗਾ, ਹਰਕਤ ਹੈਗੀ ਹੈ। ਤੁਸੀਂ ਆਪਣੀ ਕਿੰਨੀ ਜ਼ਿੰਦਗੀ ਦੇ ਵਿੱਚ ਹਰਕਤ ਕਰਦੇ ਹੋ ਕਿ ਤੁਹਾਡੀ ਜ਼ਿੰਦਗੀ ਰਿਮੋਟ ਕੰਟਰੋਲ ਵਾਲੀ ਹੈਗੀ ਹੈ। ਤਾਂ ਉਹ ਹੈਗਾ ਕਿ ਅਸੀਂ ਲਗਭਗ ਅੱਜ ਮਤਲਬ ਕਿ ਫੈਟ ਦੇ ਮਾਮਲੇ ਵਿੱਚ ਜਿੰਨੀ ਸਾਡੀ ਲੋੜ ਹੈ ਅਸੀਂ ਡਬਲ ਉਹਨੂੰ ਖਾ ਰਹੇ ਹੈਗੇ ਆ। ਮੈਂ ਪੰਜਾਬ ਦੀ ਖਾਸ ਤੌਰ ਤੇ ਪਿਛਲੇ ਕਾਫੀ ਸਮੇਂ ਤੋਂ ਮਤਲਬ ਕਿ ਇਹ ਗੱਲ ਨੋਟ ਕੀਤੀ ਹੈ। ਦੇਖੋ ਆਪਾਂ ਜੇ ਕਹੀਏ ਪਿਛਲੇ 20 ਕੁ ਸਾਲਾਂ ਦੇ ਵਿੱਚ ਜਿਹੜੀਆਂ ਵੱਡੀਆਂ ਕੰਪਨੀਆਂ ਨੇ ਉਹਨਾਂ ਦੇ ਪੈਕੇਜ ਆਏ ਨੇ, ਸਾਡੇ ਬੱਚੇ ਨੇ ਜਿਹੜੇ ਉਹਨਾਂ ਕੰਪਨੀਆਂ ਦੇ ਵਿੱਚ ਜਾ ਕੇ ਲੱਗੇ ਨੇ, ਵਿਦੇਸ਼ਾਂ ਦੇ ਵਿੱਚ ਵੀ ਜਾਣ ਦਾ ਮਤਲਬ ਕਿ ਟ੍ਰੈਂਡ ਵਧਿਆ ਹੈਗਾ। ਉੱਥੋਂ ਦੀ ਜਿਹੜੇ ਕੁਝ ਡਾਲਰ ਸਾਡੇ ਇੱਥੇ ਵੀ ਆ ਰਹੇ ਨੇ, ਬੱਚੇ ਵੀ ਜਿਹੜੇ ਉੱਥੇ ਰਹਿ ਰਹੇ ਨੇ, ਤਾਂ ਉਹਨਾਂ ਦੇ ਜਿਹੜੇ ਖਾਣ ਪੀਣ ਦੇ ਵਿੱਚ ਜਿਨ੍ਹਾਂ ਨੇ ਪਹਿਲਾਂ ਮਤਲਬ ਕਿ ਕਹਿ ਲਓ ਕਿ ਉਹ ਮੱਧ ਵਰਗੀ ਪਰਿਵਾਰ ਜਾਂ ਮਿਡਲ ਕਲਾਸ ਤੋਂ ਵੀ ਥੋੜੇ ਜਿਹੇ ਘੱਟ ਸੀਗੇ, ਉਹਨਾਂ ਦੇ ਘਰਾਂ ਦੇ ਵਿੱਚ ਉਹਦੀ ਵਧੀਆ ਖੁਰਾਕ ਨਹੀਂ ਸੀਗੀ, ਪਰ ਹੁਣ ਜੋ ਸਮਰੱਥ ਹੋਏ ਨੇ ਖਾਣ ਦੇ, ਤਾਂ ਤੁਸੀਂ ਦੇਖੋ ਉਹਨਾਂ ਦੇ ਖਾਣੇ ਵਿੱਚ ਤਬਦੀਲੀ ਕੀ ਆਉਂਦੀ ਹੈ। ਤਬਦੀਲੀ ਆਉਂਦੀ ਹੈ ਕੇਕ, ਆਉਂਦੀ ਹੈ ਚਾਕਲੇਟ, ਪੇਸਟਰੀਆਂ, ਬੇਕਰੀ ਦੇ ਪ੍ਰੋਡਕਟਸ ਆਉਂਦੇ ਹੈਗੇ ਨੇ, ਆਈਸਕ੍ਰੀਮਸ ਆਉਂਦੀਆਂ ਹੈਗੀਆਂ ਨੇ, ਇਹਨਾਂ ਸਾਰਿਆਂ ਦੇ ਫੈਟ ਵੱਧ ਹੈਗਾ। ਤੁਸੀਂ ਹਿਸਾਬ ਲਾਓ ਜਿਹੜਾ ਨੋਨ ਵੈਜ ਹੈਗਾ ਉਹਦੇ ਉਹ ਚਿਕਨ ਮਤਲਬ ਕਿ ਖਾ ਰਿਹਾ, ਫਰਾਈ ਚਿਕਨ ਖਾ ਰਿਹਾ ਹੈਗਾ, ਜਾਂ ਹੋਰ ਜਿਹੜੀਆਂ ਕਿ ਚਿਕਨ ਦੀਆਂ ਕਿਸਮਾਂ ਨੇ ਜਿਹੜੀਆਂ ਰੈਸਟੋਰੈਂਟ ਦੇ ਵਿੱਚ ਦੁੱਧ ਮਿਲਦੀਆਂ ਨੇ ਜਾਂ ਘਰੇ ਵੀ ਲੋਕੀ ਬਣਾ ਰਹੇ ਨੇ, ਉਹਨਾਂ ਦੇ ਖਾਣੇ ਦੇ ਵਿੱਚ ਸਭ ਤੋਂ ਵੱਧ ਘਰ ਦੇ ਵਿੱਚ ਫੈਟ ਆ ਰਿਹਾ ਹੈਗਾ। ਕੋਈ ਵੀ ਇਹ ਗੱਲ ਉਹਦੇ ਵਿੱਚ ਨਹੀਂ ਮਹਿਸੂਸ ਕਰਦਾ ਕਿ ਅਸੀਂ 1 ਕਿਲੋ ਰੋਜ਼ ਮਤਲਬ ਕਿ ਫਰੂਟ ਤੇ 2 ਕਿਲੋ ਹਰੀਆਂ ਸਬਜ਼ੀਆਂ ਦੀ ਸਲਾਦ, ਖਾਸ ਤੌਰ ਤੇ ਸਬਜ਼ੀ ਬਣਾਉਣ ਵਾਸਤੇ ਤਾਂ ਆਉਂਦੀ ਹੋਊਗੀ, ਪਰ ਸਲਾਦ ਦੇ ਤੌਰ ਤੇ ਆਪਣੀ ਉਹਦਾ ਇਸਤੇਮਾਲ ਕਰਨਾ ਇੱਕ ਮਤਲਬ ਕਿ ਤੁਸੀਂ ਆਪਣੇ ਆਲੇ ਦੁਆਲੇ ਦੇਖ ਲੈਣਾ ਕਿ ਇਹ ਉਹਨਾਂ ਦੇ ਵਿੱਚ ਇਹਦੀ ਚੇਤਨਾ ਨਹੀਂ ਹੈਗੀ, ਇਸ ਗੱਲ ਦੀ ਉਹਨਾਂ ਦੇ ਵਿੱਚ ਅਵੇਅਰਨੈਸ ਨਹੀਂ ਹੈਗੀ ਵੀ ਸਾਨੂੰ ਜੇ ਹੁਣ 4 ਪੈਸੇ ਹੈਗੇ ਨੇ ਤਾਂ ਅਸੀਂ ਜੇ 100-150 ਰੁਪਏ ਕਿਲੋ ਦਾ ਸੇਬ ਮਿਲਦਾ ਹੈਗਾ ਉਹ ਅਸੀਂ ਮਤਲਬ ਕਿ ਲਿਆਈਏ, ਜਾਂ ਹੋਰ ਜੋ ਵੀ ਫਰੂਟ ਮਿਲਦਾ ਹੈਗਾ ਜਿਸ ਮੌਸਮ ਦੇ ਵਿੱਚ, ਉਹ ਵੀ ਮੌਸਮ ਦਾ ਫਰੂਟ ਵੈਸੇ ਵੀ ਮਤਲਬ ਕਿ ਬਹੁਤ ਮਹਿੰਗਾ ਨਹੀਂ ਹੁੰਦਾ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਸਾਡੀ ਖੁਰਾਕ ਦੇ ਵਿੱਚ 1 ਨੰਬਰ ਫੈਟ ਦੀ ਜਿਹੜੀ ਗੱਲ ਹੈਗੀ ਹੈ ਉਹ ਮਤਲਬ ਕਿ ਬਹੁਤ ਜ਼ਿਆਦਾ ਹੈਗੀ ਹੈ, ਜਿਹਦੇ ਵੱਖਰੇ ਤਰ੍ਹਾਂ ਦੇ ਅਲੱਗ-ਅਲੱਗ ਨੁਕਸਾਨ ਨੇ। ਸਭ ਤੋਂ ਵੱਡੀ ਗੱਲ ਹੈਗੀ ਹੈ ਉਹ ਸਾਡੇ ਇਮਿਊਨ ਸਿਸਟਮ ਨੂੰ ਕਮਜ਼ੋਰ ਵੀ ਕਰਦਾ ਹੈ, ਸੁਸਤ ਵੀ ਬਣਾਉਂਦਾ ਹੈਗਾ। ਦੂਜੀ ਜਿਹੜੀ ਗੱਲ ਮੈਂ ਕੀਤੀ ਸੀ ਵੀ ਆਕਸੀਜਨ ਦੀ ਗੱਲ ਜਿਹੜੀ ਹੈਗੀ ਹੈ, ਵੀ ਉਹ ਜਿਹੜੀ ਸਾਡੇ ਅੰਦਰ ਆਕਸੀਜਨ ਜਿਹੜੀ ਹੈਗੀ ਹੈ ਉਹਨੂੰ ਮਤਲਬ ਕਿ ਜਿਹੜੀ ਡਿਸੈਂਟ ਆਕਸੀਜਨ ਹੈਗੀ ਹੈ ਜਿਹੜੀ ਨੁਕਸਾਨ ਪਹੁੰਚਾਉਂਦੀ ਹੈ, ਜਾਂ ਬਾਹਰੋਂ ਅਸੀਂ ਪੋਲਿਊਸ਼ਨ ਦੀ ਗੱਲ ਕਰਦੇ ਹੈਗੇ ਹਾਂ ਤਾਂ ਉਹ ਵੀ ਮਤਲਬ ਕਿ ਜਿਹੜੀ ਹੈਗੀ ਉਹ ਨੁਕਸਾਨਦਾਇਕ ਸਾਡੇ ਅੰਦਰ ਆਕਸੀਜਨ ਪੈਦਾ ਕਰਦੀ ਹੈਗੀ ਹੈ। ਤਾਂ ਉਹਦੇ ਵਾਸਤੇ ਤੁਸੀਂ ਸੁਣਿਆ ਹੋਣਾ ਅੱਜ ਕੱਲ੍ਹ ਮਤਲਬ ਕਿ ਐਂਟੀਆਕਸੀਡੈਂਟ ਦੀ ਗੱਲ ਚੱਲਦੀ ਹੈਗੀ ਹੈ ਵੀ ਐਂਟੀਆਕਸੀਡੈਂਟ ਜਿਹੜੇ ਨੇ ਇਹ ਖਾਓ। ਇਹ ਐਂਟੀਆਕਸੀਡੈਂਟ ਦਾ ਕੈਪਸੂਲ ਹੈਗਾ, ਵਿਟਾਮਿਨ ਦੇ ਕੈਪਸੂਲ, ਮਿਨਰਲ ਦੇ ਕੈਪਸੂਲ, ਆਇਰਨ ਦੇ ਕੈਪਸੂਲ, ਇਹ ਚੀਜ਼ਾਂ ਅਸੀਂ ਪਹਿਲਾਂ ਜਾਣਦੇ ਸੀਗੇ। ਇੱਕ ਨਵਾਂ ਸ਼ਬਦ ਪਿਛਲੇ ਕੁਝ ਸਮੇਂ ਤੋਂ ਜਿਹੜੀ ਹੈਗੀ ਹੈ ਸਾਡੀ ਫਾਰਮਾਸਿਊਟੀਕਲ ਇੰਡਸਟਰੀ ਹੈਗੀ ਹੈ, ਦਵਾਈਆਂ ਵੇਚਣ ਵਾਲੀਆਂ ਨੇ, ਇਹਨੂੰ ਇੱਕ ਬਣਾ ਕੇ ਪੇਸ਼ ਕੀਤਾ ਹੈ ਜਿਹਨੇ ਕਿ ਮਤਲਬ ਕਿ ਐਂਟੀਆਕਸੀਡੈਂਟ ਦਾ ਕੈਪਸੂਲ ਤੁਸੀਂ ਲੈਣ ਜਾਓਗੇ, ਤੁਹਾਨੂੰ ਜੇ ਤੁਸੀਂ ਕੋਈ ਵਧੀਆ ਤੋਂ ਵਧੀਆ ਦੇ ਤਾਂ ਉਹ ਤੁਹਾਡੀ ਸ਼ਕਲ ਦੇਖ ਕੇ ਫਿਰ ਤੁਹਾਨੂੰ ਮਹਿੰਗਾ ਜਿਹਾ ਕੈਪਸੂਲ 20 ਰੁਪਈਆਂ ਵਾਲਾ 25 ਰੁਪਈਆਂ ਵਾਲਾ ਕੈਪਸੂਲ ਮਤਲਬ ਕਿ ਦੇਣਗੇ ਜਿਹੜਾ ਐਂਟੀਆਕਸੀਡੈਂਟ ਹੋਊਗਾ। ਦਰਅਸਲ ਠੀਕ ਹੈ ਵੀ ਐਂਟੀਆਕਸੀਡੈਂਟ ਉਹਦੇ 'ਚ ਹੈਗੇ ਨੇ, ਜੇ ਤੁਸੀਂ ਲਿਸਟ ਪੜੋਗੇ ਉਹ ਐਂਟੀਆਕਸੀਡੈਂਟ ਹੈਗੇ ਨੇ, ਪਰ ਉਹਨਾਂ ਐਕਸੀਡੈਂਟ ਦਾ ਕੈਪਸੂਲ ਦੀ ਫਾਰਮ ਵਿੱਚ ਖਾਣ ਦਾ ਕਿੰਨਾ ਕੁ ਫਾਇਦਾ ਹੈਗਾ, ਇਹਦੇ ਉੱਤੇ ਬਹੁਤ ਸਵਾਲ ਹੈਗੇ ਨੇ। ਸਵਾਲ ਇਹ ਹੈ ਕਿ ਤੁਸੀਂ ਸਿੰਪਲ ਇੱਥੋਂ ਦੀ ਉਦਾਹਰਨ ਲਾਓ ਕਿ ਜੇ ਤੁਸੀਂ ਮਤਲਬ ਕਿ ਇੱਕ ਵਿਟਾਮਿਨ ਏ ਲੈਣਾ ਹੈਗਾ ਜਿਹੜਾ ਕਿ ਲਾਲ ਪੀਲੀਆਂ ਚੀਜ਼ਾਂ ਤੋਂ, ਸਬਜ਼ੀਆਂ ਤੋਂ ਮਿਲਦਾ ਹੈਗਾ, ਤੇ ਤੁਸੀਂ ਇੱਕ ਟਮਾਟਰ ਖਾਣਾ ਚਾਹੁੰਦੇ ਹੋ ਜਾਂ ਗਾਜਰ ਦੇ ਵਿੱਚ ਉਹ ਬਹੁਤ ਵੱਧ ਮਾਤਰਾ ਦੇ ਵਿੱਚ ਹੁੰਦਾ ਹੈਗਾ, ਜੇ ਤੁਸੀਂ ਟਮਾਟਰ ਦਾ ਸੂਪ ਬਣਾ ਕੇ ਪੀਂਦੇ ਹੋ ਤੇ ਟਮਾਟਰ ਕੱਚਾ ਖਾਂਦੇ ਹੋ, ਇਹਨਾਂ ਦੋਵਾਂ ਦੇ ਵਿੱਚ ਮੈਂ ਕਹਿ ਸਕਦਾ ਕਿ ਜ਼ਮੀਨ ਅਸਮਾਨ ਦਾ ਫਰਕ ਹੈਗਾ।
ਸੂਪ ਦੇ ਵਿੱਚ ਉਸ ਦੀ ਤਾਕਤ 25% ਰਹਿ ਜਾਂਦੀ ਹੈ, ਯਾਨੀ ਕਿ ਜਿਹੜੇ ਐਂਟੀਆਕਸੀਡੈਂਟ ਅਸੀਂ ਲੈਣਾ ਚਾਹੁੰਦੇ ਹਾਂ। ਉਸੇ ਤਰੀਕੇ ਨਾਲ ਆਪਣੇ ਇਹਨਾਂ ਪਿਛਲੇ ਕਈਆਂ ਦਿਨਾਂ ਦੇ ਵਿੱਚ ਕੁਝ ਸਮੇਂ ਤੋਂ ਜਿਹੜਾ ਹੈ ਗਾਜਰ ਦਾ ਜਿਹੜਾ ਜੂਸ ਹੈਗਾ ਉਹ ਕਾਫੀ ਪਾਪੂਲਰ ਹੋਇਆ ਹੈਗਾ। ਉਹ ਵਧੀਆ ਹੈਗਾ ਕਿਉਂਕਿ ਉਹਦੇ ਵਿੱਚ ਜੋ ਵਿਟਾਮਿਨ ਏ ਹੈਗਾ, ਕੈਰੋਟੀਨ ਹੈਗੀ ਹੈ, ਕੈਰਟ ਤੋਂ ਸ਼ਬਦ ਹੀ ਬਣਿਆ ਹੈਗਾ ਕੈਰੋਟੀਨ, ਵਿਟਾਮਿਨ ਈ ਬਣਾਉਂਦਾ ਹੈਗਾ ਜਿਹੜਾ ਸਾਡੀ ਬੋਡੀ ਦੇ ਵਿੱਚ, ਜਿਹੜਾ ਕਿ ਸਾਡੇ ਇਮਿਊਨ ਸਿਸਟਮ ਵਾਸਤੇ ਬਹੁਤ ਵਧੀਆ ਮਤਲਬ ਕਿ ਲੋੜ ਹੈਗੀ ਹੈ ਸਾਡੇ ਸਰੀਰ ਨੂੰ। ਉਹਦਾ ਜੂਸ ਵੀ ਜਿਹੜਾ ਹੈਗਾ ਉਹ ਮਤਲਬ ਕਿ ਉਨਾ ਫਾਇਦਾ ਨਹੀਂ ਪਹੁੰਚਾਉਂਦਾ ਜਿੰਨੀ ਤੁਸੀਂ ਕੱਲੀ ਗਾਜਰ ਖਾਂਦੇ ਹੋ। ਤੇ ਹੁਣ ਜੇ ਆਪਾਂ ਮਤਲਬ ਕਿ ਵੀ ਕਿੱਥੇ ਗਾਜਰ ਕੱਲੀ ਖਾਣੀ, ਉਹਦਾ ਜੂਸ ਪੀਣਾ, ਤੇ ਉਸ ਤੋਂ ਬਾਅਦ ਜਾ ਕੇ ਅਸੀਂ ਕੈਪਸੂਲ ਖਾਣਾ, ਤੇ ਤੁਸੀਂ ਆਪੇ ਅੰਦਾਜ਼ਾ ਲਗਾ ਸਕਦੇ ਹੋ ਕਿ ਅਸਲ ਦੇ ਵਿੱਚ ਉਹ ਸਾਡੀ ਬੋਡੀ ਦੇ ਵਿੱਚ ਕਿੰਨਾ ਕੁ ਕੰਮ ਕਰਦੇ ਹੈਗੇ ਨੇ। ਅਸਲ ਦੇ ਵਿੱਚ ਉਹ ਸਾਡੀ ਇਮਿਊਨਿਟੀ ਵਧਾਉਂਦੇ ਨੇ ਕਿ ਜਾਂ ਸਿਰਫ ਇੱਕ ਭੁਲੇਵਾ ਭਰਮ ਦੇ ਵਿੱਚ ਰੱਖਦੇ ਨੇ ਵੀ ਅਸੀਂ ਐਂਟੀਆਕਸੀਡੈਂਟ ਖਾ ਲਿਆ ਹੈਗਾ। ਇਹਦਾ ਵੀ ਅੱਗੋਂ ਵਿਗਿਆਨਿਕ ਕਾਰਨ ਹੈਗਾ ਵੀ ਜਦੋਂ ਤੁਸੀਂ ਗਾਜਰ ਨੂੰ ਮਤਲਬ ਕਿ ਕਰਦੇ ਹੈਗੇ ਹੋ, ਜੂਸ ਬਣਾ ਰਹੇ ਹੁੰਦੇ ਹੋ, ਉਹਦੇ ਚ ਕੁਝ ਫੋਗ ਨਿਕਲਦੀ ਹੈ, ਬਾਹਰ ਚਲੀ ਜਾਂਦੀ ਹੈਗੀ ਹੈ, ਤੁਸੀਂ ਕੁਝ ਹਿੱਸਾ ਕੱਢਦੇ ਹੈਗੇ ਹੋ, ਕੁਝ ਹਿੱਸਾ ਜਿਹੜਾ ਹੈਗਾ ਉਹ ਖਰਾਬ ਕਰ ਦਿੰਦੇ ਹੋ। ਕੁਦਰਤ ਨੇ ਹਰੇਕ ਚੀਜ਼ ਦੇ ਵਿੱਚ ਕੁਝ ਹੋਰ ਚੀਜ਼ਾਂ ਪਾਈਆਂ ਨੇ ਜਿਹੜੀਆਂ ਰਲ ਕੇ ਕੰਮ ਕਰਦੀਆਂ ਨੇ। ਤੁਸੀਂ ਦੇਖੋ ਜਿਹੜਾ ਕੈਲਸ਼ੀਅਮ ਹੈਗਾ, ਜੇ ਤੁਸੀਂ ਕੱਲੀ ਕੈਲਸ਼ੀਅਮ ਦੀ ਗੋਲੀ ਖਾਓ ਤੇ ਤੁਸੀਂ ਮਤਲਬ ਕਿ ਇਹ ਸਮਝ ਲਓ ਕਿ ਤੁਸੀਂ ਮਿੱਟੀ ਖਾਧੀ ਹੈਗੀ ਹੈ। ਆਮ ਤੌਰ ਤੇ ਜਦੋਂ ਤੁਸੀਂ ਛੋਟੇ ਹੁੰਦੇ ਸੀਗੇ ਤਾਂ ਜਿਹੜੇ ਬੱਚੇ ਮਿੱਟੀ ਖਾਂਦੇ ਸੀ ਉਹਨੂੰ ਕੈਲਸ਼ੀਅਮ ਦੀ ਗੋਲੀਆਂ ਖਾ ਦਿੰਦੇ ਸੀਗੇ, ਉਹ ਇਹ ਸੋਚ ਕੇ ਕਿ ਇਹਨੂੰ ਕੈਲਸ਼ੀਅਮ ਦੀ ਘਾਟ ਹੈ ਸ਼ਾਇਦ, ਪਰ ਉਹ ਮਿੱਟੀ ਹੈਗੀ ਹੈ। ਮਿੱਟੀ ਕਹਿਣ ਦਾ ਮਤਲਬ ਇਹ ਹੈ ਕਿ ਉਸ ਨੂੰ ਆਪਣੀ ਬੋਡੀ ਦੇ ਵਿੱਚ ਜਾਣ ਵਾਸਤੇ ਵਿਟਾਮਿਨ ਡੀ ਨਾਲ ਚਾਹੀਦਾ ਹੈਗਾ। ਕੈਲਸ਼ੀਅਮ ਤੋਂ ਵਿਟਾਮਿਨ ਡੀ ਤੋਂ ਜਿਹੜੀ ਬਗੈਰ ਤੁਹਾਨੂੰ ਕੋਈ ਬਾਅਦ ਬਾਜ਼ਾਰ ਦੇ ਵਿੱਚ ਪ੍ਰੈਪਰੇਸ਼ਨ ਵੀ ਮਿਲੂਗੀ, ਉਹਦਾ ਲੈਣ ਦਾ ਕੋਈ ਮਤਲਬ ਨਹੀਂ ਹੈਗਾ। ਇਸੇ ਤਰੀਕੇ ਦੇ ਨਾਲ ਕੁਝ ਚੀਜ਼ਾਂ ਨੇ, ਆਇਰਨ ਤੁਸੀਂ ਲੈਣਾ ਹੈਗਾ, ਉਹਦੇ ਨਾਲ ਜ਼ਿੰਕ ਚਾਹੀਦਾ ਹੈਗਾ, ਵਿਟਾਮਿਨ ਸੀ ਚਾਹੀਦਾ ਹੈਗਾ। ਅਸੀਂ ਹੁਣ ਕਹਿੰਦੇ ਹਾਂ ਵੀ ਜੇ ਆਇਰਨ ਦੀ ਗੋਲੀ ਖਾਂਦੇ ਹੋ ਤਾਂ ਨਾਲ ਤੁਸੀਂ ਮਤਲਬ ਕਿ ਨਿੰਬੂ ਦਾ ਮਤਲਬ ਕਿ ਰਸ ਜੂਸ ਪੀ ਸਕਦੇ ਹੈਗੇ ਹੋ। ਇਹ ਕਹਿਣ ਦਾ ਮੇਰਾ ਮਤਲਬ ਹੈਗਾ ਕਿ ਇਹ ਜਿਹੜਾ ਸਾਰਾ ਰਲ ਮਿਲ ਕੇ ਆਪਸ ਦੇ ਵਿੱਚ ਇੱਕ ਦੂਜੇ ਨੂੰ ਸਾਥ ਦੇ ਕੇ ਜਦੋਂ ਬੋਡੀ ਵਿੱਚ ਐਂਟਰ ਕਰਨਾ ਹੁੰਦਾ ਸਾਡੇ ਪੇਟ ਤੋਂ, ਉਹ ਕੁਦਰਤ ਨੇ ਉਸ ਤਰੀਕੇ ਦੇ ਨਾਲ ਬਣਾਇਆ ਹੈਗਾ। ਤਾਂ ਕਹਿਣ ਦਾ ਮਤਲਬ ਐਂਟੀਆਕਸੀਡੈਂਟ ਜਿਹੜੇ ਹੈਗੇ ਨੇ ਉਹ ਮਤਲਬ ਕਿ ਹੁਣ ਉਹਨਾਂ ਦਾ ਕਾਫੀ ਚਲੋ ਰਿਵਾਜ ਵਾਂਗਰ ਉਹ ਹੈਗੇ ਨੇ। ਤੁਹਾਨੂੰ ਕਿਹਾ ਜਾਂਦਾ ਕਿ ਮਤਲਬ ਕਿ ਇਹਦੇ ਨਾਲ ਇਮਿਊਨ ਸਿਸਟਮ ਵਧੀਆ ਹੁੰਦਾ ਹੈ, ਪਰ ਜੇ ਤੁਸੀਂ ਉਹਨੂੰ ਕੁਦਰਤੀ ਫਾਰਮ ਦੇ ਵਿੱਚ, ਤੇ ਕੁਦਰਤੀ ਫਾਰਮ ਵੀ ਉਹਦੀ ਵੱਧ ਤੋਂ ਵੱਧ ਜਿਹੜਾ ਉਹ ਕੁਦਰਤ ਦੇ ਨੇੜੇ ਹੈਗਾ, ਜਿਸ ਤਰ੍ਹਾਂ ਕੁਦਰਤ ਨੇ ਉਹਨੂੰ ਪੈਦਾ ਕੀਤਾ ਹੈਗਾ, ਉਸ ਹਿਸਾਬ ਨਾਲ ਖਾਓਗੇ ਤਾਂ ਉਹ ਤੁਹਾਨੂੰ ਵੱਧ ਫਾਇਦਾ ਦੇਊਗਾ। ਅਦਰਵਾਈਜ਼ ਜਿਹੜਾ ਹੈਗਾ ਉਸਦਾ ਫਾਇਦਾ ਜਿਹੜਾ ਹੈਗਾ ਉਹ 10% 20% ਮਤਲਬ ਕਿ ਹੋਊਗਾ, ਤੇ ਤੁਹਾਨੂੰ ਲੱਗੂਗਾ ਕਿ ਨਹੀਂ ਮੈਂ ਇੱਕ ਜੂਸ ਪੀ ਲਿਆ, ਮਤਲਬ ਕਿ ਅੱਜ ਗਾਜਰ ਦਾ ਜਾਂ ਸੂਪ ਪੀ ਲਿਆ। ਇੱਥੋਂ ਤੱਕ ਕਿ ਭਾਵੇਂ ਸਾਡੇ ਵਿਟਾਮਿਨ ਸੀ ਦੇ ਵਾਸਤੇ ਅਸੀਂ ਆਪਣੀ ਉਹਦੀ ਗੱਲ ਕਰਦੇ ਹੈਗੇ ਹਾਂ, ਮਸੰਮੀ ਦੀ ਗੱਲ ਕਰਦੇ ਹੈ, ਕੀਨੂ ਦੀ ਗੱਲ ਕਰਦੇ ਹੈ, ਸੰਤਰੇ ਦੀ ਗੱਲ ਕਰਦੇ ਹੈ, ਇਹਨਾਂ ਨੂੰ ਵੀ ਜਿਹੜਾ ਹੈਗਾ ਕਿ ਜੇ ਤੁਸੀਂ ਸਾਬਤ ਛਿਲਕੇ ਸਮੇਤ ਜਿਹੜਾ ਉਹਦੀ ਫਾੜੀ ਹੈਗੀ ਹੈ ਉਹ ਕੱਢ ਕੇ ਖਾਓਗੇ, ਉਹਦਾ ਫਾਇਦਾ ਵੱਧ ਹੋਊਗਾ। ਕਹਿਣ ਦਾ ਮਤਲਬ ਕੁਦਰਤ ਦੇ ਨਾਲ ਜਿਹੜਾ ਅਸੀਂ ਹੈਗਾ ਉਹਦੇ ਸਰੂਪ ਦੇ ਨਾਲ ਉਹਨੂੰ ਅਸੀਂ ਮਤਲਬ ਕਿ ਆਪਣੇ ਆਪ ਨੂੰ ਜੋੜੀਏ। ਦੇਖੋ ਇੱਥੇ ਮੈਂ ਇੱਕ ਗੱਲ ਹੋਰ ਜੋੜਦਾ ਕਿ ਜਿਹੜੇ ਹੁਣ ਸਾਡੇ ਕੋਲ ਡੱਬਾਬੰਦ ਜੂਸ ਆ ਰਹੇ ਨੇ, ਇੱਥੋਂ ਤੱਕ ਕਿ ਹੁਣ ਜਦੋਂ ਅਸੀਂ ਲਸਣ ਦੀ ਗੱਲ ਕਰਦੇ ਹਾਂ, ਅਦਰਕ ਦੀ ਗੱਲ ਕਰਦੇ ਹਾਂ, ਹੋਰ ਚੀਜ਼ਾਂ ਦੀ ਗੱਲ ਕਰਦੇ ਹਾਂ ਜਿਹੜੀਆਂ ਸਾਨੂੰ ਮਤਲਬ ਕਿ ਸਾਡੀਆਂ ਐਂਟੀਆਕਸੀਡੈਂਟ ਵੀ ਨੇ, ਇਹਨਾਂ ਦੇ ਵਿੱਚ ਹੋਰ ਬੜਾ ਮਤਲਬ ਕਿ ਚੀਜ਼ਾਂ ਹੈਗੀਆਂ ਨੇ। ਤੇ ਸਾਨੂੰ ਹੁਣ ਬਾਜ਼ਾਰ ਵਿੱਚੋਂ ਦੀ ਲਸਣ ਦੀ ਪੇਸਟ ਵੀ ਮਿਲਦੀ ਹੈਗੀ ਹੈ, ਅਦਰਕ ਦੀ ਪੇਸਟ ਵੀ ਮਿਲਦੀ ਹੈਗੀ ਹੈ, ਪੁਦੀਨੇ ਦਾ ਜਿਹੜੀ ਹੈਗੀ ਹੈ ਉਹ ਪੇਸਟ ਮਿਲਦੀ ਹੈਗੀ ਹੈ, ਚਟਨੀਆਂ ਮਿਲਦੀਆਂ ਹੈਗੀਆਂ ਨੇ। ਇਹ ਠੀਕ ਹੈ ਕਿ ਇਹ ਲੋੜਾਂ ਜਿਹੜੀਆਂ ਨੇ ਨਾ ਇਹ ਉਹਨਾਂ ਵਾਸਤੇ ਹੋ ਸਕਦੀਆਂ ਨੇ ਜਿਨ੍ਹਾਂ ਦੇਸ਼ਾਂ ਵਿੱਚ, ਜਿਨ੍ਹਾਂ ਮੁਲਕਾਂ ਵਿੱਚ ਇਹ ਪੈਦਾ ਨਹੀਂ ਹੁੰਦੇ। ਸਾਡੇ ਤਾਂ ਘਰੇ ਪੁਦੀਨਾ ਲੱਗਦਾ ਹੈਗਾ, ਅਸੀਂ ਤਾਂ ਇੱਕ ਛੋਟਾ ਜਿਹਾ ਬੂਟਾ ਨਿੰਬੂ ਦਾ ਘਰੇ ਲਗਾ ਸਕਦੇ ਹੈਗੇ ਆ, ਆਪਣਾ ਫਰੈਸ਼ ਨਿੰਬੂ ਤੋੜ ਕੇ ਆਪਣੇ ਘਰੇ ਅਸੀਂ ਸ਼ਿਕੰਜਵੀ ਬਣਾ ਸਕਦੇ ਹੈਗੇ ਆ। ਨਹੀਂ ਤਾਂ ਸਾਨੂੰ ਤਾਂ ਮਤਲਬ ਕਿ ਹਜੇ ਤੱਕ ਅੱਜ ਦੀ ਤਰੀਕ ਤੱਕ ਵੀ ਗਲੀ ਦੇ ਵਿੱਚ ਆਵਾਜ਼ ਮਾਰ ਕੇ ਜਿਹੜਾ ਹੈਗਾ ਰੇਹੜੀ ਵਾਲਾ ਸਾਨੂੰ ਉਹ ਨਿੰਬੂ ਦੇ ਸਕਦਾ ਹੈਗਾ, ਪਰ ਅਸੀਂ ਫਿਰ ਵੀ ਜਿਹੜਾ ਹੈ ਉਹ ਲੈਮਨ ਸਕੈਸ਼ੇ ਤੇ ਵੱਧ ਬਿਲੀਵ ਕਰਦੇ ਹੈਗੇ ਆ, ਨਾ ਕਿ ਆਪਣੇ ਫਰੈਸ਼ ਨਿੰਬੂ ਦੇ ਉੱਪਰ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਜਿਹੜੀਆਂ ਇਹ ਚੀਜ਼ਾਂ ਨੇ ਵੀ ਆਪਣੇ ਆਪ ਨੂੰ ਕੁਦਰਤ ਦੇ ਨਾਲ ਜੋੜਨ ਵਾਸਤੇ ਤੇ ਕੁਦਰਤੀ ਰੂਪ ਦੇ ਨਾਲ ਜੋੜਨ ਵਾਸਤੇ। ਤੁਸੀਂ ਦੇਖੋ ਵੀ ਜਦੋਂ ਮੈਂ ਗੱਲ ਕਰ ਰਿਹਾ ਕਿ ਲਸਣ ਦੀ ਪੇਸਟ ਦੀ ਗੱਲ ਹੈ ਜਾਂ ਅਦਰਕ ਦੀ ਪੇਸਟ ਦੀ ਗੱਲ ਹੈ ਜਾਂ ਲੈਮਨ ਸਕੈਸ਼ ਜਾਂ ਹੋਰ ਜੋ ਵੀ ਸਾਡੇ ਸਾਹਮਣੇ ਜੂਸ ਆ ਰਹੇ ਨੇ, ਇਹਨਾਂ ਦੇ ਵਿੱਚ ਇੱਕ ਤਾਂ ਮਤਲਬ ਕਿ ਉਹ ਜਿਹੜਾ ਪਹਿਲਾਂ ਮੈਂ ਦੱਸਿਆ ਵੀ ਉਹਦਾ ਪੂਰਾ ਰੂਪ ਨਹੀਂ ਹੈਗਾ, ਦੂਸਰਾ ਉਸ ਨੂੰ ਤੁਸੀਂ ਦੇਖੋ 6 ਮਹੀਨੇ ਫਰੈਸ਼ ਰੱਖਣ ਦੇ ਵਾਸਤੇ ਉਹਨੂੰ ਮਤਲਬ ਕਿ ਤਾਜ਼ੇ ਤਰ੍ਹਾਂ ਤੁਹਾਨੂੰ ਲੱਗੇ ਵੀ ਟੇਸਟ ਵਧੀਆ ਹੈਗਾ, ਖਰਾਬ ਨਾ ਹੋਏ, ਉਹਦਾ ਮਤਲਬ ਕਿ ਫਲੇਵਰ ਖਰਾਬ ਨਾ ਹੋਵੇ ਜਾਂ ਹੋਰ ਜਿਹੜੇ ਉਹਦੇ ਅੰਦਰ ਉਹ ਫਰਮੈਂਟ ਨਾ ਹੋ ਜੇ, ਉਹਦੇ ਚ ਉਹਨਾਂ ਨੇ ਕਈ ਐਡੀਟਿਵ ਪਾਏ ਨੇ। ਤੁਸੀਂ ਦੇਖਿਓਗੇ ਪ੍ਰੀਜ਼ਰਵੇਟਿਵ ਵਰਡ ਲਿਖਿਆ ਹੁੰਦਾ ਹੈ, ਪ੍ਰੀਜ਼ਰਵੇਟਿਵ ਪਾਏ ਨੇ।
ਜਿਹੜੇ ਕਿ ਸਾਨੂੰ ਬਗੈਰ ਮਤਲਬ ਤੋਂ ਸਾਨੂੰ ਮਤਲਬ ਕਿ ਖਾਣੇ ਪੈਂਦੇ ਹੈਗੇ ਨੇ, ਜਿਨ੍ਹਾਂ ਦੀ ਸਗੋਂ ਜਾ ਕੇ ਸਾਡੀ ਬੋਡੀ ਦੇ ਨੁਕਸਾਨ ਕਰਦਾ ਹੈਗਾ। ਅਸੀਂ ਇੱਕ ਸਿੱਧਾ ਨਿੰਬੂ ਲੈ ਕੇ, ਇੱਕ ਸਿੱਧਾ ਕਿੰਨੂ ਦਾ ਮਤਲਬ ਕਿ ਲੈ ਕੇ, ਜਾਂ ਫਲ ਲੈ ਕੇ, ਜਾਂ ਹੋਰ ਜਿੰਨੇ ਵੀ ਮਤਲਬ ਕਿ ਫਲ ਨੇ ਜੋ ਆਪਾਂ ਮਤਲਬ ਕਿ ਖਾ ਸਕਦੇ ਹੈਗੇ ਆ, ਆਪਾਂ ਉਹਨਾਂ ਨੂੰ ਮਤਲਬ ਕਿ ਉਸੇ ਤਰੀਕੇ ਨਾਲ ਇਸਤੇਮਾਲ ਕਰੀਏ। ਤਾਂ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ, ਦੂਜੇ ਨੰਬਰ ਤੇ ਕਹਿੰਦਾ ਮਤਲਬ ਪਹਿਲਾ ਨੰਬਰ ਤੇ ਸਾਡੀ ਖੁਰਾਕ ਦੇ ਵਾਸਤੇ ਫੈਟ ਜ਼ਰੂਰੀ ਹੈ, ਦੂਜੇ ਨੰਬਰ ਤੇ ਜਿਹੜੇ ਨੇ ਸਾਡੇ ਐਂਟੀਆਕਸੀਡੈਂਟ ਨੇ, ਪਰ ਉਹ ਸਾਨੂੰ ਨੇਚੁਰਲ ਫਾਰਮ ਦੇ ਵਿੱਚ ਸਾਨੂੰ ਮਿਲਣੇ ਚਾਹੀਦੇ ਨੇ, ਉਹ ਮਤਲਬ ਕਿ ਮਿਲਣੇ ਚਾਹੀਦੇ ਨੇ। ਤੀਜੀ ਗੱਲ ਜੇ ਖੁਰਾਕ ਦੇ ਮਾਮਲੇ 'ਚ ਮੈਂ ਇੱਕ ਹੋਰ ਜੋੜ ਦਿਆਂ, ਉਹ ਹੈਗੀ ਹੈ ਕਿ ਜਿੰਨੀ ਸਾਨੂੰ ਲੋੜ ਹੈਗੀ ਹੈ, ਤੁਸੀਂ ਆਪਣੀ ਉਮਰ ਦੇ ਹਿਸਾਬ ਨਾਲ ਉਹਨੂੰ ਪਤਾ ਕਰ ਸਕਦੇ ਹੈਗੇ ਹੋ। ਵੀ ਜਿਸ ਤਰ੍ਹਾਂ ਮੈਂ ਨੌਜਵਾਨ ਨੂੰ ਕਹਿ ਰਿਹਾ ਵੀ 2400 ਕੈਲਰੀ ਚਾਹੀਦੀਆਂ ਹੁੰਦੀਆਂ ਨੇ, ਹੋਰ ਜਿਹੜਾ ਐਡੋਲੇਸੈਂਟ ਹੈਗਾ, ਉਹ ਜਿਹੜਾ ਵੱਧ ਰਿਹਾ ਹੈਗਾ, ਕਿਸ਼ੋਰ ਅਵਸਥਾ ਦੇ ਵਿੱਚ ਹੈਗਾ, ਉਹਨੂੰ ਕਈ ਵਾਰੀ ਮਤਲਬ ਕਿ ਸਾਡੇ ਤੋਂ ਵੀ, ਯਾਨੀ ਕਿ ਜਿਹੜੇ ਨੌਜਵਾਨ ਹੈ ਉਹਨਾਂ ਤੋਂ ਵੀ ਵੱਧ ਲੋੜ ਹੁੰਦੀ ਹੈ। ਬੁਢਾਪੇ ਦੇ ਵਿੱਚ ਤਕਰੀਬਨ 50 ਸਾਲ ਤੋਂ ਬਾਅਦ ਇਹ ਥੋੜੀ ਹੌਲੀ ਘਟ ਜਾਂਦੀ ਹੈਗੀ ਹੈ, ਕਿਉਂਕਿ ਸਰੀਰ ਦਾ ਜਿਹੜਾ ਅੰਦਰ ਬੋਡੀ ਦਾ ਮਕੈਨਿਜ਼ਮ ਹੈਗਾ, ਮਸ਼ੀਨ ਕਹਿ ਲਓ ਵੀ, ਉਹਦੀ ਲੋੜ ਘਟ ਜਾਂਦੀ ਹੈਗੀ ਹੈ। ਬਚਪਨ ਦੇ ਵਿੱਚ ਹੋਰ ਤਰ੍ਹਾਂ ਦੀ ਲੋੜ ਹੁੰਦੀ ਹੈ। ਅਸੀਂ ਪਤਾ ਕਰ ਸਕਦੇ ਹਾਂ, ਜੇ ਅਸੀਂ ਲੋੜ ਤੋਂ ਵੱਧ ਖਾਵਾਂਗੇ, ਮੈਂ ਪਹਿਲਾਂ ਵੀ ਕਿਹਾ ਕਿ ਜੇ ਸਾਡੀ ਲੋੜ 2 ਫੁਲਕਿਆਂ ਦੀ ਹੈ, 3 ਫੁਲਕਿਆਂ ਦੀ ਹੈ, ਤੁਸੀਂ ਇੱਕ ਵੀ ਫੁਲਕਾ ਵੱਧ ਖਾਂਦੇ ਹੈਗੇ ਹੋ ਤਾਂ ਤੁਸੀਂ ਉਸ ਨੂੰ ਚਰਬੀ ਦੇ ਵਿੱਚ ਬਦਲ ਲਓਗੇ। ਸਾਡੇ ਕੋਲੋਂ ਹੋਰ ਕੋਈ ਸਰੀਰ ਦੇ ਵਿੱਚ ਮੈਕੈਨਿਜ਼ਮ ਨਹੀਂ ਹੈਗਾ। ਜੋ ਵੀ ਤੁਸੀਂ ਇੱਕ ਵੀ ਚੀਜ਼ ਵੱਧ ਖਾਂਦੇ ਹੈਗੇ ਹੋ, ਤੁਸੀਂ ਕੋਈ ਵੀ ਚੀਜ਼ ਕਾਰਬੋਹਾਈਡਰੇਟ, ਜਿਵੇਂ ਆਪਾਂ ਕਹਾਂਗੇ ਕਿ ਰੋਟੀ ਹੈਗੀ ਹੈ, ਉਹ ਮਤਲਬ ਕਿ 30 ਗ੍ਰਾਮ ਦੀ ਹੈਗੀ ਹੈ, ਉਹ ਜੇ ਤੁਸੀਂ ਮਤਲਬ ਕਿ ਇੱਕ ਵੱਧ ਖਾਂਦੇ ਹੋ, ਤੁਹਾਡੇ ਅੰਦਰ 3 ਤੋਂ 4 ਗ੍ਰਾਮ ਫੈਟ ਜਿਹੜਾ ਹੈਗਾ ਤੁਹਾਡੀ ਬੋਡੀ ਦੇ ਵਿੱਚ ਐਂਟਰ ਕਰ ਜਾਊਗਾ, ਜਿਹੜਾ ਕਿ ਤੁਹਾਨੂੰ ਪਤਾ ਵੀ ਨਹੀਂ ਚੱਲੇਗਾ। ਪਰ ਇਹ ਧਿਆਨ ਰੱਖਣਾ ਚਾਹੀਦਾ ਕਿ ਵੀ ਤੁਸੀਂ ਕਿੰਨਾ ਖਾ ਰਹੇ ਹੋ, ਨਹੀਂ ਤਾਂ ਉਹਨੇ ਫੈਟ ਬਣਾਉਣਾ ਹੈਗਾ। ਦੂਜਾ ਜਿਹੜਾ ਸਟੈਪ ਹੈਗਾ ਸਾਡੇ ਸਰੀਰ ਦੇ ਮਤਲਬ ਕਿ ਸੁਰੱਖਿਆ ਪ੍ਰਣਾਲੀ ਨੂੰ ਮਜ਼ਬੂਤ ਕਰਨ ਦੇ ਵਾਸਤੇ, ਵਧੀਆ ਬਣਾ ਕੇ ਰੱਖਣ ਵਾਸਤੇ, ਉਹ ਹੈਗੀ ਹੈ ਆਪਣੇ ਸਰੀਰ ਨੂੰ ਹਰਕਤ ਵਿੱਚ ਰੱਖਣਾ। ਆਪਾਂ ਮਤਲਬ ਕਿ ਇਹਨੂੰ ਠੀਕ ਹੈ ਕਿ ਹੁਣ ਸਾਡੇ ਕੰਮ ਕੁਝ ਇਹੋ ਜਿਹੇ ਨੇ, ਅਸੀਂ ਹਰਕਤ ਵਿੱਚ ਨਹੀਂ ਰਹਿੰਦੇ, ਹਰਕਤ ਵਿੱਚ ਨਹੀਂ ਰਹਿੰਦਾ ਸਾਡਾ ਸਰੀਰ, ਪਰ ਅਸੀਂ ਫਿਰ ਐਕਸਰਸਾਈਜ਼ ਦੀ ਗੱਲ ਕਰਦੇ ਹਾਂ, ਉਸ ਤੋਂ ਬਾਅਦ ਜਿਮ ਦੀ ਗੱਲ ਕਰਦੇ ਹੈਗੇ ਆ। ਤੁਸੀਂ ਹਿਸਾਬ ਲਗਾਓ ਵੀ ਜਿੰਨੇ ਵੀ ਸਾਡੇ ਜੋੜ ਹੈਗੇ ਆ ਸਾਡੇ ਸਰੀਰ ਦੇ ਵਿੱਚ, ਸਾਰੇ ਜੋੜ ਕਿਸੇ ਨਾ ਕਿਸੇ ਕੰਮ ਵਾਸਤੇ ਬਣੇ ਹੈਗੇ ਨੇ। ਚਾਹੇ ਅਸੀਂ ਪੈਨਸਲ ਫੜਨੀ ਹੈ, ਚਾਹੇ ਅਸੀਂ ਕਹੀ ਫੜਨੀ ਹੈ, ਚਾਹੇ ਅਸੀਂ ਕੋਈ ਹੋਰ ਕੰਮ ਕਰਨਾ ਹੈਗਾ, ਉਹ ਸਾਰੇ ਜੋੜ ਜਿਹੜੇ ਨੇ ਤੁਸੀਂ ਹਿਸਾਬ ਲਗਾ ਲਓ, ਛੋਟੇ ਤੋਂ ਛੋਟਾ ਜੋੜ ਕੋਈ ਵੀ ਕੁਦਰਤ ਨੇ ਉਹ ਫਾਲਤੂ ਨਹੀਂ ਬਣਾਇਆ ਹੈਗਾ। ਪਰ ਇਹ ਤਾਂ ਹੀ ਮਤਲਬ ਕਿ ਜੋੜ ਨੇ ਇਹ ਠੀਕ ਰਹਿਣਗੇ ਜੇ ਇਹ ਹਰਕਤ 'ਚ ਰਹਿਣਗੇ। ਕੁਦਰਤ ਦਾ ਨਿਯਮ ਹੈਗਾ ਕਿ ਜਿਹੜੀ ਵੀ ਚੀਜ਼ ਸਰੀਰ ਦਾ ਅੰਗ ਤੁਸੀਂ ਇਸਤੇਮਾਲ ਨਹੀਂ ਕਰਦੇ, ਉਹ ਅੰਗ ਹੌਲੀ ਨਕਾਰਾ ਹੋ ਜਾਂਦਾ ਹੈ। ਤਾਂ ਇਸ ਕਰਕੇ ਤੁਸੀਂ ਦੇਖੋ ਵੀ ਤੁਸੀਂ ਸਰੀਰ ਦੇ ਹਰੇਕ ਅੰਗ ਨੂੰ ਇਸਤੇਮਾਲ ਕਰ ਰਹੇ ਹੋ। ਹੁਣ ਜੇ ਮੰਨ ਲਓ ਕਿ ਸਾਡਾ ਲੇਬਰ ਵਰਕ ਨਹੀਂ ਹੈਗਾ, ਜਿਸ ਤਰੀਕੇ ਨਾਲ ਅਸੀਂ ਸਾਰੇ ਬੰਦੇ ਥੋੜੀ ਬਹੁਤੀ ਲੇਬਰ, ਚਾਹੇ ਉਹ ਖੇਤ ਵਿੱਚ ਨਾ ਕਰਕੇ ਘਰ ਦੇ ਵਿੱਚ ਕਰਦੇ ਸੀਗੇ, ਚਾਹੇ ਮਤਲਬ ਕਿ ਤੁਸੀਂ ਪਿੰਡਾਂ ਦੇ ਵਿੱਚ ਚਾਹੇ ਪੱਠੇ ਲੈ ਕੇ ਆਉਂਦੇ ਸੀ, ਚਾਹੇ ਅਸੀਂ ਸਾਈਕਲ ਚਲਾਉਂਦੇ ਸੀ ਜਾਂ ਕੁਛ ਵੀ, ਤਾਂ ਤਕਰੀਬਨ ਸਾਰੇ ਜਿਹੜੇ ਸਾਡੇ ਜੋੜ ਸੀਗੇ ਉਹ ਕੰਮ ਕਰਦੇ ਸੀ। ਹੁਣ ਅਸੀਂ ਹੌਲੀ ਜਿਹੜੀ ਰਿਮੋਟ ਕੰਟਰੋਲ ਵਾਲੀ ਜਿਹੜੀ ਹੈਗੀ ਹੈ ਉਹ ਜ਼ਿੰਦਗੀ ਦੀ ਮਤਲਬ ਕਿ ਸ਼ੁਰੂਆਤ ਕੀਤੀ ਹੈ। ਹੱਥ ਵਿੱਚ ਅਸੀਂ ਰਿਮੋਟ ਕੰਟਰੋਲ ਨੂੰ ਲੈ ਕੇ ਬੜੀ ਸ਼ਾਨ ਸਮਝਦੇ ਹੈਗੇ ਆ, ਪਰ ਅਸੀਂ ਸਭ ਤੋਂ ਵੱਧ ਨੁਕਸਾਨ ਕਰ ਰਹੇ ਹਾਂ। ਕਾਰਨ ਇਹ ਹੈਗਾ ਕਿ ਜਦੋਂ ਅਸੀਂ ਖੁਰਾਕ ਖਾ ਰਹੇ ਹੈਗੇ ਆ, ਉਹ ਸਾਨੂੰ એનર્ਜੀ ਵਾਸਤੇ ਚਾਹੀਦੀ ਹੈ, એનર્ਜੀ ਸਾਡੀ ਇਸਤੇਮਾਲ ਨਹੀਂ ਹੋ ਰਹੀ। ਤੁਸੀਂ ਹਿਸਾਬ ਲਾਓ ਵੀ ਅਸੀਂ ਇੱਕ ਬੈਂਕ ਹੈਗਾ, ਉਹਦੇ ਵਿੱਚ ਤੁਸੀਂ ਪੈਸੇ ਜਮ੍ਹਾਂ ਕਰਵਾ ਰਹੇ ਹੋ ਤੇ ਕੱਢ ਨਹੀਂ ਰਹੇ, ਉਹਨੇ ਵਧਣਾ ਹੀ ਹੈਗਾ। ਉਹਨੇ ਫਿਰ ਸਾਡੇ ਸਰੀਰ ਨੂੰ ਜਿਹੜਾ ਹੈਗਾ ਉਹ ਫਿਰ ਮੋਟਾਪੇ ਵੱਲ ਲੈ ਕੇ ਜਾਣਾ ਹੈਗਾ। ਤੇ ਮੋਟਾਪੇ ਨੇ ਅੱਗੋਂ ਆਪਾਂ ਸਾਰਾ ਕਿ ਇੱਕ ਬਹੁਤ ਵੱਡੀ ਲਿਸਟ ਹੈ ਜਿਹੜੀ ਮੋਟਾਪੇ ਨਾਲ ਜੁੜਦੀ ਹੈ ਜਾ ਕੇ। ਖਾਸ ਤੌਰ ਤੇ ਜੇ ਹੋਰ ਨਾ ਕਹੀਏ ਤਾਂ ਡਾਇਬਟੀਜ਼ ਤੇ ਜਿਹੜੀ ਸਾਡੀ ਬਲੱਡ ਪ੍ਰੈਸ਼ਰ ਦੀ ਬਿਮਾਰੀ ਹੈ, ਇਹਦੇ ਸਾਡੇ ਮੋਟਾਪੇ ਨਾਲ। ਮੋਟਾਪਾ ਇਹ ਨਹੀਂ ਕਿ ਜਿਹੜਾ ਨਜ਼ਰ ਆਵੇ, ਸਵਾਲ ਹੈਗਾ ਕਿ ਜਿੰਨੀ ਤੁਹਾਡਾ ਤੁਸੀਂ ਫਿਰ ਦੇਖ ਸਕਦੇ ਹੋ ਪਤਾ ਕਰਕੇ ਵੀ ਤੁਹਾਡੀ ਹਾਈਟ ਦੇ ਹਿਸਾਬ ਨਾਲ ਤੁਹਾਡਾ ਕਿੰਨਾ weight ਚਾਹੀਦਾ ਹੈਗਾ, ਉਹਦਾ ਜੇ ਵੱਧ ਤੋਂ ਵੱਧ ਤੁਸੀਂ ਹੈਗਾ 10% ਤੱਕ ਉਹਨੂੰ ਕਹਿ ਸਕਦੇ ਹੋ ਵੀ ਚਲੋ ਠੀਕ ਹੈਗਾ। ਪਰ ਵਧੀਆ ਸਗੋਂ ਹੈਗਾ ਕਿ ਜਿੰਨੀ ਤੁਹਾਡੇ ਲੋੜ ਹੈਗੀ ਹੈ, ਤੁਹਾਡੇ ਭਾਰ ਹੋਣਾ ਚਾਹੀਦਾ ਹੈਗਾ, ਉਸ ਦੇ ਬਰਾਬਰ ਰੱਖੋ। 5% ਘੱਟ ਜਿਹੜਾ ਹੈਗਾ ਉਹ ਜ਼ਿਆਦਾ ਫਾਇਦੇਮੰਦ ਹੈਗਾ 10% ਵੱਧ ਨਾਲੋਂ। ਤੇ ਜੇ 10% ਤੋਂ ਟੱਪਦਾ ਹੈਗਾ ਤਾਂ ਫਿਰ ਤੁਹਾਨੂੰ ਸਮਝਣਾ ਚਾਹੀਦਾ ਹੈ ਕਿ ਵੀ ਤੁਹਾਨੂੰ ਕੋਈ ਨਾ ਕੋਈ ਆਪਣੇ ਇਸ ਦਾ ਇਲਾਜ ਕਰਨਾ ਚਾਹੀਦਾ। ਇਲਾਜ ਸਿੰਪਲ ਹੈਗਾ ਕਿ ਤੁਸੀਂ ਆਪਣਾ ਖੁਰਾਕ ਵਾਲੇ ਪਾਸੇ ਝਾਤੀ ਮਾਰੋ, ਤੇ ਦੂਜਾ ਹੈਗਾ ਆਪਣੇ ਸਰੀਰ ਦੀ ਹਰਕਤ ਦੇ ਵਾਸਤੇ। ਜੇ ਤੁਸੀਂ ਨਹੀਂ ਉਸ ਤਰ੍ਹਾਂ ਕਰ ਸਕਦੇ, ਤੁਸੀਂ ਐਕਟਿਵਲੀ ਟਾਈਮ ਕੱਢ ਕੇ ਸੈਰ ਕਰ ਸਕਦੇ ਹੋ, ਘਰ ਦੇ ਛੋਟਾ ਮੋਟਾ ਕੰਮ ਕਰ ਸਕਦੇ ਹੋ,
ਪੌੜੀਆਂ ਚੜ੍ਹ ਸਕਦੇ ਹੋ 2-3 ਵਾਰੀ, ਆਪਣੀ ਕਾਰ ਜਿਹੜੀ ਹੈਗੀ ਹੈ, ਸਕੂਟਰ ਹੈਗਾ, ਆਪਣੀਆਂ ਘਰ ਦੀਆਂ ਖਿੜਕੀਆਂ ਦੀ ਡਸਟਿੰਗ ਕਰ ਸਕਦੇ ਹੋ। ਕੋਈ ਵੀ ਤਰੀਕਾ ਤੁਸੀਂ ਲੱਭ ਸਕਦੇ ਹੋ ਜਿਹੜਾ ਤੁਹਾਡੇ ਹਿਸਾਬ ਨਾਲ ਤੁਹਾਨੂੰ ਸੂਟ ਕਰਦਾ ਹੈਗਾ। ਕਹਿਣ ਦਾ ਮਤਲਬ ਹੈ ਕਿ ਹਰਕਤ ਦੇ ਵਿੱਚ, ਇਹ ਹਰਕਤ ਦਾ ਵੀ ਸਿੱਧਾ ਇਮਿਊਨ ਸਿਸਟਮ ਨਾਲ ਫਿਰ ਹੈਗਾ ਵੀ ਜਿਸ ਤਰੀਕੇ ਨਾਲ ਤੁਸੀਂ ਸੈਰ ਕਰਕੇ ਆਉਂਦੇ ਹੋ, ਤੁਸੀਂ ਆਪਣੇ ਆਪ ਨੂੰ ਇੱਕ ਐਕਟਿਵ ਮਹਿਸੂਸ ਕਰਦੇ ਹੋ, ਤੁਹਾਡਾ ਇਮਿਊਨ ਸਿਸਟਮ ਵੀ ਐਕਟਿਵ ਹੁੰਦਾ ਹੈਗਾ। ਤੇ ਜਦੋਂ ਤੁਹਾਡੀ ਲੋੜ ਪੈਂਦੀ ਹੈ ਉਹ ਇੱਕੋ ਦਮ ਆ ਕੇ ਉਹ ਤੁਹਾਡੇ ਜਦੋਂ ਤੁਹਾਡੇ ਸਰੀਰ ਦੇ ਵਿੱਚ ਕੋਈ ਹਮਲਾ ਹੁੰਦਾ ਹੈ ਤਾਂ ਉਹ ਜਾ ਕੇ ਤੁਹਾਡੇ ਐਕਟਿਵ ਹੋਇਆ ਤੁਹਾਡਾ ਸਿਸਟਮ ਹੈਗਾ ਉਹ ਜਾ ਕੇ ਅਟੈਕ ਕਰਦਾ ਹੈਗਾ। ਇਹ ਇੱਕ ਦੂਸਰਾ ਮਹੱਤਵਪੂਰਨ ਪੱਖ ਹੈ। ਐਕਸਰਸਾਈਜ਼ ਤੇ ਖੁਰਾਕ ਤੇ ਹੋਰ ਬੜੀਆਂ ਵਿਸਤਾਰ ਦੇ ਵਿੱਚ ਗੱਲਾਂ ਹੋ ਸਕਦੀਆਂ ਨੇ, ਇੱਕ ਦੇ ਉੱਤੇ ਇੱਕ ਮਤਲਬ ਕਿ ਆਪਾਂ ਗੱਲ ਕਰ ਸਕਦੇ ਹਾਂ 40-50 ਮਿੰਟਾਂ ਦੀ। ਪਰ ਹੁਣ ਆਪਾਂ ਸਿਰਫ ਇੱਕ ਇਮਿਊਨ ਸਿਸਟਮ ਨੂੰ ਜਾਂ ਸਿਹਤਮੰਦ ਰਹਿਣ ਦੇ ਵਾਸਤੇ ਪਹਿਲਾ ਜਿਹੜਾ ਹੈ ਖੁਰਾਕ ਦੇ ਜਿਹੜੇ ਕੁਝ ਇੰਪੋਰਟੈਂਟ ਪੱਖ ਸੀਗੇ, ਦੂਜਾ ਐਕਸਰਸਾਈਜ਼ ਦੀ ਗੱਲ ਹੈਗੀ ਹੈ, ਤੀਸਰਾ ਹੈਗਾ ਕਿ ਸਾਡੇ ਅੰਦਰ ਜਿਹੜੇ ਮਤਲਬ ਕਿ ਸਾਡੇ ਬਾਹਰੋਂ ਅੰਦਰੋਂ ਵੀ ਦੋਵਾਂ ਸਾਈਡਾਂ ਤੋਂ ਜਾਂ ਕੁਝ ਜਿਹੜੇ ਨੇ ਸਾਡੇ ਵਾਸਤੇ ਜਿਹੜੇ ਸਾਡੇ ਵੱਸ 'ਚ ਨਹੀਂ ਹੈਗੇ। ਜਦ ਆਪਾਂ ਪੋਲਿਊਸ਼ਨ ਦੀ ਗੱਲ ਕਰਦੇ ਹਾਂ, ਪੋਲਿਊਸ਼ਨ ਸਾਡੇ ਸਰੀਰ ਦੇ ਵਿੱਚ ਸਿੱਧੇ ਤੌਰ ਤੇ ਵੀ ਨੁਕਸਾਨ ਕਰਦਾ ਹੈ ਤੇ ਅਸਿੱਧੇ ਤੌਰ ਤੇ ਜਦੋਂ ਮਤਲਬ ਕਿ ਸਾਡੇ ਫੇਫੜਿਆਂ ਤੇ ਜਾਂਦਾ ਹੈਗਾ ਤਾਂ ਖਾਂਸੀ ਹੈਗੀ ਹੈ ਤੇ ਖਾਂਸੀ ਦੀ ਹੋਰ ਜਿਹੜੀਆਂ ਲੰਗਸ ਦੀਆਂ ਬਿਮਾਰੀਆਂ ਨੇ ਉਹਨਾਂ ਦੇ ਉੱਤੇ ਮਤਲਬ ਕਿ ਉਹ ਅਟੈਕ ਕਰਦਾ ਹੈਗਾ। ਤੇ ਦੂਸਰਾ ਸਾਡੇ ਇਮਿਊਨ ਸਿਸਟਮ ਨੂੰ ਵੀ ਜਾ ਕੇ ਉਹ ਨੁਕਸਾਨ ਪਹੁੰਚਾਉਂਦਾ ਹੈਗਾ। ਤਾਂ ਇਹ ਮਤਲਬ ਕਿ ਜਿਹੜਾ ਹੈ ਇਹ ਆਪਾਂ ਕਹਿ ਸਕਦੇ ਹਾਂ ਕਿ ਅਨਅਵੋਇਡੇਬਲ ਇਸ ਤਰ੍ਹਾਂ ਹੈਗਾ ਕਿਉਂਕਿ ਇਹ ਸਰਕਾਰਾਂ ਦਾ ਵੱਡੇ ਪੱਧਰ ਤੇ ਹੋਣ ਵਾਲਾ ਕੰਮ ਹੈ ਵੀ ਪੋਲਿਊਸ਼ਨ ਫੈਲਾਉਣ ਦੇ ਵਾਸਤੇ ਜੇ ਸਾਡਾ ਇੰਡਸਟਰੀ ਹੈ ਜਾਂ ਸਾਡੇ ਮਤਲਬ ਕਿ ਵਹੀਕਲਸ ਨੇ ਉਹਨਾਂ ਦੇ ਨਾਮਸ ਜਾਂ ਇੰਡਸਟਰੀ ਜਿਹੜੀ ਹੈਗੀ ਉਹਨਾਂ ਕੋਲ ਪੋਲਿਊਸ਼ਨ ਦਾ ਚੈੱਕ ਨਾ ਕਰਨਾ, ਉਹਨੂੰ ਪੋਲਿਊਸ਼ਨ ਦਾ ਸਰਟੀਫਿਕੇਟ ਵੈਸੇ ਹੀ ਦੇ ਦੇਣਾ, ਇਹ ਹੈਗੇ ਨੇ। ਦੂਸਰਾ ਹੈਗਾ ਕਿ ਅਸੀਂ ਖੁਦ ਜਾਣਦੇ ਹੋਏ ਵੀ ਆਪਣੇ ਸਰੀਰ ਦੇ ਵਿੱਚ ਕੁਝ ਚੀਜ਼ਾਂ ਲੈ ਕੇ ਜਾਂਦੇ ਹਾਂ, ਜਿਵੇਂ ਖਾਸ ਤੌਰ ਤੇ ਤੰਬਾਕੂ ਦੀ ਗੱਲ ਹੈਗੀ ਹੈ, ਉਹ ਵੀ ਤੰਬਾਕੂ ਹੈਗਾ ਪਰ ਨੁਕਸਾਨ ਦੋਵੇਂ ਹੀ ਕਰਦੇ ਨੇ। ਸਮੋਕ ਵਾਲਾ ਵੀ, ਸਮੋਕਲੈਸ ਜਿਹੜਾ ਮਤਲਬ ਕਿ ਆਪਾਂ ਜਰਦਾ ਇਸਤੇਮਾਲ ਕਰਦੇ ਹੈਗੇ। ਉਸੇ ਤਰੀਕੇ ਨਾਲ ਸ਼ਰਾਬ ਹੈਗੀ ਹੈ ਜਾਂ ਸਾਡੇ ਪੰਜਾਬ ਦੇ ਵਾਸਤੇ ਬਹੁਤ ਵੱਡਾ ਪੱਖ ਜਿਹੜਾ ਨਸ਼ੇ ਹੈਗੇ ਨੇ, ਇਹ ਜਿਹੜੇ ਵੀ ਸਾਡੇ ਸਾਰੇ ਦੇ ਸਾਰੇ ਬੋਡੀ ਦੇ ਰਸਤਾ ਹਰੇਕ ਸਰੀਰ ਦੇ ਹਿੱਸੇ ਨੂੰ ਨੁਕਸਾਨ ਕਰਦੇ ਨੇ। ਪਰ ਮੈਂ ਤੁਹਾਨੂੰ ਦੱਸ ਰਿਹਾ ਕਿ ਸੈਂਟਰਲ ਜਿਹੜਾ ਸਿਸਟਮ ਹੈਗਾ, ਕੇਂਦਰੀ ਜਿਹੜਾ ਮਤਲਬ ਕਿ ਨੁਕਤਾ ਹੈਗਾ, ਉਹ ਸਾਡਾ ਇਮਿਊਨ ਸਿਸਟਮ ਵੀਕ ਹੁੰਦਾ ਤਾਂ ਬਾਹਰੋਂ ਅਟੈਕ ਹੁੰਦਾ ਹੈਗਾ। ਫਿਰ ਉਹ ਬਾਹਰੋਂ ਅਟੈਕ ਉਹ ਤੁਹਾਡਾ ਹਾਰਟ ਵੀ ਖਰਾਬ ਕਰ ਸਕਦਾ, ਤੁਹਾਡਾ ਲੰਗ ਵੀ ਖਰਾਬ ਕਰ ਸਕਦਾ, ਤੁਹਾਡਾ ਪੇਟ ਵੀ ਖਰਾਬ ਕਰ ਸਕਦਾ, ਤੁਹਾਡੀ ਕਿਡਨੀ ਵੀ ਖਰਾਬ ਕਰ ਸਕਦਾ, ਲੀਵਰ ਵੀ ਖਰਾਬ ਕਰ ਸਕਦਾ। ਤਾਂ ਕਹਿਣ ਦਾ ਮਤਲਬ ਕਿ ਇਹ ਜਿਹੜੇ ਤੀਸਰਾ ਇੱਕ ਗਰੁੱਪ ਹੈਗਾ ਵੀ ਜਿਹੜੇ ਟੌਕਸਿਕ ਐਲੀਮੈਂਟ ਹੈਗੇ ਨੇ। ਇੱਕ ਹੋਰ ਬੜਾ ਮਹੱਤਵਪੂਰਨ ਪੱਖ ਜਿਹੜਾ ਅੱਜ ਅਸੀਂ ਮਹਿਸੂਸ ਕਰ ਰਹੇ ਹਾਂ ਪਿਛਲੇ ਕੁਛ 20-25-30 ਸਾਲਾਂ ਤੋਂ, ਜਿਹੜਾ ਹੈਗਾ ਕਿ ਸਾਡੇ ਆਪਸ ਦੇ ਵਿੱਚ ਜਿਹੜੇ ਸੋਸ਼ਲ ਰਿਲੇਸ਼ਨਸ ਹੈਗੇ ਨੇ, ਸਮਾਜਿਕ ਸੰਬੰਧ ਹੈਗੇ ਨੇ, ਇਹਨਾਂ ਦੇ ਵਿੱਚ ਜਿਹੜੀ ਕਮਜ਼ੋਰੀ ਆ ਰਹੀ ਹੈਗੀ ਹੈ, ਇਹ ਜਿਹੜੇ ਟੁੱਟ ਭੱਜ ਰਹੇ ਨੇ ਤੇ ਜਿੰਨਾ ਇਹ ਸਾਡੇ ਮਨ ਨੂੰ ਪਰੇਸ਼ਾਨ ਕਰਦੇ ਨੇ, ਇਹ ਵੀ ਸਾਡੇ ਇਮਿਊਨ ਸਿਸਟਮ ਦੇ ਉੱਤੇ ਬਹੁਤ ਜਿਹੜਾ ਹੈ ਬੁਰਾ ਅਸਰ ਕਰਦੇ ਹੈਗੇ ਨੇ। ਤੁਸੀਂ ਹਿਸਾਬ ਲਗਾਓ ਕਿ ਜੇ ਤੁਸੀਂ ਕਦੇ ਬਿਮਾਰ ਪੈਂਦੇ ਹੋ ਤੇ ਤੁਹਾਨੂੰ ਪੁੱਛਣ ਵਾਲੇ ਤੁਹਾਡੇ ਖੈਰ ਖੁਆਹ ਜਿਹੜੇ ਨੇ, ਤੁਹਾਡੀ ਸਿਹਤ ਦੇ ਪ੍ਰਤੀ ਜਿਹੜੇ ਫਿਕਰਮੰਦ ਲੋਕ ਨੇ, ਜੇ ਉਹ ਤੁਹਾਡੇ ਕੋਲ ਆਉਂਦੇ ਨੇ, ਤੁਹਾਨੂੰ ਮਿਲਦੇ ਨੇ, ਤੁਹਾਡਾ ਹਾਲ ਚਾਲ ਪੁੱਛਦੇ ਨੇ, ਤੁਸੀਂ ਛੇਤੀ ਠੀਕ ਹੁੰਦੇ ਹੈਗੇ। ਤੇ ਜੇ ਕੋਈ ਬੰਦਾ ਇਕੱਲਾ ਹੈਗਾ, ਬਿਮਾਰ ਵੀ ਹੈਗਾ ਤੇ ਉੱਤੋਂ ਇਕੱਲਾ ਹੈਗਾ, ਉਹਨੂੰ ਕੋਈ ਪੁੱਛ ਨਹੀਂ ਰਿਹਾ, ਘਰ ਦੇ ਵਿੱਚ ਵੀ ਕੋਈ ਨਹੀਂ ਪੁੱਛ ਰਿਹਾ, ਬਾਹਰੋਂ ਪੁੱਛਣ ਵਾਲਾ ਵੀ ਕੋਈ ਨਹੀਂ ਹੈਗਾ, ਤਾਂ ਉਸ ਦਾ ਜੇ ਬਿਮਾਰੀ ਹਫ਼ਤੇ ਵਿੱਚ ਠੀਕ ਹੋਣੀ ਹੈ ਤਾਂ ਉਹ 10-12-15 ਦਿਨ ਲਾਊਗੀ। ਜਿਹੜਾ ਬੰਦੇ ਨੂੰ ਹਾਲ ਚਾਲ ਪੁੱਛਣ ਵਾਲੇ ਨੇ ਉਹ ਲੋਕੀ ਛੇਤੀ ਠੀਕ ਹੋ ਜਾਂਦੇ ਨੇ। ਇਸ ਤੋਂ ਹੀ ਵੱਡੀ ਗੱਲ ਹੈ, ਅਸੀਂ ਦੇਖਿਆ ਵੀ ਏਡਜ਼ ਦੇ ਜਦੋਂ ਆਈ ਬਿਮਾਰੀ ਤਾਂ ਉਸ ਤੋਂ ਅਸੀਂ ਕਿਹਾ ਵੀ ਇਹਦੀ ਵੱਧ ਤੋਂ ਵੱਧ ਉਮਰ 6-7 ਸਾਲ ਹੈਗੀ ਹੈ, ਵੀ 6-7 ਸਾਲ ਦੇ ਵਿੱਚ ਇਸ ਬੰਦੇ ਨੇ ਮਰ ਜਾਣਾ। ਪਰ ਜਿਨ੍ਹਾਂ ਨੇ ਉਸ ਨੂੰ ਪੋਜ਼ਿਟਿਵ ਵੇ ਨਾਲ ਲਿਆ ਵੀ ਇਹ 6-7 ਸਾਲ ਦੀ ਉਮਰ ਹੈਗੀ ਹੈ ਤੇ ਮੈਨੂੰ ਇਹ ਪ੍ਰੋਬਲਮ ਹੋ ਗਈ ਹੈ ਤੇ ਮੈਂ ਇਹਦੇ ਬਾਰੇ ਲੋਕਾਂ ਨੂੰ ਜਾ ਕੇ ਦੱਸੂਗਾ, ਜਾਗਰੂਕ ਕਰੂੰਗਾ, ਤੇ ਉਹਨਾਂ ਨੇ ਸੋਸ਼ਲ ਕੰਮ ਵਿੱਢ ਲਿਆ, ਜਾ ਕੇ ਨੌਜਵਾਨਾਂ ਦੇ ਕੰਮ ਕੀਤਾ, ਉਹ ਲੋਕ ਜਿਹੜੇ ਸੀਗੇ ਉਹ 15-15 ਸਾਲ ਵੀ ਮਤਲਬ ਕਿ ਜਿੰਦੇ ਰਹੇ। ਇਹ ਇੱਕ ਅਸਰ ਹੈਗਾ ਸਾਡਾ ਸਮਾਜਿਕ ਸੰਬੰਧਾਂ ਦਾ, ਆਪਸ ਦੇ ਸਾਡੀ ਇੱਕ ਲੋੜ ਹੈਗੀ ਹੈ ਮਿਲ ਬੈਠਣ ਦੀ, ਇੱਕ ਦੂਜੇ ਦੀ ਮਦਦ ਕਰਨ ਦੀ, ਇੱਕ ਦੂਜੇ ਤੋਂ ਮਦਦ ਲੈਣ ਦੀ। ਇਹ ਜਿਹੜਾ ਹੈ ਮਤਲਬ ਕਿ ਤਰੀਕਾ ਇਹ ਸਾਨੂੰ ਮਤਲਬ ਕਿ ਸਮਝਣਾ ਚਾਹੀਦਾ ਹੈਗਾ। ਇਹ ਇੱਕ ਮਤਲਬ ਕਿ ਜਿਹੜਾ ਇਮਿਊਨ ਸਿਸਟਮ ਜਦੋਂ ਫਿਰ ਸਾਡਾ ਮਤਲਬ ਕਿ ਸੋਸ਼ਲ ਰਿਲੇਸ਼ਨ ਵਧੀਆ ਨਹੀਂ ਹੁੰਦੇ ਤਾਂ ਫਿਰ ਸਾਡੇ ਮਾਨਸਿਕ ਤੌਰ ਦੇ ਉੱਤੇ ਜਿਹੜੀ ਇੱਕ ਨਿਰਾਸ਼ਾ ਦੀ ਗੱਲ ਹੈ, ਅੱਜ ਜੇ ਕਹੀਏ ਤਾਂ ਦੁਨੀਆ ਦੇ ਵਿੱਚ ਨੰਬਰ 1 ਦੀ ਜਿਹੜੀ ਬਿਮਾਰੀ ਹੈਗੀ ਆ ਉਹ ਨਿਰਾਸ਼ਾ ਹੈ। ਇਹ ਇੱਕ
मतलब कि देखने वाली गल हैगी है। ये नशा बढ़ती जा रही है। एक पासे असीं कह रहे हैं कि असीं विकास कर रहे हैं, दूजे पासे नंबर 1 ते दुनिया भर दे विच डिप्रैशन है, नंबर 2 ते दिल दी बीमारियां ने। हिंदुस्तान दे हजी फिर भी जिहड़ा हैगा डिप्रैशन दूसरे तीसरे नंबर ते हैगा, हजी असीं पहले नंबर ते नहीं हैगे। ते साडे चलो इत्थों दा जिहड़ा सभ्याचारक माहौल हैगा उहदे च हजे भी थोड़े जे समाजिक संबंध जिहड़े बचे हुए ने, पर हौली 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 ये असीं खत्म कर रहे हैगे आ। करोना के माध्यम तो भी आप जो गल करिए, जरा सोशल डिस्टेंसिंग है, ऑनलाइन एजुकेशन है, घरे बैठ के रहो, घरे रहो, ये जे बहुत लंबा समा चलता हैगा तो इन्हें भी साडे समाजिक संबंधां दे विच मिलन जुलन दे जिहड़ा असर हैगा उन्हें असर पाना हैगा। ते डर भी जो हैगा जो सानू मिलन नहीं दे रहा या रोक रहा हैगा, इन्हें भी साडे इम्यून सिस्टम नूं जिहड़ा कमजोर करना है। ते इम्यून सिस्टम का फिर सीधा बीमारी नाल संबंध हैगा। तो सारी गल नूं मैं समेटदा होया गल सीगी भी दवाइयां दी लोड़ हैगी है। देखो दवाइयां विज्ञान जिहड़ा हैगा, विज्ञान दे विच जे मैं कहां तां एक दो प्राप्तियां गिनानियां होण तां मैं कहांगा कि दवाइयां दी काढ़ जिहड़ी हैगी है वो एक विज्ञान की बहुत वड्डी प्राप्ति हैगी है। विज्ञान ने जिन्ना भी काम किया हैगा वो किया हैगा मनुख के दुख दर्द नूं दूर करने दे लई। ते ये दवाई जिहड़ी हैगी साडी लोड़ बनदी उदों है जो असी कोई ना कोई दर्द महसूस करते हैं। सब तो पहली लोड़ दवाई की बनती है जो असी किसी तरीके की भी तकलीफ दे विच हुंदे हैं ते साडी तकलीफ दूर होंदी है, साडे चेहरे ते मुस्कुराहट। सर तुहाडी आवाज बंद हो गई, आवाज आनों हट गई तुहाडी। हाँ जी मेरे को प्रॉब्लम आ रही है जी, आ रही है, मैंने प्रॉब्लम देखी। ठीक है जी, ठीक है, चलो जी ओके। अच्छा मैं गल कर रही भी आखिरी जरा गल भी हुण दवाइयां दी लोड़ दी गल भी ਜਿਹੜੀ ਸਾਡੀ ਸਭ ਤੋਂ ਵੱਡੀ ਵਿਗਿਆਨ ਦੀ ਪ੍ਰਾਪਤੀ ਮੈਂ ਮੰਨਣਾ ਕਿ ਵਿਗਿਆਨ ਨੇ ਇਹਦੀਆਂ ਖੋਜਾਂ ਕਰਕੇ, ਕਿਉਂਕਿ ਮਨੁੱਖ ਸ਼ੁਰੂ ਤੋਂ ਹੀ ਜਦੋਂ ਤੋਂ ਵੀ ਉਹ ਅਜੇ ਪੂਰਾ ਇੱਕ ਸਮਾਜਿਕ ਤੌਰ ਤੇ ਵੀ ਉਹ ਪੂਰੀ ਤਰ੍ਹਾਂ ਸਰਗਰਮ ਨਹੀਂ ਸੀ ਹੋਇਆ, ਜਦੋਂ ਵੀ ਉਹਨੇ ਦਰਦ ਮਹਿਸੂਸ ਕੀਤਾ ਤਾਂ ਉਹਨੇ ਉਸ ਨੂੰ ਦੂਰ ਕਰਨ ਦੇ ਲਈ ਉਪਰਾਲੇ ਕੀਤੇ। ਤਾਂ ਹੌਲੀ ਹੌਲੀ ਜਦੋਂ ਅਸੀਂ ਇੱਕ ਵਿਗਿਆਨਿਕ ਯੁੱਗ ਦੇ ਵਿੱਚ ਆਏ ਤਾਂ ਫਿਰ ਅਸੀਂ ਇੱਕ ਦਵਾਈ ਦੀ ਲੋੜ ਮਹਿਸੂਸ ਕੀਤੀ। ਇਹ ਗੱਲ ਪਰ ਗੱਲ ਹੈਗੀ ਹੈ ਹੁਣ ਜਦੋਂ ਵੀ ਕੋਈ ਵਿਗਿਆਨ ਦੀ ਕੋਈ ਵੀ ਕਾਢ ਜਿਹੜੀ ਹੈਗੀ ਹੈ ਉਹ ਕਿਸੇ ਸਰਮਾਏ ਦੇ ਹੱਥ ਆ ਜਾਂਦੀ ਹੈਗੀ ਹੈ, ਜਦੋਂ ਤਕਨਾਲੋਜੀ ਨਾਲ ਜੁੜਦੀ ਹੈਗੀ ਹੈ। ਠੀਕ ਹੈ ਕਿ ਉਹਨਾਂ ਨੇ ਉਹ ਦਵਾਈ ਦਾ ਫਾਰਮੂਲਾ ਹੈਗਾ ਉਹ ਇੱਕ ਮਸ਼ੀਨਾਂ ਦੇ ਥਰੂ ਇੱਕ ਬਣਾਉਣਾ ਸੀਗਾ, ਪਰ ਜਦੋਂ ਇਹ ਹੋ ਜਾਏ ਕਿ ਇਸ ਦੇ ਨਾਲ ਬਹੁਤ ਪ੍ਰੋਫਿਟ ਹੈਗਾ, ਇਹ ਤਾਂ ਮਤਲਬ ਕਿ ਲੋਕਾਂ ਦੀ ਬਹੁਤ ਲੋੜ ਹੈਗੀ ਹੈ, ਉਸ ਲੋੜ ਦਾ ਉਸ ਦਰਦ ਦਾ ਫਾਇਦਾ ਉਠਾਉਂਦੇ ਹੋਏ ਤੁਸੀਂ ਉਸ ਨੂੰ ਉਸ ਨਜ਼ਰੀਏ ਤੋਂ ਦੇਖ ਕੇ ਇਸ ਤਰ੍ਹਾਂ ਦੀ ਕੋਸ਼ਿਸ਼ ਕਰਨੀ ਕਿ ਇਹ ਦਵਾਈ ਇਸ ਤਰ੍ਹਾਂ ਦੀ ਹੋਵੇ ਕਿ ਇਹ ਇਹਦੀ ਜ਼ਰੂਰਤ ਬਣ ਜਾਏ। ਜਦੋਂ ਇਹ ਦਿਮਾਗ ਵਿੱਚ ਪਾ ਕੇ ਜਦੋਂ ਅਸੀਂ ਗੱਲ ਕਰਦੇ ਹੈਗੇ ਹਾਂ ਫਿਰ ਇਹ ਜ਼ਰੂਰ ਸਾਡੇ ਵਾਸਤੇ ਇੱਕ ਚਿੰਤਾ ਦਾ ਵਿਸ਼ਾ ਹੈਗੀ ਹੈ। ਉਹੀ ਗੱਲ ਜਿਹੜੀ ਹੈਗੀ ਹੈ, ਕਿਉਂਕਿ ਜਿਹੜੀ ਮੈਂ ਸ਼ੁਰੂ 'ਚ ਗੱਲ ਕੀਤੀ ਸੀ ਉਸੇ ਤੋਂ ਸਮਝਾਉਣਾ ਕਿ ਕੋਈ ਵੀ ਡਾਕਟਰ ਸਾਨੂੰ ਇਹ ਨਹੀਂ ਕਹਿੰਦਾ ਵੀ ਤੁਹਾਡੇ ਸਰੀਰ ਦੀ ਸੁਰੱਖਿਆ ਪ੍ਰਣਾਲੀ ਕਮਜ਼ੋਰ ਹੈ, ਇਹਨੂੰ ਥੋੜਾ ਜਿਹਾ ਮਜ਼ਬੂਤ ਕਰ ਤਾਂ ਕਿ ਬਿਮਾਰ ਨਾ ਹੋਵੇ। ਜਦੋਂ ਕਿ ਸਾਡੇ ਹੌਲੀ ਹੌਲੀ ਡਾਕਟਰ ਵੀ ਜਿਹੜੇ ਨੇ ਉਸ ਸਰਮਾਏਦਾਰੀ ਦੇ ਘੇਰੇ ਦੇ ਵਿੱਚ ਦਵਾਈਆਂ ਨੂੰ ਇਸਤੇਮਾਲ ਕਰਨ ਦੇ ਘੇਰੇ ਦੇ ਵਿੱਚ ਜਿਹੜੇ ਆ ਰਹੇ ਨੇ ਤੇ ਉਹ ਵੀ ਨਹੀਂ ਚਾਹੁੰਦੇ ਕਿ ਜਿਹੜੇ ਬਿਮਾਰਾਂ ਦੀ ਗਿਣਤੀ ਆ ਉਹ ਘਟੇ। ਤਾਂ ਇਸ ਕਰਕੇ ਉਹਦੇ ਵਾਸਤੇ ਸਾਨੂੰ ਇੱਕ ਨਵੇਂ ਮਤਲਬ ਕਿ ਸੱਭਿਆਚਾਰ ਦੀ ਆਪਸ ਦੇ ਸੋਚਣ ਦੀ, ਦੁਬਾਰਾ ਤੋਂ ਸੋਚਣ ਦੀ ਜ਼ਰੂਰਤ ਹੈਗੀ ਹੈ ਆਪਣੀ ਸਿਹਤ ਬਾਰੇ, ਆਪਣੀ ਬਿਮਾਰੀਆਂ ਦੀ ਪਿਛੋਕੜ ਦੇ ਬਾਰੇ, ਬਿਮਾਰੀਆਂ ਨੂੰ ਦੂਰ ਕਰਨ ਦੇ ਬਾਰੇ। ਕਿਉਂਕਿ ਬਿਮਾਰੀ ਸਿਰਫ ਤੁਸੀਂ ਬਿਮਾਰ ਹੋਏ ਡਾਕਟਰ ਕੋਲ ਚਲੇ ਗਏ, ਡਾਕਟਰ ਨੇ ਕਦਾ ਟੈਸਟ ਕਰਾਇਆ, ਤੁਹਾਡੀ ਬਿਮਾਰੀ ਪਤਾ ਲੱਗ ਗਈ ਵੀ ਮਲੇਰੀਆ ਸੀਗਾ, ਤੁਹਾਨੂੰ ਮਲੇਰੀਆ ਦੀ ਗੋਲੀ ਦੇਤੀ ਤੇ ਤੁਸੀਂ ਠੀਕ ਹੋ ਗਏ, ਤੁਸੀਂ 2 ਮਹੀਨਿਆਂ ਬਾਅਦ ਫਿਰ ਆ ਗਏ, ਫਿਰ ਪਤਾ ਲੱਗਿਆ ਵੀ ਮਲੇਰੀਆ ਦੁਬਾਰਾ ਹੋ ਗਿਆ। ਉਹ ਦੁਬਾਰਾ ਕਿਉਂ ਹੋ ਗਿਆ, ਕਿੱਥੋਂ ਹੋ ਗਿਆ? ਅਸੀਂ ਜਿਹੜੇ ਇਸ ਤੋਂ ਬਾਹਰ ਗਏ ਨਹੀਂ। ਇਸ ਤੋਂ ਬਾਹਰ ਕੀ ਹੈ ਕਿ ਮਲੇਰੀਆ ਹੋ ਰਿਹਾ ਇੱਕ ਮੱਛਰ ਦੇ ਕੱਟਣ ਨਾਲ। ਮੱਛਰ ਕਿੱਥੋਂ ਆ ਰਿਹਾ ਹੈਗਾ? ਮੱਛਰ ਸਾਡੇ ਬਾਹਰ ਛੱਪੜ ਹੈਗਾ ਉੱਥੇ ਪੈਦਾ ਹੋ ਰਿਹਾ ਹੈਗਾ। ਇਹ ਜਿਹੜੀ ਅੱਗੋਂ ਸੋਚਣ ਦੀ ਗੱਲ ਹੈਗੀ ਹੈ, ਸਾਡੇ ਸਰੀਰ ਤੋਂ ਵੀ ਅੱਗੇ ਸਮਾਜਿਕ ਪੱਖ ਦੇ ਸੋਚਣ ਦੀ ਗੱਲ ਹੈਗੀ ਹੈ ਕਿ ਹਰੇਕ ਬਿਮਾਰੀ ਦਾ ਇੱਕ ਸਮਾਜ ਸ਼ਾਸਤਰ ਹੁੰਦਾ ਹੈਗਾ, ਉਹਨੂੰ ਸੋਚਣ ਦੇ ਸਮਝਣ ਦੀ ਗੱਲ ਹੈਗੀ ਹੈ। ਦੇਖੋ ਅਸਲ ਦੇ ਵਿੱਚ ਜਦੋਂ ਅਸੀਂ ਕਹਿੰਦੇ ਹਾਂ ਕਿ ਬਿਮਾਰੀਆਂ ਦੀ ਲਿਸਟ ਦੇ ਵਿੱਚ ਬਈ ਬਿਮਾਰੀਆਂ ਦੀ ਮੈਂ ਕਹਾਂ ਕਿ ਦੁਨੀਆ ਦੇ ਵਿੱਚ ਇਸ ਵਕਤ ਨੰਬਰ 1 ਦੇ ਉੱਤੇ ਦਿਲ ਦੀਆਂ ਬਿਮਾਰੀਆਂ, ਦਿਮਾਗ ਦੀਆਂ ਬਿਮਾਰੀਆਂ, ਇਹ ਮਤਲਬ ਕਿ ਬਿਮਾਰੀਆਂ ਦੀ ਸੂਚੀ ਹੈਗੀ ਹੈ। ਦੂਜੇ ਨੰਬਰ ਤੇ ਮਤਲਬ ਕਿ ਸਟ੍ਰੋਕ ਆ ਜਾਂਦੇ ਆ, ਤੀਜੇ ਨੰਬਰ ਤੇ ਜਿਹੜੀ ਹੈ ਕਿ ਨਿਮੋਨੀਆਜ਼ ਵਗੈਰਾ ਆ ਜਾਂਦੇ ਹੈਗੇ ਨੇ। ਅਸਲ ਦੇ ਵਿੱਚ ਇਹ ਸਿਸਟਮ ਇਹ ਸਾਡੇ ਮਤਲਬ ਕਿ ਨਤੀਜਾ ਹੈਗਾ, ਬਿਮਾਰੀਆਂ ਨਹੀਂ ਹੈਗੀਆਂ ਅਸਲ ਦੇ ਵਿੱਚ, ਬਿਮਾਰੀ ਕਿਤੇ ਹੋਰ ਪਈ ਹੈਗੀ ਹੈ। ਬਿਮਾਰੀ ਜਿਸ ਤਰ੍ਹਾਂ ਮੈਂ ਕਿਹਾ ਕਿ ਮਲੇਰੀਆ ਆਪਣੇ ਆਪ ਦੇ ਵਿੱਚ ਬਿਮਾਰੀ ਸਾਡਾ ਇਹ ਨਤੀਜਾ ਹੈਗਾ। ਬਿਮਾਰੀ ਪਈ ਹੈਗੀ ਆਸੇ ਪਾਸੇ ਛੱਪੜ ਦੇ ਵਿੱਚ ਜਿੱਥੇ ਮੱਛਰ ਪੈਦਾ ਹੋ ਰਿਹਾ ਹੈਗਾ।
ਜਿਹੜਾ ਕਿ ਅਸੀਂ ਉਹਨੂੰ ਮੈਨੇਜ ਕਰ ਸਕਦੇ ਹੈਗੇ ਆ। ਅਸੀਂ ਜੇ ਮੱਛਰ ਪੈਦਾ ਹੋਣ ਤੋਂ ਹੀ ਰੋਕ ਸਕਦੇ ਹਾਂ ਤਾਂ ਫਿਰ ਅਸੀਂ ਆਪਣੇ ਆਪ ਹੀ ਮਲੇਰੀਆ ਦਾ ਇਲਾਜ ਕਰ ਲਵਾਂਗੇ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਹਰੇਕ ਬਿਮਾਰੀ ਦਾ ਇੱਕ ਸਮਾਜ ਸ਼ਾਸਤਰ ਹੈਗਾ, ਉਹਦੇ ਪਿੱਛੇ ਪੂਰਾ ਪਿਛੋਕੜ ਹੈਗਾ ਜਿਸ ਨੂੰ ਸਮਝਣ ਦੀ ਲੋੜ ਹੈਗੀ ਹੈ, ਜਿਹਦੇ 'ਚ ਅਸੀਂ ਵੀ ਹੈਗੇ ਹਾਂ ਜਿਹੜੇ ਬਿਮਾਰ ਹੋ ਰਹੇ ਹੈਗੇ ਆ, ਤੇ ਸਾਡਾ ਵੀ ਇੱਕ ਸਮਾਜ ਸ਼ਾਸਤਰ ਇਸ ਤਰ੍ਹਾਂ ਕਿ ਅਸੀਂ ਜੇ ਕਹੀਏ ਤਾਂ ਸਭ ਤੋਂ ਵੱਡਾ ਬਿਮਾਰੀਆਂ ਦਾ ਕਾਰਨ ਜਾਂ ਸਰੀਰ ਦੀ ਸੁਰੱਖਿਆ ਪ੍ਰਣਾਲੀ ਨਾਲ ਜੋੜ ਕੇ ਕਹੀਏ ਤਾਂ ਸਭ ਤੋਂ ਵੱਡਾ ਕਾਰਨ ਦੁਨੀਆ ਦੇ ਵਿੱਚ ਭੁੱਖਮਰੀ ਹੈ। ਸਭ ਤੋਂ ਵੱਡਾ ਕਾਰਨ ਮਾਲ ਨਿਊਟ੍ਰੀਸ਼ਨ, ਕੁਪੋਸ਼ਣ ਹੈਗਾ, ਜਿਹੜਾ ਕਿ ਸਾਰੀ ਦੁਨੀਆ ਦੇ ਅਸੀਂ ਸਾਰੀ ਦੁਨੀਆ ਦੇ ਵਿੱਚ ਸਾਡਾ ਤਕਰੀਬਨ ਜਿਹੜਾ ਹੈਗਾ 45% ਬੱਚਾ 5 ਸਾਲ ਦੀ ਉਮਰ ਤੱਕ ਆਪਣੀ ਲੋੜੀਂਦੀ ਜਿਹੜੀ ਹੈਗੀ ਹੈ ਭਾਰ ਤੇ ਜਿਹੜੀ ਹੈਗੀ ਹੈ ਕੱਦ ਉਹਨੂੰ ਹਾਸਲ ਨਹੀਂ ਕਰ ਪਾਉਂਦਾ ਜਿੰਨਾ ਚਾਹੀਦਾ ਹੈਗਾ। ਇੱਕ ਪਾਸੇ ਇਹ ਹੈਗਾ, ਇਹ ਵੀ ਮਾਲ ਨਿਊਟ੍ਰੀਸ਼ਨ ਹੈ, ਦੂਜੇ ਪਾਸੇ ਹੈਗਾ ਇਹ ਵੀ ਇੱਕ ਮਾਲ ਨਿਊਟ੍ਰੀਸ਼ਨ ਹੈ ਕਿ ਹੁਣ ਸਾਡੇ ਜਿਹੜੇ ਬੱਚੇ ਨੇ ਉਹ ਮੋਟੇ ਹੋ ਰਹੇ ਨੇ। ਤੁਸੀਂ ਸਕੂਲਾਂ 'ਚ ਜਾਓ, ਜਿਨ੍ਹਾਂ ਕੋਲ ਖਾਣ ਪੀਣ ਦਾ ਹੈਗਾ, ਜਿਹੜੇ ਬੱਚੇ ਹੁਣ ਚਾਕਲੇਟ ਦੇ ਤੇ ਬਰਗਰ ਦੇ ਉੱਤੇ ਮਤਲਬ ਕਿ ਪਲ ਰਹੇ ਨੇ, ਨੂਡਲਸ ਦੇ ਉੱਤੇ ਪਲ ਰਹੇ ਨੇ, ਉਹ ਮੋਟੇ ਹੋ ਰਹੇ ਨੇ। ਤਾਂ ਉਹ ਵੀ ਇੱਕ ਮਾਲ ਨਿਊਟ੍ਰੀਸ਼ਨ ਹੈ। ਜੇ ਉਹ ਸਿਹਤਮੰਦ ਨਹੀਂ ਨੇ, ਬਿਮਾਰੀਆਂ ਜਿਹੜੀਆਂ ਨੇ ਉਹ ਉਹਨਾਂ ਦੇ ਉੱਤੇ ਵੀ ਵੱਧ ਅਟੈਕ ਕਰਦੀਆਂ ਨੇ, ਜਿਹਦੀਆਂ ਉਹ ਕੁਪੋਸ਼ਣ ਜਿਹੜਾ ਹੈਗਾ ਸਾਡਾ ਜਿਹੜੇ ਬੱਚੇ ਜਿਹੜੇ ਗਰੀਬ ਬੱਚਿਆਂ ਵਾਲਾ ਕੁਪੋਸ਼ਣ ਹੈਗਾ ਉਹਨੂੰ ਮਤਲਬ ਕਿ ਨੁਕਸਾਨ ਪਹੁੰਚਾਉਂਦੀਆਂ ਨੇ। ਤਾਂ ਇਸ ਕਰਕੇ ਅਸਲੀ ਕਾਰਨ ਜਿਹੜੇ ਨੇ, ਜੇ ਤੁਸੀਂ ਅਸਲੀ ਕਾਰਨ ਕੀ ਨੇ ਬਿਮਾਰੀਆਂ ਦੇ, ਤਾਂ ਫਿਰ ਤੁਹਾਨੂੰ ਸਮਝ ਆਊਗੀ ਕਿ ਅਸਲੀ ਕਾਰਨ ਜਿਹੜਾ ਹੈਗਾ ਨੰਬਰ 1 ਦੇ ਉੱਤੇ ਸਾਡੀ ਖੁਰਾਕ ਦੀ ਜਿਹੜੀ ਹੈਗੀ ਹੈ ਉਹ ਬੇਤਰਤੀਬੀ ਹੈਗੀ ਹੈ, ਚਾਹੇ ਉਹ ਘੱਟ ਹੈ ਮਿਲ ਰਹੀ ਹੈ ਜਾਂ ਉਹ ਵੱਧ ਖਾਈ ਜਾ ਰਹੀ ਹੈਗੀ ਹੈ। ਇਹ ਮਤਲਬ ਕਿ ਦੋਵਾਂ ਪੱਖਾਂ ਤੋਂ ਹੀ ਸਾਨੂੰ ਮਤਲਬ ਕਿ ਨੁਕਸਾਨ ਕਰਦੀ ਹੈਗੀ ਹੈ ਸਾਡੀ ਸਰੀਰ ਦੀ ਸੁਰੱਖਿਆ ਪ੍ਰਣਾਲੀ ਨੂੰ। ਜੇ ਅਸੀਂ ਹੁਣ ਵੀ ਗੱਲ ਕਰ ਰਹੇ ਹਾਂ ਵੀ ਜਿਹੜਾ ਆਪਣੇ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਡੈਥਸ ਹੋਈਆਂ ਨੇ, ਹੋਰ ਵੀ ਦੇਸ਼ਾਂ 'ਚ ਹੋਈਆਂ ਨੇ, ਉਹਨਾਂ ਦੇ 'ਚ ਇੱਕ ਕਾਰਨ ਉਹ ਵੀ ਹੈਗਾ ਕਿ ਉੱਥੇ ਜਿਹੜੀ ਮੋਟਾਪਾ ਹੈਗਾ ਉਹ 20% ਉਹਦਾ ਰੇਟ ਹੈਗਾ। 20% ਮੋਟਾਪਾ ਕੋਈ ਥੋੜਾ ਨਹੀਂ ਹੁੰਦਾ। ਤੁਸੀਂ ਹਿਸਾਬ ਲਗਾਓ 20% ਲੋਕਾਂ ਦੇ ਵਿੱਚ ਮੋਟਾਪਾ, ਇਹ ਉਹਨਾਂ ਦੇ ਮਤਲਬ ਕਿ ਆંકੜੇ ਹੈਗੇ ਨੇ। ਤਾਂ ਕਹਿਣ ਦਾ ਮਤਲਬ ਇਹ ਹੈਗਾ ਕਿ ਇਹ ਜਿਹੜਾ ਮੋਟਾਪਾ ਹੈਗਾ ਉਹ ਸਾਡੇ ਇਮਿਊਨ ਸਿਸਟਮ ਨੂੰ, ਆਪਾਂ ਜੋ ਮਰਜ਼ੀ ਕਹੀਏ ਕਿ ਉਹਨਾਂ ਦਾ ਬਾਕੀ ਸਿਸਟਮ ਵਧੀਆ ਹੋਊਗਾ, ਸੈਨੀਟੇਸ਼ਨ ਹੋਊਗੀ, ਸਾਰਾ ਕੁਝ ਹੋਊਗਾ, ਪਰ ਇਮਿਊਨ ਸਿਸਟਮ ਉਹਨਾਂ ਦਾ ਵੀ ਬਹੁਤ ਜ਼ਿਆਦਾ ਕਮਜ਼ੋਰ ਹੈਗਾ। ਤਾਂ ਡੈਥ ਰੇਟ ਦਾ ਕਾਰਨ, ਵੱਡਾ ਕਾਰਨ ਸਾਨੂੰ ਇਸ ਪੱਖ ਤੋਂ ਵੀ ਸਮਝਣਾ ਚਾਹੀਦਾ ਹੈ, ਜਿਹੜਾ ਚਾਹੇ ਅਮਰੀਕਾ ਤੇ ਜਾਂ ਜਿਹੜੇ ਯੂਰਪ ਦੇ ਕੰਟਰੀਜ਼ ਨੇ ਉਹਨਾਂ ਦੇ ਵਿੱਚ ਹੋਇਆ ਹੈਗਾ। ਤਾਂ ਸਾਰੀ ਗੱਲ ਨੂੰ ਮੈਂ ਸਮੇਟਦਾ ਕਿ ਦੇਖੋ ਦਵਾਈਆਂ, ਸਿਹਤ, ਬਿਮਾਰੀ, ਇਹ ਤਿੰਨੇ ਜਿਹੜੇ ਨੇ ਇਹ ਆਪਸ ਵਿੱਚ ਜੁੜੇ ਹੋਏ ਨੁਕਤੇ ਹੈਗੇ ਨੇ। ਤੇ ਜਿਹੜੀ ਸਾਡੀ ਦਵਾਈ ਦੀ ਲੋੜ ਹੈਗੀ ਹੈ ਉਹ ਤੀਜੇ ਨੰਬਰ ਤੇ ਹੈਗੀ ਹੈ। ਅਸੀਂ ਪਹਿਲਾਂ ਸਮਝੀਏ ਕਿ ਸਿਹਤ ਕੀ ਹੁੰਦੀ ਹੈ, ਸਿਹਤ ਨੂੰ ਬਣਾ ਕੇ ਕਿਵੇਂ ਰੱਖਿਆ ਜਾ ਸਕਦਾ ਹੈਗਾ, ਸਿਹਤ ਵਿੱਚ ਵਿਗਾੜ ਕਦੋਂ ਪੈਂਦਾ ਹੈਗਾ, ਤੇ ਫਿਰ ਕਦੋਂ ਬਿਮਾਰੀ ਸ਼ੁਰੂ ਹੁੰਦੀ ਹੈ। ਤੇ ਬਿਮਾਰੀ ਸਿਰਫ ਜਿਸ ਦਿਨ ਲੱਛਣ ਪੈਦਾ ਹੁੰਦੇ ਨੇ ਉਸ ਦਿਨ ਸ਼ੁਰੂ ਨਹੀਂ ਹੁੰਦੀ, ਉਹਦਾ ਇੱਕ ਇਨਕੂਬੇਸ਼ਨ ਪੀਰੀਅਡ ਹੁੰਦਾ ਹੈ। ਜਿਹੜੀਆਂ ਗੱਲਾਂ ਤੁਸੀਂ ਹੁਣ ਵੀ ਸੁਣੀਆਂ ਹੋਣਗੀਆਂ ਵੀ ਇਨਕੂਬੇਸ਼ਨ ਪੀਰੀਅਡ, ਜਦੋਂ ਬੰਦੇ ਦੇ ਅੰਦਰ ਕੋਈ ਵਾਇਰਸ ਜਾਂਦਾ ਹੈ, ਬੈਕਟੀਰੀਆ ਜਾਂਦਾ ਹੈ, ਤਾਂ ਉਹ ਸ਼ੁਰੂ ਹੁੰਦਾ ਹੈ। ਤੇ ਜਿਵੇਂ ਆਪਾਂ ਕਰੋਨਾ ਦੇ ਵਾਸਤੇ ਕਹਿ ਰਹੇ ਹਾਂ ਵੀ 2 ਤੋਂ ਲੈ ਕੇ 14 ਦਿਨ ਦੇ ਵਿੱਚ ਲੱਛਣ ਪੈਦਾ ਹੁੰਦੇ ਨੇ, ਇਹ ਇਨਕੂਬੇਸ਼ਨ ਪੀਰੀਅਡ ਹੈ। ਹਰੇਕ ਬਿਮਾਰੀ ਦਾ ਇੱਕ ਇਨਕੂਬੇਸ਼ਨ ਪੀਰੀਅਡ ਹੁੰਦਾ ਹੈਗਾ, ਉਹਨੂੰ ਵੀ ਸਮਝਣ ਦੀ ਲੋੜ ਹੈਗੀ ਹੈ। ਉਸ ਤੋਂ ਇਲਾਵਾ ਇਸ ਤੋਂ ਪਹਿਲਾਂ ਵੀ ਇਸ ਤੋਂ ਇੱਕ ਸਟੇਜ ਹੁੰਦੀ ਹੈ ਜਦੋਂ ਵਾਇਰਸ ਅੰਦਰ ਜਾਣ ਤੋਂ ਪਹਿਲਾਂ, ਬੈਕਟੀਰੀਆ ਦੇ ਅੰਦਰ ਪੋਲਿਊਸ਼ਨ ਜਾਣ ਤੋਂ ਪਹਿਲਾਂ, ਉਸ ਤੋਂ ਪਹਿਲਾਂ ਆਪਾਂ ਕਹੀਏ ਵੀ ਹੋਰ ਜੋ ਵੀ ਚੀਜ਼ ਜਿਹੜੀ ਸਾਡੇ ਜਰਮ ਨੇ ਸਾਡੀ ਬੋਡੀ ਦੇ ਅੰਦਰ ਜਾਣ ਤੋਂ ਪਹਿਲਾਂ ਵੀ ਇੱਕ ਹੁੰਦਾ ਹੈਗਾ ਸਟੇਜ, ਜਿਹਨੂੰ ਉੱਥੇ ਹੀ ਰੋਕਿਆ ਜਾ ਸਕਦਾ ਹੈ। ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਅਸੀਂ ਜਦੋਂ ਹੱਥ ਧੋਣ ਦੀ ਗੱਲ ਕਰ ਰਹੇ ਹਾਂ, ਸੋਸ਼ਲ ਡਿਸਟੈਂਸਿੰਗ ਦੀ ਗੱਲ ਕਰ ਰਹੇ ਹਾਂ, ਤਾਂ ਅਸੀਂ ਉਹ ਵਾਇਰਸ ਅੰਦਰ ਜਾਣ ਤੋਂ ਰੋਕ ਰਹੇ ਹਾਂ। ਜਾਂ ਮਲੇਰੀਆ ਦੇ ਵਾਸਤੇ ਅਸੀਂ ਜੇ ਉਹ ਨਹੀਂ ਕਰ ਸਕਦੇ, ਜਿਹਨੂੰ ਉਹਨੂੰ ਬੱਚੇ ਨੂੰ ਪੈਦਾ ਹੋਣ ਤੋਂ ਪਹਿਲਾਂ ਦਾ ਤਰੀਕਾ, ਤਾਂ ਫਿਰ ਅਸੀਂ ਮਾਸਕੀਟੋ ਨੈਟ ਦੀ ਗੱਲ ਕਰਦੇ ਹੈਗੇ ਆ। ਯਾਨੀ ਕਿ ਅਸੀਂ ਉਸ ਜਿਹੜੀ ਬਿਮਾਰੀ ਦੇ ਜਿਹੜੇ ਜਰਮ ਨੇ ਉਹਨਾਂ ਨੂੰ ਆਪਣੇ ਤੱਕ ਪਹੁੰਚਣ ਤੋਂ, ਯਾਨੀ ਬਿਮਾਰੀ ਜਿਹੜੀ ਹੈਗੀ ਹੈ ਉਹਨੂੰ ਉਸ ਪੂਰੇ ਦੇ ਪੂਰੇ ਪਰਿਪੇਖ ਵਿੱਚ ਸਮਝਣ ਦੀ ਲੋੜ ਹੈਗੀ ਹੈ। ਤਾਂ ਅਸੀਂ ਕਿਸੇ ਵੀ ਪੜਾਅ ਤੇ ਉਹਨੂੰ ਰੋਕ ਵੀ ਸਕਦੇ ਹੈਗੇ ਆ, ਉਸ ਨੂੰ ਛੇਤੀ ਫੜ ਵੀ ਸਕਦੇ ਹੈਗੇ ਆ, ਤੇ ਜੇ ਕੁਝ ਨੁਕਸਾਨ ਹੋ ਜਾਵੇ ਤਾਂ ਅਸੀਂ ਉਸ ਨੂੰ ਸ਼ੁਰੂ ਤੋਂ ਹੀ ਛੇਤੀ ਉਹਦਾ ਇਲਾਜ ਵੀ ਕਰ ਸਕਦੇ ਹਾਂ, ਤੇ ਉਹਨੂੰ ਉੱਥੇ ਰੋਕ ਵੀ ਸਕਦੇ ਹੈਗੇ ਆ ਤਾਂ ਕਿ ਉਹ ਸਾਡਾ ਵੱਡਾ ਨੁਕਸਾਨ ਨਾ ਕਰੇ। ਪਰ ਇਹ ਸਾਰੇ ਪਰਿਪੇਖ ਨੂੰ ਸਮਝਦੇ ਹੋਏ ਸਾਨੂੰ ਜਿਹੜਾ ਹੈ ਸਮਝਣਾ ਚਾਹੀਦਾ ਹੈ। ਫਿਰ ਆਪਣੇ ਆਪ ਸਾਨੂੰ ਸਮਝ ਆਏਗੀ ਕਿ ਦਵਾਈਆਂ ਦੀ ਕਿੰਨੀ ਕੁ ਲੋੜ ਹੈਗੀ ਹੈ, ਤੇ ਸਾਨੂੰ ਦਵਾਈਆਂ ਕਦੋਂ ਖਾਣੀਆਂ ਚਾਹੀਦੀਆਂ ਨੇ, ਤੇ ਕਿਸ ਤਰੀਕੇ ਨਾਲ ਉਹਦਾ ਇਸਤੇਮਾਲ ਕਰਨਾ ਚਾਹੀਦਾ ਹੈ। ਫਿਰ ਸਾਨੂੰ ਹੋਰ ਬੜੇ ਵੱਖ ਪੱਖ ਤੋਂ ਸਾਡੇ ਸਿਸਟਮ ਦੇ, ਸਾਡੇ ਸਰਕਾਰਾਂ ਦੇ,
ਦਵਾਈ ਕੰਪਨੀਆਂ ਦੇ, ਇੱਥੋਂ ਤੱਕ ਕਿ ਜਦੋਂ ਡਾਕਟਰ ਵੀ ਉਹਨਾਂ ਦਾ ਹਿੱਸਾ ਬਣਦੇ ਨੇ, ਉਹਨਾਂ ਸਾਰਿਆਂ ਦੇ ਜਿਹੜੇ ਨੇ ਕਿਰਦਾਰ ਸਾਡੇ ਸਾਹਮਣੇ ਵੱਡੇ ਰੂਪ ਦੇ ਵਿੱਚ ਸਾਡੇ ਸਾਹਮਣੇ ਆਉਣਗੇ। ਪਰ ਫਿਰ ਅਸੀਂ ਹਰ ਪੱਖ ਤੋਂ, ਹਰ ਫਰੰਟ ਤੋਂ ਉਹਨਾਂ ਦੇ ਨਾਲ ਜਿਹੜਾ ਰਜਿਸਟ੍ਰੇਸ਼ਨ ਦਾ ਇੱਕ ਉਪਰਾਲਾ ਕਰ ਸਕਦੇ ਹਾਂ, ਜਿਹਦੇ ਵਾਸਤੇ ਸਾਨੂੰ ਅਲੱਗ ਤੌਰ 'ਤੇ ਜਥੇਬੰਦੀਆਂ ਦੀ ਲੋੜ ਹੁੰਦੀ ਹੈ, ਲਿਖਣ ਦੀ ਲੋੜ ਹੁੰਦੀ ਹੈ, ਲੋਕਾਂ ਨੂੰ ਸੁਚੇਤ ਕਰਨ ਦੀ ਲੋੜ ਹੁੰਦੀ ਹੈ, ਜਿਹੜਾ ਉਪਰਾਲਾ ਜਿਹੜਾ ਹੈ ਇਹ ਖਾਲਸਾ ਦਰਬਾਰ ਕਰ ਰਿਹਾ ਹੈਗਾ। ਤੁਸੀਂ ਸਾਰਿਆਂ ਨੇ ਮੇਰੀ ਗੱਲ ਬੜੇ ਧਿਆਨ ਨਾਲ ਸੁਣੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਡਾਕਟਰ ਸਾਹਿਬ, ਆਪ ਜੀ ਨੇ ਬੜੀਆਂ ਵਡਮੁੱਲੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ ਨੇ, ਜਿਹੜੀਆਂ ਕਿ ਸਾਨੂੰ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਵਾਸਤੇ ਬਹੁਤ ਹੀ ਲੋੜੀਂਦੀਆਂ ਨੇ, ਔਰ ਬੜੀ ਡੂੰਘੀ ਸਮਝ ਆਪ ਜੀ ਰੱਖਦੇ ਹੋ ਇਹਨਾਂ ਮਾਮਲਿਆਂ ਤੇ ਅਸੀਂ ਇਸੇ ਤਰ੍ਹਾਂ ਆਪ ਜੀ ਤੋਂ ਆਸ ਕਰਦੇ ਹਾਂ ਵੀ ਆਪ ਜੀ ਜੁੜੇ ਰਹੋਗੇ ਔਰ ਸਾਡੇ ਨਾਲ ਇਹ ਜਿਹੜੀਆਂ ਵਡਮੁੱਲੀਆਂ ਵਿਚਾਰਾਂ ਅਗਾਂਹ ਵਾਸਤੇ ਵੱਖ-ਵੱਖ ਵਿਸ਼ਿਆਂ ਤੇ ਸਾਂਝੀਆਂ ਕਰਦੇ ਰਹੋਗੇ। ਆਪ ਜੀ ਨੇ ਜੋ ਇਹ ਹੋਲਿਸਟਿਕ ਹੈਲਥ ਦੀ ਗੱਲ ਕੀਤੀ ਆ, ਸਮੁੱਚੀ ਸਿਹਤ ਦੀ ਗੱਲ ਕੀਤੀ ਆ, ਮਾਨਸਿਕ ਸਿਹਤ ਦੀ ਗੱਲ ਕੀਤੀ ਆ, ਔਰ ਤੁਸੀਂ ਜਿਹੜੀ ਇਮਿਊਨਿਟੀ ਦੀ ਗੱਲ ਕੀਤੀ ਹੈ, ਇਹ ਬੜੀ ਸਮਝਣ ਵਾਲੀ ਗੱਲ ਆ। ਔਰ ਅਸੀਂ ਪਿਛਲੇ ਲੰਮੇ ਸਮੇਂ ਤੋਂ ਇਹ ਸਾਰੀਆਂ ਗੱਲਾਂ ਜਿਵੇਂ ਆਪ ਜੀ ਨੇ ਅੱਜ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ, ਇਸੇ ਤਰ੍ਹਾਂ ਅਸੀਂ ਡਾਕਟਰ ਅਮਰ ਸਿੰਘ ਆਜ਼ਾਦ ਜੀ ਉਹਨਾਂ ਕੋਲੋਂ ਵੀ ਸੁਣਦੇ ਆ ਰਹੇ ਹਾਂ। ਤੇ ਮੈਂ ਉਸ ਤੋਂ ਪਹਿਲਾਂ ਕਿ ਆਪਾਂ ਜਿਹੜੇ ਸਾਡੇ ਦਰਸ਼ਕ ਉਹਨਾਂ ਸਵਾਲ ਜਵਾਬ ਲਈਏ, ਮੈਂ ਚਾਹੁੰਦਾ ਹਾਂ ਕਿ ਡਾਕਟਰ ਅਮਰ ਸਿੰਘ ਆਜ਼ਾਦ ਜੀ ਸਾਡੇ ਨਾਲ ਜੁੜੇ ਹੋਏ ਨੇ, ਔਰ ਇਹਨਾਂ ਦੀ ਇੱਕ ਸਤਿਗੁਰ ਦੇ ਇਹਨਾਂ ਦੇ ਬੜੀ ਰਹਿਮਤ ਹੈ ਕਿ ਇਹਨਾਂ ਨੇ ਬੜੇ ਲੰਮੇ ਸਮੇਂ ਤੋਂ ਇਹ ਜੋ ਉਪਰਾਲਾ ਆਰੰਭਿਆ ਆ ਦਰਬਾਰੇ ਖਾਲਸਾ ਚੈਨਲ ਵੱਲੋਂ, ਇਹ ਡਾਕਟਰ ਅਮਰ ਸਿੰਘ ਆਜ਼ਾਦ ਦੀ ਬੜੀ ਇਹਦੇ 'ਚ ਵੱਡੀ ਇੱਕ ਮਿਹਨਤ ਆ ਔਰ ਲੰਮੇ ਸਮੇਂ ਤੋਂ ਸਾਡੇ ਨਾਲ ਜੁੜੇ ਹੋਏ ਨੇ। ਮੈਂ ਡਾਕਟਰ ਅਮਰ ਸਿੰਘ ਆਜ਼ਾਦ ਨੂੰ ਬੇਨਤੀ ਕਰਦਾ ਹਾਂ ਕਿ ਆਪਾਂ ਕੁਝ ਜਿਹੜੀ ਡਾਕਟਰ ਦੀਪਤੀ ਜੀ ਨੇ ਗੱਲਾਂ ਕੀਤੀਆਂ ਨੇ ਉਹਨਾਂ ਨੂੰ ਹੋਰ ਜਿਹੜਾ ਵਾ ਬਲ ਮਿਲੇ ਉਹਨਾਂ ਵਿਚਾਰਾਂ ਨੂੰ, ਔਰ ਸਾਨੂੰ ਉਹਦੀ ਸਮਝ ਹੋਰ ਲੱਗ ਪਾਵੇ। ਵੈਸੇ ਐਸੀ ਕੋਈ ਗੱਲ ਛੱਡੀ ਡਾਕਟਰ ਸਾਹਿਬ ਨੇ, ਫਿਰ ਵੀ ਜਿਹੜੀ ਆਪਾਂ ਮੂਲ ਅਨਾਜਾਂ ਦੀ ਗੱਲ ਕਰਦੇ ਹਾਂ ਡਾਕਟਰ ਦੀਪਤੀ ਸਾਹਿਬ, ਅਸੀਂ ਪਿਛਲੇ ਸਮੇਂ ਤੋਂ ਨਾ ਜੀ ਕੁਝ ਮੂਲ ਅਨਾਜਾਂ ਦੀ ਗੱਲ ਕਰ ਰਹੇ ਹਾਂ, ਉਹ ਸਾਡੇ ਸਿਹਤ ਵਾਸਤੇ ਬਹੁਤ ਲਾਹੇਵੰਦ ਨੇ। ਤੇ ਮੈਂ ਚਾਹਾਂਗਾ ਵੀ ਉਹ ਡਾਕਟਰ ਅਮਰ ਸਿੰਘ ਆਜ਼ਾਦ ਸਾਨੂੰ ਉਹਨਾਂ ਦੀ ਜਿਹੜੀ ਗੱਲ ਹੈ ਮੂਲ ਅਨਾਜਾਂ ਦੀ ਥੋੜੀ ਜਿਹੀ ਨਾਲ ਜੋੜਨ, ਤੇ ਸਿਹਤ ਦੇ ਨਾਲ ਉਹਦਾ ਬੜਾ ਡੂੰਘਾ ਸੰਬੰਧ ਹੈ। ਡਾਕਟਰ ਅਮਰ ਸਿੰਘ ਆਜ਼ਾਦ ਜੀ, ਮੈਂ ਵੀ ਤੁਹਾਨੂੰ ਕਿਹਾ ਸੀਗਾ ਕਿ ਵੀ ਖੁਰਾਕ ਦੇ ਉੱਤੇ ਹੋਰ ਵੱਖਰੇ ਤੌਰ ਤੇ ਗੱਲ ਹੋ ਸਕਦੀ ਹੈਗੀ ਹੈ, ਐਕਸਰਸਾਈਜ਼ ਤੇ ਯਾਨੀ ਕਿ ਹਰਕਤ ਵਿੱਚ ਰਹਿਣ ਦੇ ਅਲੱਗ ਫਾਇਦੇ ਨੇ, ਉਹ ਗੱਲ ਹੋ ਸਕਦੀ ਹੈ। ਇਸੇ ਤਰੀਕੇ ਨਾਲ ਜਿਹੜੇ ਨਸ਼ੇ ਨੇ ਹੋਰ ਉਹਨਾਂ ਤੇ ਗੱਲ ਹੋ ਸਕਦੀ ਹੈ। ਹਰੇਕ ਵਕਤ ਇਹ ਤਾਂ ਚਲੋ ਮੈਂ ਉਹਨਾਂ ਨੂੰ ਸਮੇਟਣ ਦੀ ਕੋਸ਼ਿਸ਼ ਕੀਤੀ ਵੀ ਇਮਿਊਨਿਟੀ ਬੂਸਟਰ ਕਿਹੜੇ ਨੇ। ਹਾਂਜੀ ਹਾਂਜੀ बड़े आप जी बड़े तरीके ना नहीं, मैं आप जी की वो कमी नहीं ਜ਼ਾਹਰ कर रहा, लेकिन मैं वैसे गल बहुत अच्छे तरीके ਨਾਲ ਸਾਰੀ ਗੱਲ ਸਮਝਾਉਣ ਦਾ ਯਤਨ ਕੀਤਾ। ਫਿਰ ਵੀ ਆਪਣੇ ਡਾਕਟਰ ਅਮਰ ਸਿੰਘ ਆਜ਼ਾਦ ਜੀ ਦੇ ਨਾਲ ਥੋੜੀ ਸਾਂਝ ਪਾਉਣੀ ਚਾਹੁੰਦੇ ਆ। ਰੋਜ਼ ਸਾਡੇ ਨਾਲ ਰਹਿੰਦੇ ਨੇ ਔਰ ਹਰ ਵਿਸ਼ੇ ਨੂੰ, ਚਾਹੇ ਇਹਨਾਂ ਦਾ ਵਿਸ਼ਾ ਨਹੀਂ ਵੀ ਹੁੰਦਾ, ਉਸ ਦਿਨ ਵੀ ਸਾਡੇ ਨਾਲ ਜੁੜਦੇ ਨੇ ਤੇ ਸਾਡੇ ਨਾਲ ਜਿਹੜੀ ਹੈ ਬੜੇ ਤਰੀਕੇ ਦੇ ਨਾਲ ਸਾਰਾ ਕੰਮ ਚਲਾ ਰਹੇ ਨੇ। ਡਾਕਟਰ ਅਮਰ ਸਿੰਘ ਆਜ਼ਾਦ ਜੀ, ਨਮਸਕਾਰ ਡਾਕਟਰ ਸਾਹਿਬ ਜੀ। ਡਾਕਟਰ ਸ਼ਾਮ ਸੁੰਦਰ ਦੀਪਤੀ ਸਾਡੇ ਉਹ ਹੀਰੋ ਨੇ ਜਿਹੜੇ ਕਿ ਵਿਗਿਆਨੀ ਹੁੰਦੇ ਹੋਏ ਪੰਜਾਬੀਅਤ ਔਰ ਪੰਜਾਬੀ ਲੋਕਾਂ ਦਾ ਜਿਹੜਾ ਦਰਦ ਬਹੁਤ ਗਹਿਰਾ ਰੱਖਦੇ ਆ। ਮੈਂ ਸਮਝਦਾ ਕਿ ਵਿਗਿਆਨਕ ਹੁੰਦੇ ਹੋਏ, ਡਾਕਟਰ ਹੁੰਦੇ ਹੋਏ, ਪ੍ਰੋਫੈਸਰ ਹੁੰਦੇ ਹੋਏ ਮੇਰੇ ਕਾਲਜ 'ਚ ਲੋਕਾਂ ਦੇ ਪੱਧਰ ਤੇ ਜਾ ਕੇ ਸਾਇੰਸ ਦੀ ਗੱਲ ਕਰਨੀ ਔਰ ਲੋਕਾਂ ਦੇ ਨਜ਼ਰੀਏ ਤੋਂ ਕਰਨੀ ਇੱਕ ਬਹੁਤ ਵੱਡੀ ਦੇਣ ਹੈ ਇਹਨਾਂ ਦੀ ਪੰਜਾਬ ਨੂੰ, ਤੇ ਉਹਦੇ ਲਈ ਮੈਂ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਇਹਨਾਂ ਨੂੰ ਬੇਨਤੀ ਵੀ ਕਰਦਾ ਕਿ ਇਹ ਲਗਾਤਾਰ ਇਸ ਆਪਣੇ ਜਿਹੜੇ ਇਹਨਾਂ ਦਾ ਗੁਣ ਹੈ, ਜਿੱਥੇ ਸਾਹਿਤਕਾਰ ਵੀ ਨੇ ਬੜੇ ਵਧੀਆ ਢੰਗ ਨਾਲ ਗੱਲ ਰੱਖ ਸਕਦੇ ਆ, ਤਾਂ ਬਹੁਤ ਵਧੀਆ ਢੰਗ ਨਾਲ ਲਿਖ ਵੀ ਰਹੇ ਹੈ। ਤੇ ਇਸ ਜਿਹੜਾ ਦਰਬਾਰੇ ਖਾਲਸਾ ਦਾ ਜਿਹੜਾ ਪਲੇਟਫਾਰਮ ਹੈ, ਇਹਦੇ ਉੱਪਰ ਵੀ ਮੈਂ ਬੇਨਤੀ ਕਰਾਂਗਾ ਕਿ ਤੁਸੀਂ ਲਗਾਤਾਰ ਹਫ਼ਤੇ 'ਚ ਇੱਕ ਅੱਧਾ ਦਿਨ ਜ਼ਰੂਰ ਕੱਢਿਆ ਕਰੋ ਤਾਂ ਕਿ ਆਪਾਂ ਇਹਨਾਂ ਮੁੱਦਿਆਂ ਤੇ ਗੱਲ ਅੱਗੇ ਤੋਰ ਸਕੀਏ। ਤੇ ਜਿੱਥੇ ਤੱਕ ਸਵਾਲ ਹੈ ਇਹਦੇ 'ਚ ਮੂਲ ਨਾਲ ਹੋਰ ਕਿਸੇ ਮੈਂ ਕਿਹਾ ਵੱਖਰੇ ਦਿਨ ਕਰ ਲਾਂਗੇ ਆਪਾਂ। ਇਹ ਕੋਈ ਡਾਕਟਰ ਸਾਹਿਬ ਨੇ ਬਹੁਤ ਵਧੀਆ ਢੰਗ ਨਾਲ ਸਾਰੀ ਗੱਲ ਨੂੰ ਸਮੇਟਿਆ, ਬਹੁਤ ਵਧੀਆ ਢੰਗ ਨਾਲ ਰੱਖਿਆ। ਤੇ ਮੈਂ ਸਮਝਦਾ ਕਿ ਜਿਹੜੇ ਸਰੋਤੇ ਨਾਲ ਸਵਾਲ ਲੈ ਲਓ ਡਾਕਟਰ ਸਾਹਿਬ ਤੋਂ, ਉਹ ਜ਼ਿਆਦਾ ਬਿਹਤਰ ਹੈ। ਜਿਹੜੀ ਨਵੀਂ ਗੱਲ ਜਿਹੜੀ ਹੈ ਉਹ ਆਪਾਂ ਫਿਰ ਕਿਸੇ ਵਿਸ਼ੇ ਤੇ ਕਰ ਲਾਂਗੇ, ਮੈਂ ਉਹ ਜ਼ਿਆਦਾ ਬਿਹਤਰ ਰਹੇਗਾ।